सतनाम श्री वाहिगुरु जी। मत सुमत तेरा वस स्वामी, हम जंतु पुरख जनतनी। जन नानक के प्रभ करते स्वामी, ज्यों भावै तिवै बुलैनी। ज्यों बुलावह त्यों बोलह स्वामी, कुदरत कवन हमारी। साध संग नानक जस गायो, जो प्रभ की अत प्यारी। सतनाम श्री वाहिगुरु जी। श्लोक महला पहला। नदिया होवह धेणवा, सुम होवह दुध घीओ। सगली धरती शक्कर होवै, खुशी करे नित जियो। नदिया होवह धेणवा। वाहिगुरु जी का खालसा, वाहिगुरु जी की फतेह। गरीब नवाज पतत पावन भगत वशल, किरपा दे खजाने सतगुरु दसां पातशाहियां दे आत्मिक जोत ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜੋ ਸਤਿਗੁਰਾਂ ਦੀ ਬਖਸ਼ਿਸ਼ ਨਾਲ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਤੁਰਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੈ। ਗੁਰੂ ਕਿਰਪਾ ਸਦਕਾ ਇਹ ਵਿਚਾਰ ਹੁਣ ਤੱਕ ਮਾਝ ਰਾਗ ਦੀ ਜੋ ਵਾਰ ਹੈ ਉਸ ਦੀਆਂ 8 ਪੌੜੀਆਂ ਤੱਕ ਵਿਚਾਰ ਹੋ ਚੁੱਕੀ ਹੈ। ਗੁਰੂ ਗ੍ਰੰਥ ਸਾਹਿਬ ਦੇ 141 ਅੰਗ ਤੱਕ। ਔਰ ਇਹ ਮਾਝ ਦੀ ਵਾਰ ਦੀਆਂ ਜੋ ਬਾਕੀ ਪੌੜੀਆਂ ਹਨ ਉਹਨਾਂ ਨੂੰ ਆਪਾਂ ਗੁਰੂ ਕਿਰਪਾ ਸਦਕਾ ਅੱਗੇ ਵਿਚਾਰੀਏ ਅਤੇ ਸੁਣੀਏ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਆਦਿ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਫਰਮਾ ਰਹੇ ਨੇ। ਨਦੀਆ ਹੋਵਹਿ ਧੇਣਵਾ, ਸੁਮ ਹੋਵਹਿ ਦੁੱਧ ਘੀਓ। ਜਿੰਨੇ ਜੀਵ ਜੰਤ ਪਰਮਾਤਮਾ ਨੇ ਪੈਦਾ ਕੀਤੇ ਹਨ, ਸਾਰਿਆਂ ਦੇ ਰਿਜ਼ਕ ਦਾ ਪ੍ਰਬੰਧ ਹੁਣ ਵੀ ਪਰਮਾਤਮਾ ਹੀ ਕਰ ਰਿਹਾ ਹੈ। ਔਰ ਇੰਨਾ ਜ਼ਰੂਰ ਹੈ ਕਿ ਜੀਆਂ ਨੂੰ ਉਦਮੀ ਰੱਖਣ ਵਾਸਤੇ ਕਿ ਕੁਛ ਨਾ ਕੁਛ ਸਰੀਰਕ ਤੌਰ 'ਤੇ ਹਰਕਤ ਕਰਨ। ਜਿਵੇਂ ਅਨਾਜ ਖੇਤਾਂ 'ਚ ਬੀਜਿਆ ਜਾਂਦਾ, ਥੋੜ੍ਹੇ ਦਾਣੇ ਥੋੜ੍ਹਾ ਬੀਜ ਬੀਜਿਆ ਜਾਂਦਾ, ਉਹ ਬੜਾ ਫਲੀਭੂਤ ਹੋ ਕੇ ਕਿੰਨੇ ਦਾਣੇ ਅਨਾਜ ਦੇ ਘਰ ਆ ਜਾਂਦੇ ਨੇ। ਇਸੇ ਤਰ੍ਹਾਂ ਦੁੱਧ ਮੱਝਾਂ ਗਾਵਾਂ ਅਸੀਂ ਰੱਖਦੇ ਹਾਂ ਅਤੇ ਉਹਨਾਂ ਦੀ ਸਾਂਭ ਸੰਭਾਲ ਤੋਂ ਬਾਅਦ ਦੁੱਧ ਚੋਇਆ ਜਾਂਦਾ ਹੈ। ਜੇ ਪਰਬਤਾਂ ਪਹਾੜਾਂ ਵਿੱਚ ਹੀਰੇ ਲਾਲ ਜਵਾਹਰਾਤ ਨੇ ਅਤੇ ਉਹ ਖਾਨਾ ਪੁੱਟ ਕੇ ਉਦਮ ਦੇ ਨਾਲ ਪ੍ਰਗਟ ਕੀਤੇ ਜਾਂਦੇ ਨੇ। ਇਤਿਆਦਿਕ ਕਾਰੋ ਵਿਹਾਰ 'ਚ ਵਾਹਿਗੁਰੂ ਨੇ ਜੀਆਂ ਨੂੰ ਲਾਇਆ ਹੋਇਆ। ਅਗਰ ਜੇ ਸਾਰੇ ਸੰਸਾਰ ਦੇ ਲੋਕ ਵਾਹਿਗੁਰੂ ਦੀ ਭਗਤੀ ਕਰਨ ਵਿੱਚ ਹੀ ਮਸ਼ਰੂਫ ਹੋ ਜਾਣ ਲੱਗ ਜਾਣ ਤਾਂ ਪਰਮਾਤਮਾ ਇਹਨਾਂ ਜੀਆਂ ਦੀ ਖੁਰਾਕ ਦਾ ਪ੍ਰਬੰਧ ਵੀ ਉਸ ਤਰ੍ਹਾਂ ਦਾ ਕਰ ਸਕਦਾ। ਹਜ਼ੂਰ ਦਸਮ ਪਾਤਸ਼ਾਹ ਨੂੰ ਇਹ ਪ੍ਰਸ਼ਨ ਪੁੱਛਿਆ ਸੀ ਸਿੰਘਾਂ ਨੇ ਕਿ ਮਹਾਰਾਜ, ਜੇ ਆਪ ਜੀ ਦਾ ਉਪਦੇਸ਼ ਧਾਰਨ ਕਰਕੇ ਸਾਰੇ ਲੋਕ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਣ ਔਰ ਸਾਰਿਆਂ ਦੇ ਭਜਨ ਵਿੱਚ ਚਿੱਤ ਲੱਗ ਜਾਣ, ਕੰਮ ਧੰਦੇ ਕਾਰੋ ਵਿਹਾਰ ਛੱਡ ਦੇਣ, ਤਾਂ ਫਿਰ ਖਾਣ ਪਾਣ ਦਾ, ਭੋਜਨ ਪਾਣੀ ਦਾ ਕੀ ਪ੍ਰਬੰਧ ਹੋਵੇਗਾ। ਤਾਂ ਸਤਿਗੁਰਾਂ ਨੇ ਕਿਹਾ ਸੀ, ਗੁਰੂ ਨਾਨਕ ਸਾਹਿਬ ਨੇ ਇਸ ਪ੍ਰਸ਼ਨ ਦਾ ਜਵਾਬ ਦਿੱਤਾ ਹੋਇਆ ਕਿ ਨਦੀਆਂ ਕੰਮ ਧੇਨਾ ਗਊਆਂ ਦਾ ਰੂਪ ਧਾਰ ਲੈਣਗੀਆਂ, ਸਾਰੇ ਚਸ਼ਮੇ ਦੁੱਧ ਅਤੇ ਘਿਓ ਦੇ ਬਣ ਜਾਣਗੇ, ਧਰਤੀ ਵਿੱਚੋਂ ਸ਼ੱਕਰ ਪੈਦਾ ਹੋ ਜਾਏਗੀ। ਇਤਿਆਦਿਕ ਪ੍ਰਬੰਧ ਵੀ ਐਸਾ ਵਾਹਿਗੁਰੂ ਕਰ ਹੀ ਸਕਦਾ। ਹੁਣ ਵੀ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ, ਅਨੇਕਾਂ ਤਰ੍ਹਾਂ ਦੇ ਫਲਾਂ ਦੇ ਬੀਜ ਰਚੇ ਹੋਏ ਨੇ, ਪੈਦਾ ਕੀਤੇ ਹੋਏ ਨੇ, ਵੰਨ ਸਵੰਨੇ ਸਵਾਦਾਂ ਵਾਲੇ ਭੋਜਨ, ਫਲ ਫਰੂਟ, ਸਬਜ਼ੀਆਂ, ਕਿੰਨਾ ਕੁਛ ਜੀਆਂ ਨੂੰ ਪ੍ਰਾਪਤ ਹੋ ਰਿਹਾ। ਸਭ ਕੁਝ ਬਣਾਇਆ ਤਾਂ ਵਾਹਿਗੁਰੂ ਨੇ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਅਗਰ ਜੇ ਇਹੋ ਜਿਹਾ ਪ੍ਰਬੰਧ ਵਾਹਿਗੁਰੂ ਕਰ ਦੇਵੇ, ਨਦੀਆਂ ਹੋਵਹਿ ਧੇਣਵਾ, ਜਿੰਨੀਆਂ ਪਾਣੀ ਦੀਆਂ ਨਦੀਆਂ ਵਗ ਰਹੀਆਂ ਹਨ ਉਹ ਸਾਰੀਆਂ ਜੇ ਧੇਣਵਾ ਗਊਆਂ ਬਣ ਜਾਣ, ਗਾਈਆਂ ਬਣ ਜਾਣ ਦੁੱਧ ਦੇਣ ਵਾਲੀਆਂ। ਸੁੰਮ ਹੋਵਹਿ ਦੁੱਧ ਘੀਓ। ਸੋਮੇ ਜਿਹੜੇ ਹਨ ਪਾਣੀ ਦੇ ਚਸ਼ਮੇ ਆਦਿਕ, ਜਿੱਥੋਂ ਪਾਣੀ ਧਰਤੀ ਵਿੱਚੋਂ ਫੁੱਟਦਾ ਹੈ, ਉਹ ਸੁੰਮ ਜਿਹੜੇ ਸੋਮੇ ਹਨ ਉਹ ਵੀ ਜੇ ਬਣ ਜਾਣ ਦੁੱਧ ਅਤੇ ਘਿਓ ਦੇ।
ਸਗਲੀ ਧਰਤੀ ਸ਼ੱਕਰ ਹੋਵੇ। ਸਾਰੀ ਧਰਤੀ ਹੁਣ ਮਿੱਟੀ ਆ ਨਾ, ਤੇ ਜੇ ਪ੍ਰਮਾਤਮਾ ਚਾਹੇ ਤਾਂ ਸ਼ੱਕਰ ਹੋ ਸਕਦੀ ਹੈ। ਖੁਸ਼ੀ ਕਰੇ ਨਿਤ ਜੀਓ, ਤੇ ਸਾਰੀਆਂ ਚੀਜ਼ਾਂ ਨੂੰ ਵਰਤਦਾ ਹੋਇਆ ਜਿਹੜਾ ਜੀਓ ਮਨ ਹੈ ਸਾਡਾ, ਇਹ ਜੋ ਕੁਝ ਖਾਣਾ ਪੀਣਾ ਵਰਤੋਂ ਵਿਹਾਰ ਕਰਨਾ ਚਾਹੇ, ਪ੍ਰਾਪਤ ਕਰਨਾ ਚਾਹੇ, ਉਹਨੂੰ ਕਰਕੇ ਤੇ ਚਿੱਤ ਹਮੇਸ਼ਾ ਖੁਸ਼ ਰਹੇ। ਪਰਬਤ ਸੋਇਨਾ ਰੂਪਾ ਹੋਵੇ। ਜਿਹੜੇ ਪਰਬਤ ਪਹਾੜ ਨੇ ਉਹਨਾਂ ਦੀ ਸਾਰੀ ਮਿੱਟੀ ਸੋਨਾ ਤੇ ਰੂਪਾ ਚਾਂਦੀ ਬਣ ਜਾਏ, ਤੇ ਹੀਰੇ ਲਾਲ ਜੜਾਓ, ਤਾਂ ਉੱਥੇ ਜਿਹੜੇ ਠੀਕਰਾਂ ਪੱਥਰ ਕੰਕਰ ਰੋੜ ਆਦਿ ਪਏ ਨੇ ਉਹ ਹੀਰੇ ਤੇ ਲਾਲ ਬਣ ਜਾਣ, ਜਿਵੇਂ ਸੋਨੇ ਤੇ ਚਾਂਦੀ ਤੇ ਜੜਾਊ ਜੜੇ ਹੋਏ ਹੁੰਦੇ ਨੇ। ਪਰ ਭੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਓ। ਭਗਤ ਦੀ ਅਵਸਥਾ ਹੈ, ਜਾਂ ਸਤਿਗੁਰੂ ਮਹਾਰਾਜ ਜੀ ਐਸੀ ਉੱਚੀ ਅਵਸਥਾ ਵਿੱਚ ਖੇਡ ਰਹੇ ਨੇ। ਜਿਸ ਤਰ੍ਹਾਂ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਜਦੋਂ ਹਜ਼ੂਰ ਸੁਮੇਰ ਪਰਬਤ 'ਤੇ ਗਏ ਨੇ ਤਾਂ ਹਜ਼ੂਰ ਨੂੰ ਪੰਜ ਭੂਤਿਕ ਸਰੀਰ ਦੇ ਸਮੇਤ ਉੱਥੇ ਪਹੁੰਚਿਆ ਹੈ ਉਹ ਜਾਣਿਆ, ਤੇ ਸਮਝ ਗਏ ਵੀ ਇਹ ਕਲਾਵਾਨ ਹਨ, ਸਾਥੋਂ ਬਹੁਤ ਅੱਗੇ ਨੇ। ਤਾਂ ਇਹ ਨਹੀਂ ਉਹਨਾਂ ਵਿਚਾਰਿਆ ਵੀ ਜੇ ਸਾਥੋਂ ਪਹਿਲਾਂ ਅੱਗੇ ਹਨ ਤੇ ਅਸੀਂ ਇਹਨਾਂ ਦੇ ਸੇਵਕ ਬਣ ਜਾਈਏ। ਪਰ ਮਨੁੱਖੀ ਮਨ ਦੀ ਹਾਲਤ, ਉਹ ਸਤਿਗੁਰੂ ਨੂੰ ਆਪਣਾ ਚੇਲਾ ਬਣਾਉਣਾ ਚਾਹੁੰਦੇ ਸੀ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਦਰਸ਼ਨ ਮਤਲਬ ਪੰਥ, ਸਾਡੇ ਪੰਥ ਨੂੰ ਕਿਵੇਂ ਧਾਰਨ ਕਰ ਲਵੇ ਇਹ ਬਾਲਕ। ਗੁਰੂ ਨਾਨਕ ਸਾਹਿਬ ਬਾਰੇ ਉਹਨਾਂ ਦਾ ਖਿਆਲ ਹੈ, ਬੋਲੀ ਸੀ ਉਹ ਬਾਲਕਾ ਹੀ ਕਹਿੰਦੇ ਸੀ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਔਰ ਖੱਪਰ ਦਿੱਤਾ ਨਾਠ ਜੀ ਪਾਣੀ ਭਰ ਲੇਵਣ ਉੱਠ ਚਾਲਾ। ਕਹਿਣ ਲੱਗੇ ਇਹ ਬਾਲਕੇ ਆ ਖੱਪਰ ਠੂਠਾ ਲੈ ਕੇ ਜਾਓ, ਕਰਮੰਡਲ ਲੈ ਕੇ ਜਾਓ ਤੇ ਉੱਥੋਂ ਸਰੋਵਰ ਤੋਂ ਪਾਣੀ ਭਰ ਕੇ ਲਿਆਓ। ਜਾਂ ਬਾਬਾ ਆਇਆ ਪਾਣੀ ਐ ਡਿੱਠੇ ਰਤਨ ਜਵੇਹਰ ਲਾਲਾ। ਰਤਨ ਜਵੇਹਰ ਲਾਲ ਆਦਿਕ ਉੱਥੇ ਸਿੱਧਾ ਨੇ ਆਪਣੀ ਸ਼ਕਤੀ ਨਾਲ ਵਿਖਾਏ ਗੁਰੂ ਨਾਨਕ ਸਾਹਿਬ ਨੂੰ। ਪਾਣੀ ਹੈ ਨਹੀਂ ਸੀ ਤਾਂ ਉਹਨਾਂ ਕਿਹਾ ਸੀ ਪਾਣੀ ਲੈ ਕੇ ਆਓ, ਤਾਂ ਸਤਿਗੁਰੂ ਸੱਚ ਦੇ ਧਾਰਨੀ ਸੀ, ਹਜ਼ੂਰ ਮੁੜ ਆਏ। ਜਾਂ ਬਾਬਾ ਆਇਆ ਪਾਣੀ ਐ ਡਿੱਠੇ ਰਤਨ ਜਵੇਹਰ ਲਾਲਾ। ਫਿਰ ਆਇਆ ਗੁਰ ਨਾਥ ਜੀ ਪਾਣੀ ਠੌਰ ਨਹੀਂ ਉਸ ਤਾਲਾ। ਬਾਬਾ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਆਪਣਾ ਪੰਥ ਨਿਰਾਲਾ। ਤੇ ਹਜ਼ੂਰ ਨੇ ਸਿੱਖਿਆ ਕੀ ਦਿੱਤੀ ਭਈ ਕਲਯੁਗ ਨਾਨਕ ਨਾਮ ਸੁਖਾਲਾ। ਇਸ ਕਲਯੁਗ ਦੇ ਸਮੇਂ ਅੰਦਰ ਸੁਖ ਦੇ ਦੇਣ ਵਾਲਾ ਕੇਵਲ ਵਾਹਿਗੁਰੂ ਦਾ ਨਾਮ ਹੈ, ਜਿਹਦੇ ਵਿੱਚੋਂ ਆਤਮਿਕ ਸੁਖ ਉਤਪੰਨ ਹੁੰਦਾ ਹੈ। ਇਸ ਪ੍ਰਕਾਰ ਹੀ ਹਜ਼ੂਰ ਇੱਥੇ ਆਪਣੀ ਅਵਸਥਾ ਵੀ ਬਿਆਨ ਮਨ ਨੂੰ ਕਰ ਰਹੇ ਨੇ। ਜਾਂ ਉਹ ਜਿਹੜਾ ਵਿਰਾਗ ਰੂਪੀ ਟਿੱਲੇ ਤੇ ਪਹਾੜ ਤੇ ਚੜ੍ਹਿਆ ਹੋਇਆ ਮਹਾਤਮਾ ਹੈ, ਬ੍ਰਹਮ ਲੋਕ ਲੋ ਭੋਗ ਜੋ ਕਾਗ ਬਿਸ਼ਟ ਸਮਝਾਨ। ਜਾਂ ਜਿਨ ਸਰਦਾ ਰਾਮ ਨਾਮ ਲੱਗੀ ਤਨ ਦੂਜੈ ਚੇਤਨਾ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ ਵਿਣ ਨਾਵੈ ਅਵਰ ਨਾ ਪਾਇਆ ਰਾਮ। ਹਜ਼ੂਰ ਇੱਥੇ ਨਿਮਰਤਾ ਵੀ ਦਰਸਾ ਰਹੇ ਨੇ। ਭੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਓ। ਹੇ ਵਾਹਿਗੁਰੂ, ਜੇ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਮੈਨੂੰ ਮਿਲ ਜਾਣ, ਨਦੀਆਂ ਵੀ ਮੇਰੇ ਵਾਸਤੇ ਕਾਮ ਧੇਨਾ ਗਊਆਂ ਦਾ ਰੂਪ ਧਾਰ ਕੇ ਦੁੱਧ ਦੀਆਂ ਵਗਣ ਲੱਗ ਜਾਣ, ਪਾਣੀ ਦੇ ਸਾਰੇ ਸੋਮੇ ਚਸ਼ਮੇ ਦੁੱਧ ਤੇ ਘਿਓ ਉੱਥੋਂ ਪ੍ਰਗਟ ਹੋਵੇ, ਜਿੱਥੋਂ ਦੁੱਧ ਚਾਹੀਏ ਦੁੱਧ, ਜਿੱਥੋਂ ਘਿਓ ਚਾਹੀਏ ਘਿਓ ਪ੍ਰਗਟ ਹੋਵੇ, ਸਾਰੀ ਧਰਤੀ ਮੇਰੇ ਵਾਸਤੇ ਸ਼ੱਕਰ ਹੋਵੇ। ਜੋ ਮੈਂ ਛਕਣਾ ਚਾਹਵਾਂ ਜਾਂ ਹੋਰਾਂ ਨੂੰ ਛਕਾਉਣਾ ਚਾਹਵਾਂ, ਧਰਤੀ 'ਚੋਂ ਸ਼ੱਕਰ ਛਕਾਈ ਜਾਵਾਂ। ਵੇਖ ਕੇ ਚਿੱਤ ਨੂੰ ਖੁਸ਼ੀ ਹੋਵੇ, ਮਨ ਭਾਉਂਦੇ ਪਦਾਰਥ ਛਕੀਏ, ਤੇ ਸੋਨੇ ਚਾਂਦੀ ਦੀ ਕੋਈ ਕਮੀ ਨਾ ਹੋਵੇ, ਹੀਰੇ ਲਾਲ ਜਵਾਹਰਾਤਾਂ ਦੀ ਕਮੀ ਨਾ ਹੋਵੇ। ਪਰ ਫਿਰ ਵੀ ਇਹ ਵਾਹਿਗੁਰੂ ਇੰਝ ਨਾ ਹੋਵੇ ਕਿ ਮੈਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਤੈਨੂੰ ਭੁੱਲ ਜਾਵਾਂ, ਤੇਰੀ ਸਿਫਤੋ ਸਿਫਾਤ ਕਰਨੀ ਛੱਡ ਦਿਆਂ। ਭੀ ਤੂੰ ਤਾਂ ਵੀ ਤੈਨੂੰ ਹੀ ਸਲਾਉਣਾ ਹੈ। ਭਾਵ ਆਪ ਜੀ ਦੀ ਸਲਾਹੁਤਾ ਕਰਦਾ ਰਹਾਂ, ਤੁਹਾਡੀ ਕੀਰਤੀ ਗਾਉਂਦਾ ਰਹਾਂ, ਤੁਹਾਡਾ ਜਸ ਕਰਦਾ ਰਹਾਂ, ਤੇ ਤੁਹਾਡਾ ਜਸ ਬੋਲਦਿਆਂ ਮੇਰਾ ਚਾਅ ਲੱਥੇ ਹੀ ਨਾ। ਕਈ ਵਾਰੀ ਹੁੰਦਾ ਨਾ ਬਈ ਕੋਈ ਭਗਤੀ ਵਾਲਾ ਕਰਮ ਜੀਵ ਕਰਦਾ ਤੇ ਜਦੋਂ ਕੁਛ ਪ੍ਰਾਪਤੀ ਹੋ ਜਾਂਦੀ ਹੈ, ਕਈਆਂ ਨੂੰ ਰਿੱਧੀ ਦੀ ਸਿੱਧੀਆਂ ਨਿੱਧੀਆਂ ਦੀ ਪ੍ਰਾਪਤੀ ਹੁੰਦੀ, ਸ਼ਕਤੀਆਂ ਦੀ। ਜਿਵੇਂ ਸਿੱਧ ਲੋਕ ਸੀ, ਪ੍ਰਾਣਾਯਾਮ ਆਦਿ ਕਰਕੇ ਨਾ ਮੰਜ਼ਿਲ ਹੀ ਸਮਝ ਲਈ ਵੀ ਰਿੱਧੀਆਂ ਸਿੱਧੀਆਂ ਮਿਲ ਗਈਆਂ, ਹੁਣ ਅਸੀਂ ਮੰਜ਼ਿਲ 'ਤੇ ਪਹੁੰਚ ਗਏ ਹਾਂ। ਪਰ ਹਜ਼ੂਰ ਕਹਿੰਦੇ ਨੇ ਕਿ ਤੇਰਾ ਨਾਮ ਆਖਦਿਆਂ ਬੋਲਦਿਆਂ ਤੇਰੀ ਵਡਿਆਈ ਕਰਦਿਆਂ ਮੇਰੇ ਮਨ ਦਾ ਚਾਅ ਲੱਥ ਨਾ ਜਾਏ। ਸਦਾ ਵਾਸਤੇ ਚਾਓ ਤੇ ਉਤਸ਼ਾਹ
ਹਮੇਸ਼ਾ ਤੇਰੇ ਸਿਮਰਨ ਦਾ, ਤੇਰੀ ਵਡਿਆਈ ਕਰਨ ਦਾ ਬਣਿਆ ਰਹੇ। ਉਸ ਅਵਸਥਾ ਵਿੱਚ ਵੀ ਇਹ ਸਾਰਾ ਕੁਝ ਮੈਨੂੰ ਪ੍ਰਾਪਤ ਹੋਵੇ ਜਦੋਂ, ਤੇ ਫਿਰ ਵੀ ਮੇਰਾ ਚਿੱਤ ਇਹਨਾਂ ਚੀਜ਼ਾਂ 'ਚ ਨਾ ਲੱਗੇ, ਮੈਂ ਤੈਨੂੰ ਸਲਾਹੁੰਦਾ ਰਹਾਂ। ਮਹੱਲਾ ਪਹਿਲਾ। ਭਾਰ 18 ਹੈ ਮੇਵਾ ਹੋਵੈ। ਜਿਹੜੀ ਬਨਸਪਤੀ ਹੈ ਨਾ, ਧਰਤੀ 'ਚੋਂ ਉੱਗਣ ਵਾਲੇ ਬਿਰਛ ਬੂਟੇ ਪੌਦੇ ਉਤਪਜ ਖਾਣੀ ਦੇ ਜਿੰਨੇ ਇਹ ਹਨ, ਇਹ ਸਾਰੀ ਜਿਹੜੀ ਬਨਸਪਤੀ ਹੈ, ਸਾਰੇ ਇੱਕ ਇੱਕ ਵੰਨਗੀ ਦਾ, ਜਿਵੇਂ ਅਮਰੂਦਾਂ ਦੇ ਬੂਟੇ ਹਨ ਬੇਅੰਤ, ਪਰ ਅਮਰੂਦ ਦਾ ਇੱਕ ਪੱਤਾ ਤੋੜ ਲਿਆ ਜਾਏ, ਅਨਾਰਾਂ ਦੇ ਬੂਟੇ ਨੇ ਬੇਅੰਤ, ਇੱਕ ਅਨਾਰ ਦਾ ਪੱਤਾ ਤੋੜ ਲਿਆ ਜਾਏ, ਇੱਕ ਬਾਂਸ ਦੇ ਦਰਖਤ ਦਾ ਪੱਤਾ ਤੋੜਿਆ ਜਾਏ, ਇਸ ਤਰ੍ਹਾਂ ਇੱਕ ਅੰਬ ਦਾ ਪੱਤਾ ਤੋੜਿਆ ਜਾਏ, ਇੱਕ ਇੱਕ ਵੰਨਗੀ ਕਿਸਮ ਦਾ ਇੱਕ ਇੱਕ ਪੱਤਾ ਜੇ ਤੋੜ ਲਿਆ, ਇਕੱਠਾ ਕਰ ਲਏ ਜਾਣ ਪੱਤੇ, ਤੇ ਇਹਨਾਂ ਨੂੰ ਫਿਰ ਤੋਲੀਏ ਤੇ 5 ਸੇਰ ਕੱਚਾ, 16 ਸੇਰ ਦਾ ਕੱਚਾ ਮਣ, 16 ਸੇਰ ਦਾ ਇੱਕ ਮਣ ਕੱਚਾ ਹੁੰਦਾ ਮਾਝੇ ਦੇ ਵਿੱਚ, ਤੇ ਮਾਲ ਵਿੱਚ ਥੋੜ੍ਹਾ ਜਿਹਾ ਵੱਡਾ ਹੁੰਦਾ। 16 ਸੇਰ ਕਿਲੋ ਤੋਂ ਥੋੜ੍ਹਾ ਜਿਹਾ ਘੱਟ ਹੁੰਦਾ। 16 ਸੇਰ ਕੱਚੇ ਦਾ, ਜਿਹੜਾ 16 ਸੇਰ ਦਾ ਇੱਕ ਕੱਚਾ ਮਣ ਹੁੰਦਾ, ਤੇ 40 ਸੇਰ ਜਿਹੜਾ ਨਾ ਉਹਦਾ ਇੱਕ ਮਣ ਪੱਕਾ ਮਣ ਹੁੰਦਾ। 40 ਸੇਰ ਦਾ ਪੱਕਾ ਮਣ ਪੁਰਾਣੇ ਸਮੇਂ ਦੀ ਇਹ ਤੋਲ ਨਾਪ ਦਾ ਢੰਗ ਤਰੀਕਾ ਸੀ। ਹੁਣ ਕਿਲੋ ਆਦਿ ਕਿਲੋਗ੍ਰਾਮ, ਜਾਂ ਇੱਥੇ ਇਹਨਾਂ ਦੇਸ਼ਾਂ 'ਚ ਪਾਊਂਡ ਚੱਲਦੇ ਨੇ। ਉਦੋਂ ਅਸੀਂ ਸੇਰ, ਇੰਡੀਆ ਦੇ ਵਿੱਚ ਸੇਰ ਚੱਲਦੇ ਸੀ ਅੰਗਰੇਜ਼ਾਂ ਦੇ ਰਾਜ ਵੇਲੇ, ਕਾਫੀ ਸਮਾਂ ਉਹ ਸੇਰ ਹੀ ਪ੍ਰਚਲਿਤ ਰਹੇ ਨੇ। 16 ਸੇਰ ਦਾ ਇੱਕ ਕੱਚਾ ਮਣ ਤੇ 5 ਮਣ ਕੱਚੇ ਹੋਣ ਤੇ ਇੱਕ ਭਾਰ ਬਣਦਾ। ਕੁੱਲ ਜਿਹੜੇ ਬਿਰਛ ਬੂਟੇ ਹਨ, ਸਾਰਿਆਂ ਕਿਸਮਾਂ ਦਾ ਇੱਕ ਇੱਕ ਪੱਤਾ ਤੋੜ ਕੇ ਤੋਲਿਆ ਜਾਏ, ਤੇ 18 ਭਾਰ ਬਨਸਪਤੀ ਵਿਦਵਾਨਾਂ ਨੇ ਗ੍ਰੰਥਾਂ 'ਚ ਲਿਖੀ ਹੈ। 18 ਭਾਰ, 18 5 90, ਮਤਲਬ ਕੱਚੇ ਮਣ 90 ਕੱਚੇ ਮਣ। ਸੋ ਇਸ ਪ੍ਰਕਾਰ ਇਹ ਭਾਰ 18 ਜਦੋਂ ਇੰਝ ਆਏ, ਜਾਂ ਬਨਸਪਤੀ ਬਾਰੇ ਜ਼ਿਕਰ ਆਏ ਤੇ ਕਿਹਾ ਜਾਂਦਾ ਵੀ 18 ਭਾਰ ਬਣਦੀ ਹੈ ਬਨਸਪਤੀ। ਇਹ 18 ਭਾਰ ਜਿੰਨੇ ਬਿਰਛ ਬੂਟੇ ਧਰਤੀ 'ਚ ਉੱਗਣ ਵਾਲੇ ਹਨ, ਸਾਰੀ ਕੁੱਲ ਬਨਸਪਤੀ ਉਹ ਮੇਵੇ ਬਣ ਜਾਣ, ਮੇਵਾ ਬਣ ਜਾਏ, ਸਾਰਿਆਂ ਨੂੰ ਮੇਵੇ ਮਿੱਠੇ ਲੱਗਣ ਖਾਣ ਵਾਸਤੇ। ਕੋਈ ਵੀ ਜਿਵੇਂ ਨਿੰਮ ਨੂੰ ਜਿਹੜੇ ਨਮੋਲੀਆਂ ਲੱਗਦੀਆਂ, ਕੌੜੀਆਂ, ਕਰੇਲੇ ਕੌੜੇ ਨੇ, ਹੋਰ ਤੁੰਮੇ ਕੌੜੇ ਨੇ, ਮਹਾਰਾਜ ਕਹਿੰਦੇ ਸਾਰੇ ਮੇਵੇ ਮਿੱਠੇ ਹੋਣ, ਮਨ ਭਾਉਂਦੇ, ਮਨ ਨੂੰ ਚੰਗੇ ਲੱਗਣ ਵਾਲੇ। ਗਰੜਾ ਹੋਏ ਸਵਾਓ, ਤੇ ਗਰੜਾ ਖਾਣਾ ਦੁੱਧ ਸਿਉ ਗਾੜ, ਇਹ ਵੀ ਬਚਨਾ ਨੇ। ਗਰੜਾ ਹੁੰਦਾ ਬਾਸਮਤੀ ਆਦਿਕ ਦੇ ਸੁੰਦਰ ਚੌਲ, ਬਹੁਤੇ ਸਵਾਦਿਕ ਜਿਹੜੇ ਚੌਲ ਨੇ। ਤੇ ਇੰਝ ਵੀ ਅਰਥ ਕੀਤਾ ਵੀ ਜਿਹੜਾ ਸਵਾਂਗ ਆ, ਉਹਨੂੰ ਜਿਹੜਾ ਲੱਗਦਾ ਨਾ ਫਲ ਚੌਲ ਜੇ, ਉਹ ਬਾਸਮਤੀ ਦੇ ਚੌਲਾਂ ਵਰਗੇ ਸਵਾਦਿਕ ਬਣ ਜਾਣ। ਭਾਵ ਧਰਤੀ ਵਿੱਚੋਂ ਉੱਗਣ ਵਾਲੇ ਜਿਹੜੇ ਹਨ ਹੋਰ ਬੂਟੇ, ਉਹਨਾਂ ਨੂੰ ਗਰੜਾ ਜਿਹੜਾ ਚੌਲਾਂ ਵਰਗਾ ਸਵਾਦ ਆ ਉਹਨਾਂ ਦੇ ਵਿੱਚੋਂ ਆਵੇ। ਚੰਦ ਸੂਰਜ ਦੋਏ ਫਿਰਦੇ ਰੱਖੀ ਹੈ, ਨੇਚਲ ਹੋਵੇ ਥਾਓ। ਚੰਦਰਮਾ ਤੇ ਸੂਰਜ ਜਿਹੜੇ ਤੁਰੇ ਫਿਰਦੇ ਰਹਿੰਦੇ ਨੇ, ਇਹਨਾਂ ਨੂੰ ਰੋਕ ਰੱਖੀਏ, ਫਿਰਦਿਆਂ ਨੂੰ ਰੋਕ ਲਈਏ, ਥੰਮ ਲਈਏ, ਇੰਨੀ ਸ਼ਕਤੀ ਕੋਲ ਹੋਵੇ। ਤੇ ਇੰਝ ਵੀ ਅਰਥ ਕੀਤਾ ਵੀ ਚੰਦਰਮਾ ਤੇ ਸੂਰਜ ਦੋਵੇਂ ਆਪਣੇ ਘਰ ਦੇ ਸੇਵਾਦਾਰ ਬਣਾ ਲਈਏ, ਭੱਜ ਭੱਜ ਕੇ ਕੰਮ ਕਰਨ ਵਾਲੇ ਨੌਕਰ ਬਣਾ ਲਈਏ ਚੰਦਰਮਾ ਤੇ ਸੂਰਜ ਨੂੰ। ਨੇਚਲ ਹੋਵੇ ਥਾਂ, ਤੇ ਆਪਣਾ ਜਿਹੜਾ ਟਿਕਾਣਾ ਹੈ ਨੇਚਲ ਅਚਲ ਹੋ ਜਾਏ। ਜਿੱਥੇ ਬੈਠੇ ਹਾਂ ਉਹ ਸਾਡਾ ਥਾਂ ਸਦਾ ਰਹੇ। ਜਿਸ ਸਥਾਨ 'ਤੇ ਘਰ 'ਤੇ ਅਸੀਂ ਬੈਠੇ ਹਾਂ ਘਰ ਵਿੱਚ, ਉਹ ਨੇਚਲ ਅਚਲ ਟਿਕਾਣਾ ਅਸੀਂ ਮੱਲੀ ਰੱਖੀਏ। ਭੀ ਤੂੰ ਹੈ ਸਲਾਹਣ ਆਖਣ ਲਹਿ ਨਾ ਚਾਓ, ਪਰ ਤਾਂ ਵੀ ਹੈ ਵਾਹਿਗੁਰੂ ਜੀ, ਇਹ ਕੁਛ ਪ੍ਰਾਪਤ ਕਰਕੇ ਵੀ ਤੈਨੂੰ ਸਲਾਹੁਣਾ ਮੈਂ ਛੱਡ ਨਾ ਦਿਆਂ, ਤੈਨੂੰ ਮੈਂ ਸਲਾਹੁੰਦਾ ਰਹਾਂ। ਤੇ ਤੇਰੇ ਨਾਮ ਨੂੰ ਬੋਲਦਿਆਂ, ਤੇਰੀ ਵਡਿਆਈ ਆਖਦਿਆਂ ਮੇਰਾ ਚਾਅ ਲੱਥ ਨਾ ਜਾਏ। ਮੇਰਾ ਚਾਓ, ਮੇਰਾ ਉਤਸ਼ਾਹ ਤੇਰਾ ਜਸ ਕਰਨ ਦਾ ਇਹ ਬਣਿਆ ਰਹੇ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਅਗਲਾ ਸ਼ਲੋਕ ਉਚਾਰਦੇ ਹਨ। ਜੇ ਦੇਹ ਹੈ ਦੁੱਖ ਲਾਈ ਹੈ, ਜੇ ਇੰਨੀ ਸ਼ਕਤੀ ਕੋਲ ਸਾਡੇ ਹੈ ਤੇ ਜੇ ਚਾਹੀਏ ਤਾਂ ਕਿਸੇ ਦੇ ਵੀ ਦੇਹ ਨੂੰ, ਸਰੀਰ ਨੂੰ ਦੁੱਖ ਲਾ ਦਈਏ, ਚੰਬੇੜ ਦਈਏ। ਤੇ ਪਾਪ ਗ੍ਰਹਿ ਦੋਏ ਰਾਹੂ, ਜਿਹੜੇ ਪਾਪ ਵਾਲੇ ਗ੍ਰਹਿ ਨੇ, ਭਾਵ ਕਿ ਮਨਹੂਸ ਜਿਹੜੇ 2 ਤਾਰੇ ਨੇ, ਰਾਹੂ ਤੇ ਕੇਤੂ। ਇੰਝ ਲਿਖਿਆ ਹੋਇਆ ਵੀ ਇਹ ਰਾਹੂ ਨਾਂ ਦਾ ਦੈਂਤਾਂ ਦਾ ਪੁੱਤ ਸੀ। ਇਹ
ਸੰਹਤਾ ਤੇ ਵਿਪਰਚਿਤ, ਇਹ ਦੈਂਤ ਸੀ, ਇਹਨਾਂ ਦਾ ਇਹ ਬੇਟਾ ਸੀ। ਸੰਹਤਾ ਦੀ ਕੁੱਖ ਤੋਂ ਪੈਦਾ ਹੋਇਆ ਤੇ ਇਸ ਪ੍ਰਕਾਰ ਵਿਪਰਚਿਤ ਜਿਹੜਾ ਦਾਨਵ ਸੀ ਉਹਦਾ ਬੇਟਾ ਸੀ ਤੇ 4 ਬਾਹਾਂ ਵਾਲਾ ਸੀ। ਇਹ ਜਾਨੀ ਪੁਰਾਣਾਂ 'ਚ ਕਥਾ ਲਿਖੀ ਹੋਈ ਹੈ। ਜਿਹੜਾ ਸਨਾਤਨ ਮਤ 'ਚ ਹੁਣ ਵੀ ਜਾਂ ਜੋਤਸ਼ੀ ਲੋਕ ਰਾਹੂ ਕੇਤੂ ਦਾ ਭਰਮ ਦਿੰਦੇ ਨੇ ਲੋਕਾਂ ਨੂੰ, ਇਹ ਜਿਹੜਾ ਰਾਹੂ ਸੀ, ਰਾਹੂ ਇਹ ਜੰਮਿਆ ਉਹਨਾਂ ਦੇ ਘਰ ਤੇ ਇਹਦੀ ਜਿਵੇਂ ਮੱਛੀ ਦੀ ਪੂਛ ਹੁੰਦੀ ਹੈ ਇਸ ਤਰ੍ਹਾਂ ਦਾ ਧੜ ਸੀ ਥੱਲਿਓਂ ਤੇ 4 ਬਾਹਾਂ ਸੀ। ਇਸ ਤਰ੍ਹਾਂ ਦਾ ਇਹ ਰਾਖਸ਼ ਸੀ। ਤੇ ਜਿਸ ਵੇਲੇ ਮੋਹਣੀ ਅਵਤਾਰ ਵੇਲੇ ਦੇਵਤਿਆਂ ਨੇ ਮੋਹਣੀ ਅਵਤਾਰ ਦੀ ਗਵਾਹੀ 'ਚ ਸਮੁੰਦਰ ਮੱਥਿਆ ਰਿੜਕਿਆ, 14 ਰਤਨ ਕੱਢੇ ਸੀ। ਉਹਨਾਂ 14 ਰਤਨਾਂ ਵਿੱਚੋਂ ਇੱਕ ਸੀ ਅੰਮ੍ਰਿਤ। ਜਿਸ ਵੇਲੇ ਦੇਵਤੇ ਉਹ ਅੰਮ੍ਰਿਤ ਪੀਣ ਲੱਗੇ, ਇਹ ਜਿਹੜਾ ਰਾਹੂ ਸੀ ਇਹ ਆਪਣਾ ਰੂਪ ਬਦਲ ਕੇ ਦੇਵਤਿਆਂ ਵਰਗਾ ਬਣ ਕੇ ਆ ਕੇ ਤੇ ਅੰਮ੍ਰਿਤ ਨੇ ਪੀ ਲਿਆ। ਸੂਰਜ ਤੇ ਚੰਦਰਮਾ ਨੂੰ ਇਹਦੀ ਪਛਾਣ ਹੋ ਗਈ। ਉਹਨਾਂ ਨੇ ਵਿਸ਼ਨੂੰ ਜੀ ਨੂੰ ਦੱਸਤਾ, ਮੋਹਣੀ ਅਵਤਾਰ ਨੂੰ ਦੱਸਤਾ ਤੇ ਉਸ ਵੇਲੇ ਇਹਨੂੰ ਫਿਰ ਵੱਢਿਆ ਸੀ ਤੇ ਇਸ ਪ੍ਰਕਾਰ ਇਹਦੇ 2 ਟੁਕੜੇ ਕਰਤੇ, 2 ਬਾਹਾਂ ਵੱਢਤੀਆਂ, ਉੱਪਰੋਂ ਸਿਰ ਵੱਢਤਾ। ਤੇ ਉਸ ਵੇਲੇ ਫਿਰ ਅੰਮ੍ਰਿਤ ਕਹਿੰਦੇ ਪੀਣ ਕਰਕੇ ਅਮਰ ਹੋ ਚੁੱਕਾ ਸੀ, ਇਹ ਮਰਿਆ ਤਾਂ ਨਾ। ਤਾਂ ਸੂਰਜ ਚੰਦਰਮਾ ਤੋਂ ਹੁਣ ਤੱਕ ਕਹਿੰਦੇ ਬਦਲਾ ਲੈਂਦਾ ਉਸ ਗੱਲ ਦਾ। ਜਦੋਂ ਉਹਨੂੰ ਗੁੱਸਾ ਬਹੁਤਾ ਆਉਂਦਾ ਉਦੋਂ ਸੂਰਜ ਤੇ ਚੰਦਰਮਾ ਨੂੰ ਗ੍ਰਹਿਣ ਬਣ ਕੇ ਚੰਬੜਦਾ। ਇਸ ਪ੍ਰਕਾਰ ਇਹ ਰਾਹੂ ਕੇਤੂ ਦਾ ਜਿੱਤੇ ਸਾਇਆ ਹੁੰਦਾ ਉਹਦੇ ਵਾਸਤੇ ਸਮਾਂ ਬੜਾ ਦੁਖਦਾਈ ਆ ਜਾਂਦਾ। ਇਹ ਇੰਝ ਸਨਾਤਨ ਮਤ ਦੇ ਅੰਦਰ ਜੋਤਿਸ਼ ਵਿੱਦਿਆ ਵਾਲੇ ਇਹੋ ਜਿਹਾ ਪ੍ਰਭਾਵ ਲੋਕਾਂ ਦੇ ਪਾਉਂਦੇ ਨੇ ਵੀ ਤੇਰੇ ਤੇ ਰਾਹੂ ਕੇਤੂ ਦਾ ਪਹਿਰਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜੇ ਕਿਸੇ ਦੀ ਦੇਹ ਨੂੰ ਦੁੱਖ ਲਾਉਣਾ ਚਾਹੀਏ ਤੇ ਦੁੱਖ ਲਾ ਦਈਏ। ਤੇ ਜਿਹੜੇ ਪਾਪ ਵਾਲੇ ਗ੍ਰਹਿ ਹਨ, ਪਾਪ ਪੱਧਰੋਂ ਪੈਦਾ ਕਰਨ ਵਾਲੇ, ਇਹ ਦੋਵੇਂ ਰਾਹੂ ਤੇ ਕੇਤੂ, ਇਹ 2 ਬਣ ਗਏ ਸੀ ਨਾ ਵੱਢਣ ਕਰਕੇ, ਰਾਹੂ ਤੇ ਕੇਤੂ। ਇਹ ਸੂਰਜ ਤੇ ਚੰਦਰਮਾ ਨੂੰ ਚੰਬੜਦੇ ਆ ਦੋਵੇਂ। ਤੇ ਗ੍ਰਹਿਣ ਜਿਹੜਾ ਬੜਾ ਮਨਹੂਸ ਸਮਾਂ ਹੁੰਦਾ ਜਦੋਂ ਗ੍ਰਹਿਣ ਲੱਗਾ ਹੁੰਦਾ ਸੂਰਜ ਤੇ ਚੰਦਰਮਾ ਨੂੰ। ਇਸ ਕਰਕੇ ਲੋਕ ਡਰਦੇ, ਪਾਪ ਤੋਂ ਡਰਦੇ, ਯਾਨੀ ਮਾੜੇ ਪ੍ਰਭਾਵ ਤੋਂ ਡਰਦੇ, ਦਾਨ ਪੁੰਨ ਬੜਾ ਕਰਦੇ ਆ। ਇਹ ਤੇ ਆਦਿਕ ਮਹਾਰਾਜ ਕਹਿੰਦੇ ਨੇ ਵੀ ਇਹ ਲਾਗੂ ਕਰ ਦਈਏ ਕਿਸੇ ਤੇ ਵੀ। ਰੱਤ ਪੀਣੇ ਰਾਜੇ ਸਿਰੈ ਉੱਪਰ ਰੱਖੀਏ। ਜਿਹੜੇ ਲੋਕਾਂ ਦਾ ਖੂਨ ਚੂਸਣ ਵਾਲੇ ਜ਼ਾਲਮ ਰਾਜੇ ਆ, ਇਹ ਵੀ ਆਪਣੇ ਸਿਰ ਦੇ ਉੱਪਰ ਪਹਿਰੇਦਾਰ ਬਣਾ ਕੇ ਰੱਖ ਲਈਏ। ਇਹ ਵੈ ਜਾਪੈ ਭਾਵ, ਇਸ ਤਰ੍ਹਾਂ ਦੀ ਭਾਵਨਾ ਜਾਪੇ ਪ੍ਰਗਟ ਹੋਵੇ। ਭੀ ਤੂੰ ਹੈ ਸਲਾਹਣ ਆਖਣ ਲਹਿ ਨਾ ਚਾਓ। ਇੰਨੀ ਸ਼ਕਤੀ ਕੋਲ ਆ ਜਾਏ ਤਾਂ ਵੀ ਹੈ ਵਾਹਿਗੁਰੂ, ਜੇ ਤੂੰ ਭਾਵ ਇਹੋ ਜਿਹੀਆਂ ਤਾਕਤਾਂ ਸਾਡੇ ਹੱਥ 'ਚ ਦੇ ਦੇਵੇਂ, ਜੇ ਪ੍ਰਾਪਤ ਹੋ ਜਾਣ ਜੀਵ। ਸਤਿਗੁਰੂ ਤੇ ਸ਼ਕਤੀ ਦੇ ਸਮੁੰਦਰ ਹਨ, ਪਰਮੇਸ਼ਰ ਰੂਪ ਨੇ। ਪਰ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਜੇ ਇੰਜ ਦੀ ਤਾਕਤ ਵੀ ਕੋਲ ਹੋਵੇ, ਇਸ ਤਰ੍ਹਾਂ ਜਿਹੜੇ ਜ਼ਾਲਮ ਰਾਜੇ ਲੋਕਾਂ ਦੇ ਉੱਪਰ ਉਪਦਰਵ ਕਰਨ ਵਾਲੇ ਆ, ਉਹਨਾਂ ਨੂੰ ਆਪਣੇ ਅਧੀਨ ਕਰ ਲਈਏ, ਆਪਣੇ ਨੌਕਰ ਬਣਾ ਕੇ ਆਪਣੇ ਸਿਰ ਤੇ ਪਹਿਰੇਦਾਰ ਰੱਖ ਲਈਏ। ਤੇ ਫਿਰ ਵੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ ਸਲਾਹੁਣਾ ਚਾਹੀਦਾ। ਮਹਾਰਾਜ ਤੁਹਾਡੀ ਸਲਾਹੁਤਾ ਅਸੀਂ ਕਰਦੇ ਰਹੀਏ ਤੇ ਤੁਹਾਡੀ ਸਲਾਹੁਤਾ ਆਖਦੇ ਹਾਂ, ਤੁਹਾਡੀ ਵਡਿਆਈ ਕੀਰਤੀ ਆਖਦੇ ਹਾਂ, ਸਾਡਾ ਚਾਅ ਲੱਥ ਨਾ ਜਾਏ। ਫਿਰ ਵੀ ਦਿਨੇ ਰਾਤ ਉਤਸ਼ਾਹ ਤੇ ਚਾਉ ਬਣਿਆ ਰਵੇ ਤੁਹਾਡੇ ਸਿਮਰਨ ਦਾ, ਤੁਹਾਡੀ ਵਡਿਆਈ ਕਰਨ ਦਾ। ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੈ, ਪਹਿਰਾ ਅਗਨ ਹਿਵੈ ਕਰ ਬਾਧਾ, ਭੋਜਨ ਸਾਰ ਕਰਾਈ। ਇਹ ਆਦਿਕ ਬਚਨ ਵੀ ਆਏ ਹਨ। ਇੱਥੇ ਵੀ ਹਜ਼ੂਰ ਕਹਿੰਦੇ ਨੇ ਭਈ ਅੱਗ ਤੇ ਪਾਲਾ ਹੀ ਮੇਰੇ ਕੱਪੜੇ ਬਣ ਜਾਣ। ਅੱਗ ਦਾ ਵੀ ਮੈਨੂੰ ਕੋਈ ਸੇਕ ਨਾ ਲੱਗੇ, ਪਾਲਾ ਜਿੰਨਾ ਮਰਜ਼ੀ ਹੋਵੇ, ਮੇਰੇ ਤੇ ਠੰਡ ਦਾ ਵੀ ਕੋਈ ਅਸਰ ਨਾ ਆਵੇ, ਮੇਰੇ ਸਰੀਰ ਦੇ ਕੱਪੜੇ ਬਣ ਜਾਣ। ਖਾਣਾ ਹੋਵੇ ਵਾਓ ਤੇ ਮੇਰੀ ਖੁਰਾਕ, ਖਾਦ ਖੁਰਾਕ ਜਿਹੜੀ ਆ ਹੋਰ ਕੁਛ ਨਾ ਰਹੇ, ਕੇਵਲ ਵਾਓ ਹਵਾ ਹੀ ਭਖਣ ਕਰਾਂ। ਪਾਉਣ ਆਹਾਰੀ ਬਣ ਜਾਵਾਂ, ਹਵਾ ਨੂੰ ਗ੍ਰਹਿਣ ਕਰਨ ਵਾਲਾ, ਹਵਾ ਹੀ ਛਕਣ ਵਾਲਾ ਬਣ ਜਾਵਾਂ। ਤੇ ਸੁਰਗਿਆ ਦੀਆਂ ਮੋਹਣੀਆਂ ਇਸਤਰੀਆਂ ਹੋਵਨ, ਨਾਨਕ ਸਭੋ ਜਾਓ। ਤੇ ਸੁਰਗ ਬੈਕੁੰਠ ਦੀਆਂ ਜਿਹੜੀਆਂ ਮੋਹਣੀਆਂ ਮੋਹਤ ਕਰ ਲੈਣ ਵਾਲੀਆਂ ਪਸ਼ਰਾ ਹਨ, ਉਹ ਸਾਰੀਆਂ ਮੇਰੀਆਂ ਇਸਤਰੀਆਂ ਹੋਵਣ, ਭਾਵ ਦਾਸੀਆਂ ਬਣ ਜਾਣ, ਸੇਵਾ 'ਚ ਹਾਜ਼ਰ ਰਹਿਣ। ਨਾਨਕ ਸਭ ਹੋ ਜਾਓ। ਤਾਂ ਮਹਾਰਾਜ ਕਹਿੰਦੇ ਕੁਛ ਵੀ ਨਹੀਂ ਹੈ, ਸਭ ਕੁਝ ਨਾਸਵੰਤੀ ਹੈ। ਭੀ ਤੂੰ ਹੈ ਸਲਾਹਣ, ਤੂੰ ਜੋ ਕੁਝ ਬਣਾਉਣ ਵਾਲਾ, ਸਾਰਾ ਕੁਝ ਬਣਾਉਣ ਵਾਲਾ ਜੋ ਤੂੰ ਹੈ ਮਹਾਰਾਜ, ਮੈਂ ਤੁਹਾਨੂੰ ਆਪ ਜੀ ਨੂੰ ਤੈਨੂੰ ਹੀ ਸਲਾਹੁੰਦਾ ਰਹਾਂ। ਤੇ ਤੁਹਾਡੀ ਸਲਾਹੁਤਾ ਕਰਦਿਆਂ ਸੱਚੇ ਪਾਤਸ਼ਾਹ ਆਖਦਿਆਂ ਬੋਲਦਿਆਂ ਚਾਅ ਨਾਲ ਹੱਥੇ ਤੁਹਾਡੀ ਵਡਿਆਈ ਕਰਾਂ। ਜਿਵੇਂ ਕੁਦਰਤ ਵਿੱਚ ਸੁੰਦਰਤਾ ਵੇਖ ਕੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਾਦਰ ਨੂੰ ਸਲਾਹੁਣਾ ਚਾਹੀਦਾ।
ਵੀ ਜਿਸ ਪਰਮਾਤਮਾ ਨੇ ਏਡੇ ਏਡੇ ਸੁੰਦਰ ਚਿਹਰੇ, ਏਡੀ ਸੁੰਦਰਤਾ ਕੁਦਰਤ ਵਿੱਚ, ਫੁੱਲ ਬੂਟਿਆਂ 'ਚ, ਪਸ਼ੂਆਂ ਪੰਛੀਆਂ 'ਚ ਭਰੀ ਹੈ, ਵੰਨ ਸੁਵੰਨੇ ਰੰਗ ਭਰੇ ਨੇ, ਉਹ ਕਿੱਡਾ ਕੁ ਸੁੰਦਰ ਹੈ, ਕਿੰਨਾ ਕੁ ਮਹਾਨ ਹੈ, ਜਿਹਨੇ ਇੰਨੀਆਂ ਵੰਨ ਸੁਵੰਨੀਆਂ ਦਾਤਾਂ ਬਖਸ਼ ਕੇ ਸਾਨੂੰ ਨਿਵਾਜਿਆ। ਸੋ ਇਸ ਤਰ੍ਹਾਂ ਭਾਵ ਕਿ ਸਾਰੀਆਂ ਜੇ ਸ਼ਕਤੀਆਂ ਵੀ ਕੋਲ ਹੋਣ ਤਾਂ ਪਰਮੇਸ਼ਰ ਦੀਆਂ ਬਖਸ਼ੀਆਂ ਹੋਈਆਂ। ਵਾਹਿਗੁਰੂ ਤੋਂ ਮੁੱਖ ਨਾ ਮੋੜ ਲਈਏ ਕਦੇ ਵੀ। ਪਰਮਾਤਮਾ ਦਾ ਜਸ ਬੋਲਦਿਆਂ ਚਾਅ ਨਾ ਲੱਥੇ। ਪਵੜੀ ਇਹ ਸਵਰਨੀ ਅੱਖਰ ਹਨ, ਜਿੱਦਾਂ ਪੱਪਾ ਤੇ ਊੜੇ ਔਂਕੜ ਹੋਵੇ ਤੇ ਡਾੜੇ ਬਿਹਾਰੀ ਪੌੜੀ, ਤੇ ਪੱਪੇ ਦੁਲਾਵਾਂ ਤੇ ਡਾੜ ਨੂੰ ਬਿਹਾਰੀ ਪੌੜੀ, ਤੇ ਇੱਥੇ ਪਵੜੀ ਹੈ। ਸੋ ਇਸ ਪ੍ਰਕਾਰ ਇਹਨਾਂ ਦੀ ਥਾਂ ਕਨੌੜੇ ਦੀ ਥਾਂ ਵੀ ਵਊਆ ਵਰਤਿਆ ਜਾਂਦਾ, ਅਤੇ ਵਊਏ ਦੀ ਥਾਂ ਕਈ ਵਾਰੀ ਊੜਾ ਵਰਤਿਆ ਜਾਂਦਾ, ਇਸ ਕਰਕੇ ਇਹਨੂੰ ਸਵਰਨੀ ਅੱਖਰ ਕਿਹਾ ਜਾਂਦਾ ਹੈ। ਸੋ ਜਿਸ ਤਰ੍ਹਾਂ ਭਉ, ਭੱਬਾ ਤੇ ਊੜੇ ਨੂੰ ਕੰਨਾ, ਊੜੇ ਔਂਕੜ ਭਉ, ਅਤੇ ਇਹਦੇ ਥਾਂ ਭਵ ਸ਼ਬਦ ਵੀ ਵਰਤਿਆ ਜਾਂਦਾ, ਭੱਬਾ ਤੇ ਵਊਆ, ਔਰ ਭੱਬੇ ਤੇ ਕਨੌੜਾ ਪਾ ਕੇ ਵੀ ਵਰਤਿਆ ਜਾ ਸਕਦਾ ਭਉ। ਇਸ ਪ੍ਰਕਾਰ ਹਜ਼ੂਰ ਪੌੜੀ ਉਚਾਰਨ ਕਰਦੇ ਨੇ, ਬਦ ਫੈਲੀ ਗੈਬਾਨਾ ਖਸਮ ਨਾ ਜਾਣੇ। ਜੋ ਮਨੁੱਖ ਹਮੇਸ਼ਾ ਬਦ ਫੈਲੀਆਂ ਕਰਨ ਵਾਲਾ ਹੈ, ਬੁਰਾਈਆਂ ਕਰਨ ਵਾਲਾ ਹੈ, ਭਾਵ ਨੇਕੀ ਦੇ ਉਲਟ ਹੈ ਬੁਰਿਆਈ, ਇੱਕ ਭਲਾਈ ਹੈ ਇੱਕ ਬੁਰਿਆਈ ਹੈ। ਸੋ ਇਸ ਪ੍ਰਕਾਰ ਮੰਦ ਕਰਮ ਕਮਾਉਣ ਵਾਲਾ ਜੋ ਵਿਅਕਤੀ ਹੈ, ਗਏ ਬਾਨਾ, ਗਏ ਹੁੰਦਾ ਆਕਾਸ਼, ਬਾਨਾ ਆਕਾਸ਼ ਵਿਚਰਨ ਵਾਲਾ, ਭਾਵ ਭੂਤ ਪ੍ਰੇਤ, ਗੈਬ ਗੁਪਤ ਹੋ ਜਾਣਾ। ਗੁਪਤ ਰੂਹਾਂ ਕਿਹੜੀਆਂ ਹਨ? ਭੂਤ ਪ੍ਰੇਤ ਆਦਿਕ। ਮਹਾਰਾਜ ਕਹਿੰਦੇ ਨੇ ਵੀ ਜਿਹੜੇ ਬਦਫੈਲੀਆਂ ਕਰਨ ਵਾਲੇ ਲੋਕ ਹੈ ਨਾ, ਉਹ ਗੈਬਾਨਾ ਭੂਤ ਪ੍ਰੇਤ ਹਨ ਜਿਉਂਦੇ। ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਜੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੈ ਮਾਨਸ ਵਰਤਹਿ ਵਿਰਲੇ ਹੋ ਮੈਂ ਮਾਰੀ। ਇੰਜ ਵੀ ਹਜ਼ੂਰ ਨੇ ਕਿਹਾ, ਕਲੀ ਅੰਦਰ ਨਾਨਕਾ, ਕਲਯੁਗ ਦੇ ਅੰਦਰ ਜਿੰਨਾਂ ਦਾ ਅਵਤਾਰ, ਜਿੰਨਾਂ ਭੂਤਾਂ ਦਾ ਜਨਮ ਹੋਇਆ। ਪੁੱਤ ਜਨੂਰਾ, ਪੁੱਤ ਛੋਟਾ ਭੂਤਨਾ, ਧੀ ਜਨੂਰੀ ਜਿਹੜੀ ਧੀ ਜੰਮੀ ਹੈ, ਛੋਟੀ ਭੂਤਨੀ ਹੈ। ਜੋਰੂ ਜਿੰਨਾਂ ਦਾ ਸਿਕਦਾਰ, ਜੋਰੂ ਇਸਤਰੀ ਜਿਹੜੀ ਇਹਨਾਂ ਸਾਰੇ ਜਿੰਨਾਂ ਭੂਤਾਂ ਦੀ ਸਰਦਾਰਨੀ ਹੈ, ਇਹਨਾਂ ਦੇ ਉੱਤੇ ਸਰਦਾਰ ਬਣੀ ਹੋਈ ਹੈ, ਹੁਕਮੋਂ ਚਲਾਉਂਦੀ ਹੈ। ਇਹ ਕਲਯੁਗ ਦੇ ਲੱਛਣ ਹਜ਼ੂਰ ਨੇ ਦੱਸੇ ਹਨ। ਇੱਥੇ ਵੀ ਹਜ਼ੂਰ ਕਹਿੰਦੇ ਨੇ ਵੀ ਜਿਹੜੇ ਬਦਫੈਲੀਆਂ ਕਰਨ ਵਾਲੇ ਲੋਕ ਨੇ, ਉਹ ਗੈਬਾਨਾ ਭੂਤਨਿਆਂ ਦੀ ਨਿਆਈ ਹਨ। ਖਸਮ ਨਾ ਜਾਣੇ, ਉਹ ਵਾਹਿਗੁਰੂ ਪਰਮੇਸ਼ਰ ਖਸਮ ਅਕਾਲ ਪੁਰਖ ਨੂੰ ਬਿਲਕੁਲ ਨਹੀਂ ਜਾਣਦੇ। ਉਹ ਬਿਲਕੁਲ ਨਹੀਂ ਜਾਣਦਾ ਜੀਵ ਜਿਹੜਾ ਬਦਫੈਲੀਆਂ ਵਿੱਚ ਹੀ ਰੰਗਿਆ ਹੋਇਆ ਅਤੇ ਭੂਤਨਾ ਹੈ। ਸੋ ਕਹੀ ਹੈ ਦੇਵਾਨਾ ਆਪ ਨਾ ਪਛਾਣਈ। ਪਰਮੇਸ਼ਰ ਖਸਮ ਨੂੰ ਤਾਂ ਕੀ ਜਾਣਨਾ, ਆਪਣੇ ਆਪੇ ਨੂੰ ਵੀ ਨਹੀਂ ਪਛਾਣਦੇ। ਆਪਣਾ ਸਰੀਰ ਹੀ ਆਪਣਾ ਆਪਾ ਮੰਨਿਆ ਹੋਇਆ, ਅਤੇ ਸਰੀਰ ਨੂੰ ਖਵਾਉਣ ਪਿਆਉਣ 'ਚ ਅਨੇਕਾਂ ਤਰ੍ਹਾਂ ਦੇ ਜਿਹੜੇ ਭੋਗ ਹਨ ਉਹ ਖਵਾਉਣ ਪਿਆਉਣ 'ਚ, ਸੋਹਣੇ ਸੋਹਣੇ ਕੱਪੜੇ ਪਹਿਰਨ ਵਿੱਚ, ਸਰੀਰ 'ਤੇ ਹਾਰ ਸ਼ਿੰਗਾਰ ਲਾਉਣ ਵਿੱਚ, ਕਿਉਂਕਿ ਸਰੀਰ ਨੂੰ ਜੋ ਆਪਣਾ ਸਰੂਪ ਮੰਨ ਲਿਆ ਹੈ ਅਤੇ ਇਸ ਵਿੱਚ ਹੀ ਖਚਤ ਰਹਿੰਦੇ ਨੇ। ਚਾਹੇ ਇਸਤਰੀ ਚਾਹੇ ਮਰਦ, ਕੋਈ ਵੀ ਹੈ ਸੰਸਾਰ ਦੇ ਜੀਵ, ਜਿਹੜੇ ਸਰੀਰਕ ਸੁੱਖ ਸਹੂਲਤਾਂ ਨੇ, ਐਸ਼ੋ ਇਸ਼ਰਤ ਹੈ ਅਤੇ ਸਰੀਰ ਦੀ ਲਿੰਬ ਪੋਚੀ ਹੈ, ਇਹਦੇ ਵਿੱਚ ਹੀ ਅਸੀਂ ਉਲਝੇ ਹੋਏ ਹਾਂ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਆਪਣੇ ਆਪੇ ਨੂੰ ਨਹੀਂ ਪਛਾਣਦਾ ਵੀ ਮੈਂ ਤਾਂ ਪਰਮਾਤਮਾ ਦੀ ਅੰਸ਼ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਣੇ ਮੂਲ ਨੂੰ ਨਹੀਂ ਜੋ ਪਛਾਣਦਾ, ਆਪਣੇ ਆਪੇ ਨੂੰ ਨਹੀਂ ਪਛਾਣਦਾ ਵੀ ਜਿਵੇਂ ਬੁੱਲੇ ਨੇ ਕਿਹਾ, ਬੁੱਲਾ ਕੀ ਜਾਣਾ ਮੈਂ ਕੌਣ। ਸੋ ਇਸ ਪ੍ਰਕਾਰ ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ। ਇਹ ਜੀਵ ਸੁਣ, ਤੂੰ ਕੌਣ ਹੈ, ਕਿੱਥੋਂ ਆਇਆ, ਕਿਸ ਵਾਸਤੇ ਆਇਆ। ਕਦੇ ਪ੍ਰਸ਼ਨ ਨਹੀਂ ਜਨਮ ਲੈਂਦੇ ਤੇਰੇ ਅੰਦਰ। ਆਪ ਨਾ ਪਛਾਣਈ, ਆਪਣੇ ਆਪ ਨੂੰ, ਆਪਣੇ ਅਸਲ ਸਰੂਪ ਨੂੰ ਜੋ ਨਹੀਂ ਪਛਾਣਦਾ, ਸੋ ਕਹੀ ਹੈ ਦੇਵਾਨਾ। ਦੇਵਾਨਾ ਦਾ ਅਰਥ ਹੈ ਪਾਗਲ, ਭਾਵ ਉਹ ਬਾਵਲਾ ਹੈ, ਉਹ ਪਾਗਲ ਹੈ। ਉਹਨੂੰ ਕਹੀਦਾ ਹੈ, ਕਹਿਣਾ ਬਣਦਾ ਹੈ ਕਿ ਉਹ ਦੇਵਾਨਾ ਹੈ, ਉਹ ਪਾਗਲ ਹੈ, ਬੇਸਮਝ ਹੈ, ਬੌਲਾ ਹੈ, ਝੱਲਾ ਹੈ। ਕਲਹ ਬੁਰੀ ਸੰਸਾਰ ਵਾਦੇ ਖਪੀ ਹੈ। ਕਲਹ ਦਾ ਅਰਥ ਹੈ ਜਿਹੜਾ ਝਗੜਾ ਝਾਂਜਾ ਹੈ, ਸ਼ਾਂਤੀ ਜਿੱਥੇ ਨਾ ਰਹੇ, ਉਹ ਜਿਹੜੀ ਕਲਹ ਲੜਾਈ ਹੈ, ਬਿਖਾਂਦ ਹੈ, ਉਹ ਬਹੁਤ ਬੁਰੀ ਹੈ। ਸੰਸਾਰ ਦੇ ਅੰਦਰ ਝਗੜੇ ਝਾਂਜੇ ਪਏ ਹੋਏ ਨੇ। ਵਾਦੇ ਖਪੀ ਹੈ, ਜਿਹੜੇ ਵਾਦ ਨੇ, ਝਗੜੇ, ਬਹਿਸਾਂ ਵਬਹਿਸੇ, ਵਤੰਡਾਵਾਦ ਕਰਨਾ, ਇਹਦੇ ਵਿੱਚ ਖਪ ਜਾਈਦਾ। ਖਪਣ ਤੋਂ ਬਗੈਰ ਹੋਰ ਨਿਕਲਦਾ ਕੁਛ ਨਹੀਂ। ਇਸ ਪ੍ਰਕਾਰ ਵਾਦ ਝਗੜੇ ਜਿਹੜੇ ਹਨ, ਇਹਨਾਂ ਵਿੱਚ ਖਪ ਜਾਈਦਾ। ਸੰਸਾਰ ਖਪਦਾ ਪਿਆ। ਵਿਣ ਨਾਵੈ ਵੇਕਾਰ ਭਰਮੇ ਪਚੀ ਹੈ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਗੈਰ ਸਭ ਕੁਝ ਬੇਕਾਰ ਵਿਅਰਥ ਦੀਆਂ ਕਾਰਾਂ ਹਨ। ਬੇਕਾਰ, ਔਰ ਬੇਕਾਰ ਦਾ ਅਰਥ ਵਿਕਾਰ ਜਿਹੜੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਨੇ। ਵਾਹਿਗੁਰੂ ਦੇ ਨਾਮ ਤੋਂ ਬਗੈਰ ਵਿਕਾਰਾਂ ਵਿੱਚ ਹੀ ਜੀਵ ਗਰਸਿਆ ਰਹਿੰਦਾ ਹੈ ਤੇ ਭਰਮੇ ਪਚੀ ਹੈ। ਭਰਮ ਦੇ ਵਿੱਚ ਹੀ ਪਚੀਆ ਖੁਆਰ ਹੋਈਦਾ ਹੈ। ਭਟਕਣਾ 'ਚ ਪੈ ਕੇ ਖੁਆਰ ਹੋਣਾ ਪੈਂਦਾ ਜੀਵ ਨੂੰ ਵਾਹਿਗੁਰੂ ਦੇ ਨਾਮ ਤੋਂ ਬਗੈਰ। ਰਾਹ ਦੋ ਹੈ ਇੱਕ ਜਾਣਾ ਸੋਈ ਸਿੱਝ ਸੀ। ਸੰਸਾਰ ਦੇ ਅੰਦਰ ਦੋ ਰਾਹ ਹਨ, ਇੱਕ ਵਾਹਿਗੁਰੂ ਦੇ ਨਾਮ ਦਾ, ਨਿਰੰਕਾਰ ਦਾ, ਇੱਕ ਸੰਸਾਰ ਦਾ। ਇੱਕ ਪਰਮੇਸ਼ਰ ਬ੍ਰਹਮ ਦੀ ਪ੍ਰਾਪਤੀ ਵਾਲਾ ਰਾਹ ਹੈ, ਇੱਕ ਮਾਇਆ ਵਾਲਾ। ਇੱਕ ਮਨਮੁਖਾਂ ਵਾਲਾ ਰਾਹ ਹੈ, ਇੱਕ ਗੁਰਮੁਖਾਂ ਵਾਲਾ, ਇੱਕ ਸਨਮੁਖਾਂ ਵਾਲਾ ਤੇ ਬੇਮੁਖਾਂ ਵਾਲਾ। ਸੋ ਇਸ ਪ੍ਰਕਾਰ ਰਾਹ ਦੋ ਹਨ। ਜੰਝ ਕਹਿ ਲਓ ਮੁਸਲਮਾਨ ਤੇ ਸਨਾਤਨੀ, ਦੋ ਰਾਹ ਚੱਲੇ ਨੇ ਵੱਖਰੇ ਵੱਖਰੇ ਪਰਮਾਰਥ ਦੇ, ਧਰਮ ਵੱਖਰੇ ਵੱਖਰੇ ਨਾ। ਤੇ ਜਿਹੜਾ ਇੱਕ ਜਾਣਾ, ਸਾਰਿਆਂ ਰਾਹਾਂ ਦਾ ਮੂਲ ਮੁੱਢ ਪਰਮੇਸ਼ਰ ਇੱਕ ਨੂੰ ਜਿਹੜਾ ਜਾਣ ਲੈਂਦਾ ਕਿ ਵਾਹਿਗੁਰੂ ਹੀ ਹੈ ਸਭਨਾਂ ਦੇ ਉੱਪਰ, ਸਾਰਿਆਂ ਜੀਆਂ ਨੂੰ ਇੱਕ ਨੇ ਹੀ ਪੈਦਾ ਕੀਤਾ, ਸਾਰਿਆਂ ਦਾ ਮਾਲਕ ਇੱਕ ਹੀ ਹੈ। ਜਾਂ ਪ੍ਰਵਿਰਤੀ ਤੇ ਨਿਰਵਿਰਤੀ ਦੋ ਮਾਰਗ ਨੇ। ਇੱਕ ਨਿਵਿਰਤੀ, ਘਰ-ਬਾਰ ਸਭ ਕੁਝ ਦੁਨੀਆ ਸਰੀਰਕ ਤੌਰ 'ਤੇ ਛੱਡ ਕੇ ਜੰਗਲਾਂ 'ਚ ਰਹਿਣਾ। ਇੱਕ ਪ੍ਰਵਿਰਤੀ ਹੈ ਸੰਸਾਰ ਗ੍ਰਸਤ ਵਿੱਚ ਰਹਿਣਾ। ਪਰ ਇਹਨਾਂ ਦੋਹਾਂ ਰਾਹਾਂ ਵਿੱਚ ਜਿਹੜਾ ਇੱਕ ਪਰਮੇਸ਼ਰ ਨੂੰ ਜਾਣਦਾ ਹੈ, ਚਾਹੇ ਪ੍ਰਵਿਰਤੀ ਹੋਵੇ ਚਾਹੇ ਨਿਰਵਿਰਤੀ ਪੱਖ ਵਾਲਾ ਹੋਵੇ, ਜਿਹੜਾ ਇੱਕ ਨੂੰ ਜਾਣ ਲੈਂਦਾ। ਜੇ ਸਰੀਰਕ ਤੌਰ 'ਤੇ ਤਿਆਗ ਕੀਤਾ ਤੇ ਇੱਕ ਵਾਹਿਗੁਰੂ ਨਾਲ ਜੁੜਿਆ ਹੋਇਆ ਹੀ ਨਹੀਂ, ਪਰਮਾਤਮਾ ਨੂੰ ਜਾਣਦਾ ਹੀ ਨਹੀਂ, ਉਹਦਾ ਵੀ ਜੀਵਨ ਵਿਅਰਥ ਹੈ। ਤੇ ਜਿਹੜਾ ਪ੍ਰਵਿਰਤੀ ਵਿੱਚ ਸੰਸਾਰ ਵਿੱਚ ਖਚਤ ਹੋ ਗਿਆ ਹੈ, ਧੰਦਿਆਂ ਵਿੱਚ ਹੀ, ਮਾਇਆ ਵਿੱਚ ਹੀ, ਉਹ ਵੀ ਨਹੀਂ ਕੁਛ ਪ੍ਰਾਪਤ ਕਰ ਸਕਦਾ। ਰਾਹ ਦੋ ਹੈ ਇੱਕ ਜਾਣਾ, ਜਿਹੜਾ ਇੱਕ ਪਰਮੇਸ਼ਰ ਨੂੰ ਜਾਣ ਲੈਂਦਾ ਸੋਈ ਸਿੱਝ ਸੀ। ਉਹੀ ਸਫਲ ਹੁੰਦਾ, ਉਹੀ ਸਿੱਝਣਾ ਹੁੰਦਾ, ਕਾਮਯਾਬ ਹੋਣਾ, ਸਫਲਤਾ ਦੀ ਪੌੜੀ 'ਤੇ ਚੜ੍ਹ ਜਾਣਾ, ਮੰਜ਼ਿਲ 'ਤੇ ਪਹੁੰਚ ਜਾਣਾ, ਇਹ ਹੈ ਸਿੱਝ ਜਾਣਾ। ਉਹੀ ਕਾਮਯਾਬ ਹੋਵੇਗਾ, ਉਹਦਾ ਜੀਵਨ ਸਫਲਾ ਹੋਵੇਗਾ ਜਿਹੜਾ ਇੱਕ ਪਰਮੇਸ਼ਰ ਨੂੰ ਜਾਣ ਲੈਂਦਾ। ਕੁਫਰ ਗੋ ਕੁਫਰਾਣਾ ਪਿਆ ਦਜਸੀ। ਜਿਹੜਾ ਵਿਅਕਤੀ ਕੁਫਰ ਵਿੱਚ ਪਿਆ ਹੋਇਆ, ਕੁਫਰ ਹੈ ਨਾਸਵੰਤ ਸੰਸਾਰ। ਕੁਫਰ ਦਾ ਅਰਥ ਝੂਠ ਹੈ, ਝੂਠਾ ਸਾਰਾ ਸੰਸਾਰ ਹੈ, ਪਦਾਰਥ ਹਨ, ਸਭ ਕੁਛ ਨਾਸਵੰਤ ਹੈ। ਔਰ ਇਸ ਕੁਫਰ ਦੇ ਵਿੱਚ ਪਿਆ ਹੋਇਆ ਕੁਫਰ ਗੋ, ਝੂਠ ਹੀ ਬੋਲਦਾ ਹੈ, ਸੱਚ ਸਰੂਪ ਪਰਮੇਸ਼ਰ ਦੇ ਸੱਚ ਨਾਮ ਨੂੰ ਨਹੀਂ ਬੋਲਦਾ। ਝੂਠੀਆਂ ਹੀ ਗੱਲਾਂ, ਨਿੰਦਿਆ, ਚੁਗਲੀ ਤੇ ਧੰਦੇ ਦੀਆਂ ਗੱਲਾਂ, ਦਿਨੇ ਰਾਤ ਝੂਠ ਵਿੱਚ ਹੀ ਖਚਤ ਹੋਇਆ ਰਹਿੰਦਾ। ਸੋ ਇਸ ਪ੍ਰਕਾਰ ਕੁਫਰਾਣਾ, ਕੁਫਰ ਆਣਾ, ਕੁਫਰ ਦਾ ਘਰ ਬਣਿਆ ਹੋਇਆ। ਕੁਫਰ ਗੋ ਬੋਲਦਾ ਹੈ, ਗੋ ਗੁਫ਼ਤਗੂ, ਗੋਏ ਬੋਲਣਾ ਫਾਰਸੀ। ਤੇ ਇਸ ਤਰ੍ਹਾਂ ਕੁਫਰ ਦੇ ਘਰ ਵਿੱਚ ਪਿਆ ਹੋਇਆ ਦਜ ਸੀ, ਸੜ ਫਲ ਜਾਏਗਾ, ਜਲ ਜਾਏਗਾ, ਬਰਬਾਦ ਹੋ ਜਾਏਗਾ। ਜਿਵੇਂ ਬਚਨ ਹਨ ਕਿ ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਪਵਹਿ ਦਜਹਿ ਨਾਨਕਾ ਤਰੀਐ ਕਰਮੀ ਲੱਗ। ਸੋ ਹੰਸ ਹਿੰਸਾ ਕਰਨੀ, ਕਤਲੇਆਮ, ਧਨ ਪਦਾਰਥ ਵਾਸਤੇ ਲੋਕ ਬੰਦਾ ਮਾਰ ਦਿੰਦੇ ਨੇ। ਹੇਤ ਮੋਹ 'ਚ ਗਲਤਾਨ ਹੋਣਾ, ਇਕਨਾਂ ਨਾਲ ਦਵੈਤ ਹੈ, ਹੋਰਨਾਂ ਨਾਲ ਤੇ ਜਿਹਨਾਂ ਨੂੰ ਆਪਣੇ ਸਮਝਦਾ ਉਹਨਾਂ ਨਾਲ ਮੋਹ ਹੈ। ਲੋਭ ਪਦਾਰਥਾਂ ਨੂੰ ਜਮ੍ਹਾਂ ਕਰਨ ਦਾ ਤੇ ਕੋਪ ਕ੍ਰੋਧ, ਇਹ ਚਾਰ ਅੱਗ ਦੀਆਂ ਨਦੀਆਂ ਵਗ ਰਹੀਆਂ। ਹਜ਼ੂਰ ਕਹਿੰਦੇ ਪਵਹਿ ਦਜਹਿ ਨਾਨਕਾ ਤਰੀਐ ਕਰਮੀ ਲੱਗ। ਜਿਹੜੇ ਇਹਨਾਂ ਨਦੀਆਂ 'ਚ ਪੈ ਜਾਂਦੇ ਹਨ ਉਹ ਦਜਹਿ ਸੜ ਜਾਂਦੇ ਹਨ। ਤਰਿਆ ਜਾ ਸਕਦਾ, ਤਰੀ ਦਾ ਹੈ ਨਿਸ਼ਕਾਮ ਕਰਮਾਂ, ਭਗਤੀ ਵਾਲੇ ਕਰਮਾਂ 'ਚ ਲੱਗ ਕੇ। ਹੁਣ ਹਜ਼ੂਰ ਕਹਿੰਦੇ ਨੇ ਸਭ ਦੁਨੀਆ ਸੁਭਾਨ ਸੱਚ ਸਮਾਈ ਹੈ। ਜੇ ਸੱਚ ਸਰੂਪ ਵਾਹਿਗੁਰੂ ਦੇ ਸੱਚੇ ਨਾਮ ਵਿੱਚ ਸਮਾ ਜਾਈਏ ਨਾ, ਲੀਨ ਹੋ ਜਾਈਏ, ਸੱਚੇ ਪਰਮਾਤਮਾ ਨੂੰ ਜਾਣ ਲਈ ਉਹਦੇ 'ਚ ਲੀਨ ਹੋ ਜਾਈਏ, ਸਾਰੀ ਕੁਦਰਤ ਵਿੱਚ ਵਸਿਆ ਹੋਇਆ, ਤੇ ਫਿਰ ਸਭ ਦੁਨੀਆ ਸੁਭਾਨ, ਸਾਰੀ ਦੁਨੀਆ ਹੀ ਸੁਭਾਨ, ਮੈਨੇ ਸੋਹਣੀ, ਸੁੰਦਰ, ਬਹੁਤ ਵਧੀਆ ਲੱਗਦੀ ਹੈ। ਫਿਰ ਸਾਰੀ ਦੁਨੀਆ ਚੰਗੀ ਹੈ। ਜਿਵੇਂ ਕਿਹਾ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਬਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਜਿਹਨੂੰ ਵਾਹਿਗੁਰੂ ਜੀ ਦਾ ਗਿਆਨ ਪ੍ਰਾਪਤ ਹੋ ਜਾਏ ਉਹਦੇ ਵਾਸਤੇ ਸਾਰੀ ਦੁਨੀਆ ਸੁਭਾਨ, ਸ਼ੋਭਨੀਕ, ਸੁੰਦਰ ਹੈ। ਸਿੱਝੈ ਦਰ ਦੀਵਾਨ ਆਪ ਗਵਾਈਐ। ਜਿਹੜਾ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਗਵਾ ਲੈਂਦਾ ਹੈ, ਜੇ ਗਵਾ ਦੀ ਆਪਣੇ ਅੰਦਰੋਂ
ਜਿਹੜਾ ਗਵਾ ਲੈਂਦਾ ਸਿੱਝੈ ਦਰ ਦੀਵਾਨ। ਦੀਵਾਨ ਦਰਬਾਰ ਆ ਜਿਹੜਾ ਪਰਮੇਸ਼ਰ ਦਾ, ਉਸ ਦਰਬਾਰ ਦੇ ਦਰ ਦਰਵਾਜ਼ੇ 'ਚ ਉਹ ਸਿੱਝੈ ਕਾਮਯਾਬ ਹੋ ਕੇ ਪਹੁੰਚਦਾ ਹੈ, ਸੁਰਖਰੂ ਹੁੰਦਾ ਹੈ ਉਸ ਦਰਵਾਜ਼ੇ 'ਤੇ। ਉਸ ਦਰਬਾਰ ਦੇ ਦਰਵਾਜ਼ੇ ਵਿੱਚ ਉਹ ਸੁਰਖਰੂ ਹੋ ਕੇ ਲੰਘਦਾ। ਮਹੱਲਾ ਪਹਿਲਾ ਸ਼ਲੋਕ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਸ਼ਲੋਕ ਉਚਾਰਦੇ ਹਨ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਮਹਾਰਾਜ ਕਹਿੰਦੇ ਉਹੀ ਜੀਵ, ਉਹੀ ਮਨੁੱਖ ਅਸਲ ਜ਼ਿੰਦਗੀ ਜੀਵਿਆ ਹੈ। ਮਤਲਬ ਆਤਮਿਕ ਜੀਵਨ ਉਹਨੇ ਜੀਵਿਆ ਜਿਸ ਮਨ ਵਸਿਆ ਸੀ। ਜਿਸ ਦੇ ਮਨ ਅੰਦਰ ਸੋਏ ਉਹ ਪਰਮਾਤਮਾ ਵਸਿਆ ਹੋਇਆ ਹੈ। ਜੇ ਪਰਮਾਤਮਾ ਦੀ ਯਾਦ ਹੈ ਸਾਡੇ ਹਿਰਦੇ 'ਚ, ਫਿਰ ਹੀ ਅਸੀਂ ਮਨੁੱਖ ਕਹਾਉਣ ਦੇ ਯੋਗ ਹਾਂ। ਸਭ ਕੁਝ ਜਾਣਦੇ ਬੁੱਝਦੇ ਲੋਕਾਂ ਨੂੰ ਜਾਂਦੇ ਵੇਖ ਰਹੇ ਹਾਂ ਵੀ ਇੱਥੇ ਕੋਈ ਸਥਿਰਤਾ ਹੈ ਨਹੀਂ, ਤੇ ਫਿਰ ਵੀ ਸਾਡੇ ਮਨ 'ਚ ਸੰਸਾਰ ਹੀ ਵਸਿਆ ਰਹਿੰਦਾ। ਇਹ ਅਗਿਆਨਤਾ ਜ਼ਿਆਦਾ ਫੈਲੀ ਹੋਈ ਹੈ। ਹਜ਼ੂਰ ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸ। ਜਿਸ ਦੇ ਮਨ ਅੰਦਰ ਸੋਏ ਉਹ ਪਰਮਾਤਮਾ ਵਸਿਆ ਹੋਇਆ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹ ਜੀਤ। ਜਿਸ ਦੇ ਚਿੱਤ ਵਿੱਚ ਨਾਰਾਇਣ ਆ ਤੇ ਕਰੋੜਾਂ ਵਿੱਚੋਂ ਕੋਈ ਕਹਿੰਦੇ ਸਾਰਿਆਂ ਦੇ ਮਨਾਂ 'ਚ ਸੰਸਾਰ ਹੀ ਵਸਿਆ ਰਹਿੰਦਾ ਹੈ। ਉਹ ਜੀਵਿਆ ਅਸਲੀ ਜ਼ਿੰਦਗੀ ਨੂੰ, ਆਤਮਿਕ ਜੀਵਨ ਉਹਨੇ ਜੀਵਿਆ ਹੈ। ਨਾਨਕ ਅਵਰ ਨਾ ਜੀਵੈ ਕੋਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬਾਕੀ ਸਾਰਾ ਸੰਸਾਰ ਜਿਉਂਦਾ ਜਾਗਦਾ ਤੁਸੀਂ ਵੇਖ ਰਹੇ ਹੋ ਨਾ, ਇਹਨਾਂ 'ਚ ਕੋਈ ਵੀ ਨਹੀਂ ਜਿਉਂਦਾ ਹੈ, ਸਾਰੇ ਮਰੇ ਹੋਏ ਨੇ। ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ, ਜਿਤ ਰਾਮ ਨਾਮ ਨਹੀਂ ਵਸਿਆ। ਜਿਸ ਸੰਸਾਰ ਦੇ ਬੰਦੇ ਦੇ ਮਨ ਅੰਦਰ ਰਾਮ ਦਾ ਨਾਮ ਨਹੀਂ ਵਸਿਆ, ਇਹ ਸਾਰਾ ਜਗਤ ਮਿਰਤਕ ਮੜਾ ਹੈ। ਇਹ ਸਰੀਰ ਜਿੰਨੇ ਵੀ ਦਿਖਾਈ ਦਿੰਦੇ ਨੇ ਇਹ ਮਿਰਤਕ ਮੁਰਦਿਆਂ ਦੀਆਂ ਮੜੀਆਂ ਹਨ। ਇਹ ਮੁਰਦੇ ਹੀ ਤੁਰੇ ਫਿਰਦੇ ਨੇ, ਜਿਉਂਦੇ ਨਹੀਂ ਹਨ। ਸੋ ਇਸ ਪ੍ਰਕਾਰ ਭਾਵੇਂ ਉਹਨਾਂ ਨੂੰ ਆਤਮਿਕ ਜੀਵਨ ਨਹੀਂ ਮਿਲਿਆ। ਨਾਨਕ ਅਵਰ ਨਾ ਜੀਵੈ ਕੋਈ। ਹੋਰ ਕੋਈ ਵੀ ਨਹੀਂ ਜਿਉਂਦਾ ਹੈ, ਸਭ ਮੁਰਦਾ ਹੀ ਹਨ। ਜੇ ਜੀਵੈ ਪਤ ਲੱਥੀ ਜਾਏ। ਜੇ ਜਿਉਂਦਾ ਮਨੁੱਖ ਇਸ ਧਰਤੀ 'ਤੇ ਤੇ ਜਦੋਂ ਜਾਏਗਾ ਵਾਹਿਗੁਰੂ ਦੇ ਦਰ 'ਤੇ ਇੱਜ਼ਤ ਲੱਥਿਆ ਹੋਇਆ ਜਾਏਗਾ। ਪਤ ਲੱਥੀ 'ਤੇ ਜਾਏਗਾ ਨਾ, ਇੱਜ਼ਤ ਨਾਲ ਲੈ ਕੇ ਨਹੀਂ ਜਾਏਗਾ। ਉੱਥੇ ਇੱਜ਼ਤ ਤਾਂ ਸਿਮਰਨ ਵਾਲਿਆਂ ਦੀ ਹੋਣੀ ਹੈ, ਬਾਕੀਆਂ ਦੀ ਤੇ ਕਦਰ ਨਹੀਂ ਨਾ ਪੈਣੀ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋ ਇਸ ਪ੍ਰਕਾਰ ਸੇਵਕ ਦਰਗਹਿ ਸੁਰਖਰੂ ਬੇਮੁਖ ਮੁਖ ਕਾਲਾ। ਇੱਜ਼ਤ ਤੇ ਉੱਥੋਂ ਦੀ ਗੱਲ ਆ ਨਾ। ਇੱਜ਼ਤ ਤੇ ਜੇ ਉੱਥੇ ਹੋਈ ਤੇ ਇੱਜ਼ਤ, ਜੇ ਉੱਥੇ ਇੱਜ਼ਤ ਨਾ ਹੋਈ ਤੇ ਇੱਥੇ ਵਾਲੀ ਇੱਜ਼ਤ ਤੇ ਕੋਈ ਮਾਇਨੇ ਨਹੀਂ ਰੱਖਦੀ। ਇੱਥੋਂ ਤੇ ਖਾਕ ਹੋ ਕੇ ਜਾਣਾ, ਸਰੀਰ ਖਾਕ ਹੋ ਜਾਣਾ, ਇੱਜ਼ਤ ਮਿੱਟੀ 'ਚ ਮਿਲ ਜਾਣੀ, ਕੁਛ ਰਹਿਣੇ ਨਹੀਂ ਪੱਲੇ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤਾ ਕਿਛ ਖਾਏ। ਜੇ ਮਨੁੱਖ ਆਪਣੀ ਇੱਜ਼ਤ ਨਹੀਂ ਬਣਾ ਸਕਿਆ, ਦਰਗਾਹ ਵਿੱਚ ਜਾਣ ਲਈ ਇੱਜ਼ਤ ਨਹੀਂ ਬਣਾ ਸਕਿਆ, ਤੇ ਸਭ ਕੁਝ ਹਰਾਮ ਹੈ ਇਸ ਦਾ ਜੋ ਕੁਛ ਵੀ ਇਹ ਖਾਂਦਾ ਹੈ। ਯਾਨੀ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਜੋ ਕੁਝ ਜੀਵ ਅਸੀਂ ਖਾਂਦੇ ਹਾਂ ਇਹ ਸਾਰਾ ਕੁਝ ਹਰਾਮ ਹੈ, ਬਗਾਨਾ ਹੱਕ ਸਮਝੋ। ਤਿਨ ਕਾ ਖਾਧਾ ਪੈਦਾ ਮਾਇਆ, ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਤਿਨ ਕੇ ਤੁਰੇ ਜੀਨ ਖੁਰਗੀਰ, ਸਭ ਪਵਿੱਤ ਹੈ ਜਿਤ ਰਾਮ ਨਾਮ ਚੜ ਜਾਤੇ। ਇਤਿਆਦਿਕ ਵਚਨ ਹਜ਼ੂਰ ਨੇ ਕਹੇ ਨੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਉਹਨਾਂ ਦਾ ਖਾਧਾ ਪੀਤਾ ਮਾਇਆ ਸਾਰਾ ਕੁਛ ਭੋਗਿਆ ਪਵਿੱਤਰ ਹੁੰਦਾ ਜੋ ਪਰਮਾਤਮਾ ਦੇ ਨਾਮ 'ਚ ਰੰਗੇ ਹੋਏ ਨੇ। ਜੋ ਵਾਹਿਗੁਰੂ ਦਾ ਨਾਮ ਨਹੀਂ ਉਚਾਰਨ ਕਰਦੇ, ਉਹ ਜੋ ਕੁਛ ਵੀ ਜੀਵ ਖਾਂਦਾ ਸਾਰਾ ਕੁਝ ਹਰਾਮ ਹੈ, ਵਿਅਰਥ ਹੈ, ਪਾਪ ਹੈ ਜੋ ਖਾ ਰਿਹਾ। ਰਾਜ ਰੰਗ ਮਾਲ ਰੰਗ। ਜਿਸ ਦੇ ਮਨ ਨੂੰ ਰਾਜ ਭਾਗਦਾ, ਰਾਜ ਸੀ ਸਵਾ, ਰਾਜ ਦਾ ਰੰਗ ਹੈ, ਪ੍ਰੇਮ ਹੈ ਜਾਂ ਰਾਜ ਵਿੱਚ ਹੀ ਆਨੰਦ ਸਮਝਿਆ ਜਿਸ ਨੇ। ਮਾਲ ਰੰਗ ਤੇ ਮਾਲ ਹਾਥੀ ਘੋੜੇ ਧਨ ਦੌਲਤ ਆਦਿਕ ਜਿਹੜਾ ਇਹ ਰੰਗ ਹੈ, ਇਹਦੇ ਵਿੱਚ ਆਨੰਦ ਲੈ ਰਿਹਾ ਜੀਵ। ਰੰਗ ਰੱਤਾ ਨੱਚਿਆ ਨੰਗ। ਇਸ ਰੰਗ ਵਿੱਚ ਸੰਸਾਰ ਦੇ ਮੋਹ ਦੇ ਰੰਗ ਵਿੱਚ, ਪਦਾਰਥਾਂ ਦੇ ਰੰਗ ਆਨੰਦ ਵਿੱਚ ਰੱਤਾ ਹੋਇਆ, ਰੰਗਿਆ ਹੋਇਆ। ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਕਬੀਰ ਜੀ ਨੇ ਕਿਹਾ। ਮਿੱਟੀ ਦਾ ਪੁਤਲਾ ਕਹਿੰਦੇ ਵੇਖੋ ਕੈਸੇ ਨੱਚਦਾ ਫਿਰਦਾ। ਦੇਖਿਆ ਦੇਖਿਆ ਸੁਣੈ ਬੋਲੇ ਦੌਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹ ਸਾਡਾ ਨੱਚਣਾ ਹੈ। ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਦੇ ਰੰਗ ਪ੍ਰੇਮ ਆਨੰਦ ਜਿਹਨੂੰ ਸਮਝਿਆ ਇਹਦੇ ਵਿੱਚ ਰੱਤਾ ਹੋਇਆ, ਇਹ ਨੰਗ ਬੰਦਾ। ਸੋ ਇਸ ਪ੍ਰਕਾਰ ਇਹ ਨੰਗ ਹੀ ਆ, ਇਹਦੇ ਪੱਲੇ ਹੈ ਕੁਛ ਨਹੀਂ ਹੈ। ਇਹ ਨੱਚਦਾ ਪਿਆ ਹੈ, ਇਹ ਨੰਗ ਪਰ ਖੁਸ਼ ਬੜਾ ਹੋ ਕੇ ਨੱਚਦਾ ਪਿਆ।
ਨਾਨਕ ਠੱਗਿਆ ਮੁੱਠਾ ਜਾਏ, ਵਿਣ ਨਾਵੈ ਪਤ ਗਿਆ ਗਵਾਏ। ਹਜ਼ੂਰ ਕਹਿੰਦੇ ਨੇ ਅਜਿਹਾ ਵਿਅਕਤੀ ਜਿਹੜਾ ਵਾਹਿਗੁਰੂ ਦੇ ਸਿਮਰਨ ਤੋਂ ਖਾਲੀ ਹੈ, ਉਹ ਠੱਗਿਆ ਤੇ ਲੁੱਟਿਆ ਜਾ ਰਿਹਾ। ਉਹ ਠੱਗਿਆ ਜਾ ਕੇ, ਮੁੱਠਾ ਮੁੱਸਾ ਲੁੱਟਿਆ ਜਾ ਕੇ ਤੇ ਇੱਥੋਂ ਜਾਏਗਾ ਪਰਲੋਕ ਨੂੰ। ਵਿਣ ਨਾਵੈ ਪਤ ਗਿਆ ਗਵਾਏ। ਵਾਹਿਗੁਰੂ ਦੇ ਨਾਮ ਤੋਂ ਬਗੈਰ ਪਤ ਨਾ ਰਹੀ ਉਸਦੀ। ਪਰਮਾਤਮਾ ਦੇ ਨਾਮ ਤੋਂ ਸਖਣਾ ਰਿਹਾ ਤੇ ਆਪਣੀ ਪਤ ਇੱਜ਼ਤ ਗਵਾ ਕੇ ਚਲਾ ਗਿਆ, ਖਾਲੀ ਲਾਭ ਕੋਈ ਨਾ ਖਟਿਆ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਗਲਾ ਸ਼ਲੋਕ ਉਚਾਰਦੇ ਹਨ ਇਸ ਪੌੜੀ ਨਾਲ ਦਾ। ਕਿਆ ਖਾਧੈ ਕਿਆ ਪੈਦਾ ਹੋਏ, ਬਹੁਤੇ ਪਦਾਰਥ ਖਾਣ ਨਾਲ ਕੀ ਬਣ ਜਾਏਗਾ। ਬਹੁਤੇ ਵੰਨ ਸੁਵੰਨੇ ਮਹਿੰਗੇ ਮਹਿੰਗੇ ਮਖਮਲੀ ਅਨੇਕਾਂ ਤਰ੍ਹਾਂ ਦੇ ਕੱਪੜੇ ਜਿਹੜੇ ਅਸੀਂ ਰੰਗ ਬਿਰੰਗੇ ਪਹਿਨਦੇ ਹਾਂ, ਅਤੇ ਅੱਜ ਇਹ ਪਾਇਆ, ਹੁਣ ਕੱਲ੍ਹ ਨੂੰ ਹੋਰ ਕਿਸੇ ਰੰਗ ਦਾ ਪਾਉਣਾ, ਪਰਸੋਂ ਹੋਰ ਤਰ੍ਹਾਂ ਦਾ ਪਾਉਣਾ। ਜੇ ਇਸ ਤਰ੍ਹਾਂ ਢੇਰਾਂ ਦੇ ਢੇਰ ਲਾ ਲਈਏ, ਪੁਸ਼ਾਕਾਂ ਟੰਗ ਲਈਏ ਲਿਆ ਕੇ, ਇੰਨੀ ਮਾਇਆ ਕੋਲ ਇੰਨਾ ਕੁਛ ਹੋਵੇ ਸਾਡੇ ਕੋਲ, ਤਾਂ ਮਾਰੇ ਕਹਿੰਦੇ ਅੰਤ ਨੂੰ ਹੋਵੇਗਾ ਕੀ। ਬਹੁਤਾ ਵੰਨ ਸੁਵੰਨੇ ਪਦਾਰਥ ਖਾਣ ਨਾਲ ਕੀ ਹੋ ਜਾਏਗਾ। ਇਹੀ ਉਪਦੇਸ਼ ਔਰੰਗਜ਼ੇਬ ਦੇ ਪ੍ਰਤੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਵਿਖੇ ਉਚਾਰਨ ਕੀਤਾ ਸੀ। ਉਹ ਕਹਿੰਦਾ ਅਸੀਂ ਦਰਸ਼ਨ ਕਰਨੇ, ਹਜ਼ੂਰ ਦਰਸ਼ਨਾਂ ਦੀ ਆਗਿਆ ਨਹੀਂ ਸੀ ਦਿੰਦੇ। ਫਿਰ ਕਹਿਣ ਲੱਗਾ ਉਪਦੇਸ਼ ਤਾਂ ਦੇ ਦਿਓ। ਹਮਾਰੇ ਕਹਿੰਦੇ ਹਾਂ ਉਪਦੇਸ਼ ਦਾ ਹਰ ਕੋਈ ਅਧਿਕਾਰੀ ਹੈ, ਜੇ ਕੋਈ ਸੁਣ ਲਵੇ ਕਮਾ ਲਵੇ ਤੇ ਭਲਾ ਹੋ ਜਾਏਗਾ। ਤਾਂ ਫਿਰ ਇਹ ਬਚਨ ਉਚਾਰਨ ਕੀਤੇ ਸਨ। ਕਿਆ ਖਾਧਾ ਕਿਆ ਪੈਦਾ ਹੋਏ, ਕੀ ਖਾਣ ਨਾਲ ਹੋ ਜਾਏਗਾ ਤੇ ਕੀ ਬਹੁਤੀਆਂ ਪੁਸ਼ਾਕਾਂ ਵੰਨ ਸਵੰਨੀਆਂ ਪਹਿਨਣ ਨਾਲ ਹੋ ਜਾਏਗਾ। ਜਾਂ ਮਨ ਨਾ ਹੀ ਸੱਚਾ ਸੋਏ, ਜਾਂ ਜਦੋਂ ਮਨ ਦੇ ਵਿੱਚ ਸੱਚ ਸਰੂਪ ਉਹ ਪਰਮਾਤਮਾ ਹੀ ਨਹੀਂ ਵਸਿਆ ਹੋਇਆ, ਵਾਹਿਗੁਰੂ ਦਾ ਨਾਮ ਹੀ ਹਿਰਦੇ 'ਚ ਹੈ ਨਹੀਂ, ਵਾਹਿਗੁਰੂ ਦੀ ਯਾਦ ਹੀ ਹੈ ਨਹੀਂ, ਤੇ ਸਰੀਰ ਤਾਂ ਖਾਕ ਹੋ ਜਾਣਾ। ਇਸ ਸਰੀਰ ਨੂੰ, ਇਸ ਨੂੰ ਕੂੜ ਬੋਲ ਕੇ ਖਵਾਲੀ ਹੈ ਜੇ ਚੱਲਦਿਆਂ ਨਾਲ ਨਾ ਜਾਏ। ਇਹ ਦੇਹ ਜਦੋਂ ਜਾਣਾ ਅਸੀਂ, ਇਹ ਦੇਹ ਤਾਂ ਨਾਲ ਨਹੀਂ ਜਾਣੀ। ਇਹਨੂੰ ਪਾਲਣ ਪੋਸ਼ਣ ਵਿੱਚ ਤੇ ਵੰਨ ਸਵੰਨੇ ਰਸਦਾਇਕ ਪਦਾਰਥ ਖਵਾਉਣ 'ਚ ਲੱਗ ਜਾਂਦੇ ਆਪਾਂ, ਅਤੇ ਇਹਦੇ 'ਤੇ ਸੋਹਣੇ ਸੋਹਣੇ ਕੱਪੜੇ ਪਹਿਨ ਕੇ ਵਿਖਾਉਂਦੇ ਹਾਂ ਵੀ ਮੈਂ ਸੋਹਣਾ ਬੜਾ ਹਾਂ, ਮੇਰੇ ਕੋਲ ਮਹਿੰਗੀਆਂ ਪੁਸ਼ਾਕਾਂ ਬੜੀਆਂ ਹਨ। ਸੋ ਵਾਹਿਗੁਰੂ ਸਤਿਗੁਰੂ ਜੀ ਕਹਿ ਰਹੇ ਨੇ ਐਵੇਂ ਵਿਅਰਥ ਹੀ ਹੈ ਸਭ ਕੁਛ। ਕਿ ਜਾਂ ਮਨ ਨਾ ਹੀ ਸੱਚਾ ਸੋਏ, ਜਿਵੇਂ ਕਬੀਰ ਜੀ ਨੇ ਕਿਹਾ, ਕਬੀਰ ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾਓ, ਦਿਸ ਹੈ ਦਾਦੇ ਕਾਨ ਜਿਉਂ ਜਨਮਨ ਨਾ ਹੀ ਨਾ। ਜਿਨ੍ਹਾਂ ਦੇ ਮਨ 'ਚ ਵਾਹਿਗੁਰੂ ਦਾ ਨਾਮ ਹੈ ਨਹੀਂ ਨਾ, ਉਹ ਸੋਨੇ ਦੇ ਕੁੰਡਲ ਬਣਾ ਵੀ ਕੰਨਾਂ 'ਚ ਪਾਉਣ, ਉਹਨਾਂ ਦੇ ਲਾਲ ਜੜਾਓ ਜੜੇ ਹੋਏ ਹੋਣ, ਲਾਲਾਂ ਹੀਰਿਆਂ ਦੇ ਜੜਾਓ ਜੜੇ ਹੋਏ ਹੋਣ। ਤਾਂ ਸਾਡੀ ਦ੍ਰਿਸ਼ਟੀ ਵਿੱਚ ਲੋਕ ਇੰਝ ਹੀ ਨੇ ਜਿਵੇਂ ਅੱਗ ਨਾਲ ਸੜਿਆ ਹੋਇਆ ਕਾਨਾ ਧੁੱਪ ਦੇ ਨਾਲ ਲਿਸ਼ਕਦਾ ਹੈ, ਵਿੱਚ ਤੇ ਉਹਦੇ ਭੰਗਾਰ ਹੈ, ਸੁਆਹ ਖਾਕ, ਉਹਦੀ ਚਮਕ ਦਮਕ ਐਵੇਂ ਹੀ ਹੈ ਨਾ। ਇਸੇ ਪ੍ਰਕਾਰ ਜਾਂ ਮਨ ਨਾ ਹੀ ਸੱਚਾ ਸੀ, ਜਦੋਂ ਮਨ ਵਿੱਚ ਸੱਚਾ ਪਰਮਾਤਮਾ ਹੈ ਨਹੀਂ, ਨਾਮ ਨਹੀਂ, ਵਾਹਿਗੁਰੂ ਦੀ ਯਾਦ ਹੈ ਨਹੀਂ, ਤੇ ਫਿਰ ਇਹ ਵੰਨ ਸੁਵੰਨੇ ਬਹੁਤੇ ਪਦਾਰਥ ਖਾਣ ਨਾਲ ਤੇ ਵੰਨ ਸੁਵੰਨੇ ਮਹਿੰਗੇ ਕੱਪੜੇ ਪਹਿਨਣ ਨਾਲ ਕਿਆ ਹੋਵੇਗਾ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ। ਇਹ ਖਾਣ ਵਾਲੇ ਪਦਾਰਥਾਂ ਦਾ ਕੁਝ ਖੁਲਾਸਾ ਕਰ ਰਹੇ ਨੇ। ਕੀ ਵੰਨ ਸੁਵੰਨੇ ਜਿਹੜੇ ਫਲ ਹਨ, ਮੇਵੇ, ਉਹ ਖਾਣ ਨਾਲ ਹੋ ਜਾਏਗਾ। ਕੀ ਘਿਓ ਬਹੁਤਾ ਖਾਣ ਨਾਲ ਕੁਛ ਹੋ ਜਾਏਗਾ। ਅਤੇ ਕੀ ਹੈ ਮਿੱਠਾ ਗੁੜ, ਜਾਂ ਗੁੜ ਤੋਂ ਜਾਂ ਸ਼ੱਕਰ ਤੋਂ ਬਣੇ ਹੋਏ ਮਿੱਠੇ ਮਿੱਠੇ ਪਦਾਰਥ। ਕਿਆ ਮੈਦਾ ਕਿਆ ਮਾਸ, ਕੀ ਹੈ ਮੈਦਾ ਆਟਾ ਆਦਿਕ, ਅਤੇ ਕੀ ਹੈ ਮਾਸ ਵਾਲਾ ਭੋਜਨ। ਇਹ ਕਈ ਕੁਛ ਖਾਈ ਪੀ ਦਾ ਜੀਵ ਖਾਂਦੇ ਨੇ ਵੰਨ ਸੁਵੰਨੇ ਪਦਾਰਥ। ਕਿਆ ਕੱਪੜ ਕਿਆ ਸੇਜ ਸੁਖਾਲੀ, ਕਿਆ ਹੈ ਕੱਪੜੇ ਵੰਨ ਸੁਵੰਨੇ, ਕੀ ਹੈ ਸੁਖਦਾਈ ਛੇਜਾਂ 'ਤੇ ਬਿਰਾਜਣਾ। ਕੀਜੈ ਹੈ ਭੋਗ ਬਿਲਾਸ, ਭੋਗਾਂ ਦਾ ਬਿਲਾਸ ਆਨੰਦ ਜਿਹੜਾ ਕੀ ਹੈ ਭੋਗਣਾ। ਕਰ ਲਈਏ ਜੇ ਭੋਗ ਬਿਲਾਸ ਰੰਗ ਰਲੀਆਂ, ਅਤੇ ਇਸ ਪ੍ਰਕਾਰ ਪਦਾਰਥਾਂ ਵਿਕਾਰਾਂ ਦੇ ਭੋਗਾਂ ਨੂੰ ਆਨੰਦ ਨਾਲ ਭੋਗ ਲਈਏ। ਕਿਆ ਲਸ਼ਕਰ ਕਿਆ ਨੇਵ ਖਵਾਸੀ, ਜੇ ਰਾਜੇ ਬਣ ਜਾਈਏ ਅਤੇ ਲਸ਼ਕਰਾਂ ਫੌਜਾਂ ਰੱਖ ਲਈਏ। ਲਸ਼ਕਰ ਸਿਪਾਹੀ ਫੌਜ ਨੂੰ ਕਹਿੰਦੇ ਨੇ, ਸਿਪਾਹੀਆਂ ਨੂੰ, ਫੌਜਾਂ ਨੂੰ। ਨੇਬ, ਸੋ ਇਸ ਪ੍ਰਕਾਰ ਜਿਹੜੇ ਸਾਡੇ ਅਹਿਲਕਾਰ ਹੋਣ, ਚੋਬਦਾਰ ਹੋਣ, ਚੋਬਾਂ ਫੜ ਕੇ ਖਲੋਤੇ, ਅਤੇ ਜਦੋਂ ਦਰਬਾਰ 'ਚ ਰਾਜੇ ਆਉਂਦੇ ਨੇ ਉੱਚੀ ਉੱਚੀ ਹੋਕੇ ਦਿੰਦੇ ਨੇ ਵੀ ਰਾਜਾ ਸਾਹਿਬ ਆ ਰਹੇ ਹਨ, ਮੁਨਾਦੀ ਉਹਦੇ ਬੋਲਦੇ ਨੇ। ਚੋਬਦਾਰ, ਨੇਬ ਅਤੇ ਖਵਾਸੀ, ਚੌਰ ਬਰਦਾਰੀ ਕਰਨ ਵਾਲੇ, ਚੌਰੀ ਬਰਦਾਰ। ਆਵੈ ਮਹਿਲੀ ਵਾਸ, ਅਤੇ ਆਵੈ ਮਤਲਬ
ਆ ਜਾਵੇ ਸਾਡਾ ਵਾਸਾ ਮਹਿਲਾਂ 'ਚ, ਭਾਵ ਮਹਿਲਾਂ 'ਚ ਨਿਵਾਸ ਵੀ ਪ੍ਰਾਪਤ ਹੋ ਜਾਏ ਉੱਚੇ ਉੱਚੇ ਮਹੱਲਾਂ ਵਿੱਚ। ਹਜ਼ੂਰ ਕਹਿੰਦੇ ਨੇ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼। ਵਾਹਿਗੁਰੂ ਜੀ ਦੇ ਸੱਚੇ ਨਾਮ ਤੋਂ ਬਗੈਰ ਸਭੇ ਜੋ ਟੋਲ ਪਦਾਰਥ ਹਨ ਵਿਨਾਸ਼ ਨਾਸਵੰਤ, ਸਭ ਬਰਬਾਦ ਰੂਪ ਹੀ ਹੈ, ਸਭ ਕੁਛ ਖਤਮ ਹੋਣ ਵਾਲਾ ਹੈ, ਸਾਰਾ ਕੁਛ ਸਾਡੇ ਨਾਲ ਸੰਬੰਧ ਤਾਂ ਟੁੱਟ ਜਾਏਗਾ ਨਾ। ਬੜੇ ਯਤਨ ਕਰਕੇ ਸਾਰੀ ਜ਼ਿੰਦਗੀ ਦੇ ਵਿੱਚ ਇਹ ਭੋਗ ਵੀ ਲਈਏ ਤੇ ਆਖਰ ਤੇ ਸਰੀਰ ਮਿੱਟੀ ਹੋਣਾ ਨਾ, ਫਿਰ ਇਹ ਸਾਰੇ ਪਦਾਰਥ ਸੰਬੰਧ ਟੁੱਟ ਜਾਏਗਾ। ਪਵੜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਉਚਾਰਦੇ ਨੇ, ਜਾਤੀ ਦੈ ਕਿਆ ਹੱਥ ਸੱਚ ਪਰਖੀ ਹੈ। ਕੁਝ ਲੋਕ ਜਾਤੀ ਬਮਾਨ ਬੜਾ ਕਰਦੇ ਨੇ, ਸਾਡੀ ਜਾਤ ਬੜੀ ਉੱਚੀ, ਸਾਡੇ ਕੁਲ ਬੜੀ ਉੱਚੀ, ਸਾਡਾ ਖਾਨਦਾਨ ਬੜਾ ਮਹਾਨ, ਅਸੀਂ ਫਲਾਨੀ ਜਾਤੀ ਦੇ ਹੁੰਦੇ ਹਾਂ। ਜਿਵੇਂ ਕੋਈ ਸੋਢੀਆਂ ਵਿੱਚੋਂ ਹੋਏ ਤੇ ਉਹ ਆਪਣੇ ਆਪ ਨੂੰ ਗੁਰੂ ਰਾਮਦਾਸ ਦੇ ਬਰਾਬਰ ਹੀ ਸਮਝਣ ਲੱਗ ਪੈਂਦਾ। ਬੇਦੀਆਂ 'ਚੋਂ ਵੀ ਕੋਈ ਗੁਰੂ ਨਾਨਕ ਸਾਹਿਬ ਤਾਂ ਨਹੀਂ ਨਾ ਬਣ ਜਾਣਾ, ਤੇ ਡੂਮਾ ਮਰਾਸੀ ਵੀਰਾਂ ਦੇ ਵਿੱਚੋਂ ਕੋਈ ਭਾਈ ਮਰਦਾਨਾ ਤਾਂ ਨਹੀਂ ਨਾ ਸਾਰੇ ਬਣ ਜਾਣੇ। ਉਹ ਭਾਈ ਮਰਦਾਨਾ ਤੇ ਭਾਈ ਮਰਦਾਨਾ ਹੀ ਸੀ। ਸੋ ਇਸੇ ਪ੍ਰਕਾਰ ਇਉਂ ਰੰਧਾਵੇ ਸਾਰੇ ਕਹਿਣ ਵੀ ਅਸੀਂ ਬਾਬਾ ਬੁੱਢਾ ਜੀ ਹਾਂ। ਮਾਣ ਬੜਾ ਲੋਕ ਚੱਕ ਲੈਂਦੇ ਨੇ ਜਾਤ ਦਾ, ਪਰ ਕਰਨੀ ਜਿਸ ਦੀ ਮਹਾਨ ਬਾਬਾ ਬੁੱਢਾ ਜੀ ਬਰਾਬਰ ਹੋਰ ਤੇ ਕੋਈ ਰੰਧਾਵਾ ਨਹੀਂ ਨਾ ਪੁੱਜ ਸਕਦਾ। ਸੋ ਇਸ ਪ੍ਰਕਾਰ ਹੀ ਹਜ਼ੂਰ ਕਹਿੰਦੇ ਨੇ ਵੀ ਜਾਤੀ ਦੇ ਹੱਥ ਵਿੱਚ ਕਿਆ ਹੈ, ਸੱਚ ਪਰਖੀਆ। ਉੱਥੇ ਵਾਹਿਗੁਰੂ ਦੀ ਦਰਗਾਹ ਵਿੱਚ ਸੱਚ ਦੀ ਪਰਖ ਹੋਣੀ ਹੈ ਵੀ ਸੱਚ ਕਿਧਰ ਇਹਦੇ ਵਿੱਚ ਸੀ, ਕਿਸ ਨੇ ਸੱਚ ਕਮਾਇਆ ਹੈ। ਉੱਥੇ ਸੱਚ ਦੀ ਪਰਖ ਹੋਏਗੀ। ਮੋਹਰਾ ਹੋਵੇ ਹੱਥ ਮਰੀਐ ਚਖੀਐ। ਜੇ ਹੱਥ ਵਿੱਚ ਮੋਹਰਾ ਹੋਵੇ, ਉਹਨੂੰ ਚੱਖ ਲਈਏ ਤੇ ਮਰ ਜਾਵਾਂਗੇ। ਉੱਚੀ ਜਾਤ ਬਚਾ ਨਹੀਂ ਸਕਦੀ। ਉੱਚੀ ਜਾਤੀ ਦਾ ਜਿਹੜਾ ਅਭਿਮਾਨ ਕਰਨਾ, ਇਹ ਮੋਹਰਾ ਸੰਖੀਆ ਜ਼ਹਿਰ ਖਾਣ ਵਾਲੀ ਬਾਤ ਹੈ। ਤੇ ਜੇ ਕੋਈ ਉੱਚੀ ਜਾਤੀ ਵਾਲਾ ਬੁਰੇ ਕਰਮ ਕਮਾਉਂਦਾ ਹੈ ਤੇ ਉਹ ਮੋਹਰਾ ਚੱਖ ਰਿਹਾ ਜਾਤੀ ਅਭਿਮਾਨ ਕਰਕੇ, ਤੇ ਉਹ ਮੋਹਰਾ ਚੱਖ ਰਿਹਾ, ਤਾਂ ਉਹ ਬਚਾ ਨਹੀਂ ਸਕੇਗੀ ਜਾਤ ਉਸ ਨੂੰ। ਮੋਹਰਾ ਹੋਵੇ ਹੱਥ ਮਰੀਐ ਚਖੀਐ। ਭਾਵੇਂ ਗਰੀਬ ਨੀਵੀਂ ਜਾਤੀ ਦਾ, ਭਾਵੇਂ ਉੱਚੀ ਜਾਤੀ ਦਾ ਕੋਈ ਜ਼ਹਿਰ ਖਾ ਲਵੇ ਤੇ ਮਰ ਜਾਏਗਾ। ਸੱਚੇ ਕੀ ਸਿਰ ਕਾਰ ਜੁਗ ਜੁਗ ਜਾਣੀ ਹੈ। ਸੱਚੇ ਅਕਾਲ ਪੁਰਖ ਦੀ ਸਾਡੇ ਸਿਰ ਤੇ ਸੌਂਪੀ ਦਿੱਤੀ ਹੋਈ ਕਾਰ, ਜਿਹੜੀ ਕਾਰੋਬਾਰ ਹੈ, ਕੰਮ ਜੁਗ ਜੁਗ ਵਿੱਚ ਹਰੇਕ ਜੁਗ ਜੁਗ ਦੇ ਅੰਦਰ ਜਾਣ ਲਈ ਹੈ। ਸੱਚੇ ਪਰਮਾਤਮਾ ਦੀ ਕਾਰ ਕਮਾਉਣੀ ਸਾਡੇ ਸਿਰ ਤੇ ਹੈ। ਉਸ ਤੋਂ ਬਗੈਰ ਕਲਿਆਣ ਨਹੀਂ ਸਾਡੀ। ਭਾਵੇਂ ਕੋਈ ਯੁੱਗ ਹੈ, ਸਤਯੁਗ, ਤ੍ਰੇਤਾ, ਦੁਆਪਰ, ਭਣੀ, ਕੋਈ ਵੀ। ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀ ਹੈ। ਜਿਹੜਾ ਵਾਹਿਗੁਰੂ ਪਰਮਾਤਮਾ ਦੇ ਹੁਕਮ ਨੂੰ ਮੰਨ ਲਵੇ, ਉਹੀ ਸਰਦਾਰ ਹੈ। ਸਰਦਾਰ ਮੈਨੇ ਮਨਸਬਦਾਰ ਹੈ, ਉਹੀ ਸ਼੍ਰੋਮਣੀ ਹੈ। ਜਿਵੇਂ ਬਚਨ ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਉੱਥੇ ਪੰਚ ਸ੍ਰੇਸ਼ਟ ਜਨਾਂ ਨੂੰ, ਭਗਤਾਂ ਨੂੰ ਕਿਹਾ। ਇੱਥੇ ਵੀ ਹਜ਼ੂਰ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਨੇ ਕਿ ਹੁਕਮ ਮੰਨੇ ਸਰਦਾਰ। ਜਿਹੜਾ ਹੁਕਮ ਮੰਨੇ ਉਸ ਅਕਾਲ ਪੁਰਖ ਪਾਤਸ਼ਾਹ ਦਾ, ਉਹ ਸਰਦਾਰ ਵੱਡਾ ਮਨਸਬਦਾਰ ਹੋਏਗਾ, ਅਹੁਦੇਦਾਰ ਹੋਵੇਗਾ, ਵਡਿਆਈ ਦਾ ਪਾਤਰ ਹੋਵੇਗਾ। ਦਰ ਦੀ ਬਾਣੀ ਹੈ। ਜਿਹੜਾ ਦੀਵਾਨ ਦਰਬਾਰ ਹੈ ਨਾ ਵਾਹਿਗੁਰੂ ਦਾ, ਉੱਥੇ ਉਸ ਦਰ 'ਤੇ, ਉਸ ਦਰਬਾਰ ਦੇ ਦਰ 'ਤੇ ਉਹ ਵੱਡਾ ਮਨਸਬਦਾਰ ਸਰਦਾਰ ਉਹਨੂੰ ਬਣਾਇਆ ਜਾਏਗਾ। ਦਰ ਦੀ ਬਾਣੀ ਹੈ। ਵਾਹਿਗੁਰੂ ਦੇ ਦਰ ਦਰਗਾਹ ਦੇ ਵਿੱਚ ਦੀ ਬਾਣੀ ਹੈ। ਦੀਵਾਨ ਸਾਹਿਬ, ਜਿਵੇਂ ਵਜ਼ੀਰ ਹੁੰਦੇ, ਦੀਵਾਨ ਹੁੰਦੇ ਨੇ ਸਲਾਹਕਾਰ, ਉਹਨਾਂ ਵਿੱਚ ਉਹ ਹੋਵੇਗਾ। ਫੁਰਮਾਨੀ ਹੈ ਕਾਰ ਖਸਮ ਪਠਾਇਆ। ਜਿਵੇਂ ਜਿਸ ਪ੍ਰਕਾਰ ਕਿਤੇ ਮੁਹਿੰਮ 'ਤੇ ਚਾੜ੍ਹਦਾ ਬਾਦਸ਼ਾਹ ਫੌਜਾਂ ਨੂੰ ਤੇ ਫਰਮਾਨ ਜਾਰੀ ਕਰ ਦਿੰਦਾ। ਸੋ ਜਿਹੜਾ ਫਰਮਾਨ ਹੈ, ਕਿਸੇ ਘੋੜ ਚੜ੍ਹੇ ਵਿਅਕਤੀ ਨੂੰ, ਘੋੜ ਸਵਾਰ ਨੂੰ ਦੇ ਕੇ ਬਾਦਸ਼ਾਹ ਭੇਜਦਾ। ਫਰਮਾਨੀ ਹੈ ਕਾਰ ਖਸਮ ਪਠਾਇਆ। ਉਹ ਜਿਹੜੀ ਫਰਮਾਨੀ ਹੋਈ ਹੈ, ਫਰਮਾਨ ਜਾਰੀ ਹੋਇਆ, ਉਹ ਕਾਰ ਕਰਨ ਵਾਸਤੇ ਖਸਮ ਨੇ ਪਠਾਇਆ, ਭੇਜਿਆ ਹੈ ਘੋੜ ਸਵਾਰ ਆਪਣਾ ਅਹਿਲਕਾਰ। ਤੇ ਤਬਲਬਾਰ ਵਿਚਾਰ ਸ਼ਬਦ ਸੁਣਾਇਆ। ਜਿਹੜਾ ਤਬਲਬਾਜ ਨਗਾਰਚੀ ਹੈ, ਉਹ ਉਸ ਨੂੰ ਵਿਚਾਰ ਕੇ ਉਸ ਕੰਮ ਨੂੰ ਕਰਨ ਵਾਸਤੇ ਵੀ ਕਿਹੜੇ ਢੰਗ ਨਾਲ ਹੁਣ ਸਿਰੇ ਚਾੜ੍ਹਨਾ। ਇਹ ਕਾਰ ਜਿਹੜੀ ਫਰਮਾਨ ਜਾਰੀ ਹੋਇਆ ਸਾਨੂੰ ਹੁਕਮ, ਉਹਨੂੰ ਕਿਵੇਂ ਸਿਰੇ ਚਾੜ੍ਹਨਾ, ਉੱਚੀ ਬੋਲ ਕੇ ਸਾਰੀ ਫੌਜ ਨੂੰ, ਸਿਪਾਹੀਆਂ ਨੂੰ ਸੁਣਾ ਦਿੰਦਾ ਹੈ। ਅਤੇ ਜਿਸ ਵੇਲੇ ਹੁਕਮ ਸੁਣਾਇਆ ਜਾਂਦਾ, ਇੱਕ ਹੋਏ ਸਵਾਰ, ਇੱਕ ਤਾਂ ਪਹਿਲਾਂ ਸਵਾਰ ਹੋਏ ਨੇ ਫਟਾਫਟ, ਇੱਕ ਨਾ ਸਾਖਤੀ। ਸਾਖਤੀ ਇੱਕ ਦੁਮਚੀ ਹੁੰਦੀ ਹੈ ਘੋੜੇ ਨੂੰ ਪਾਉਣ ਵਾਲੀ, ਉਹ ਕਾਠੀਆਂ ਦੁਮਚੀਆਂ ਇੱਕ ਪਾਉਣ ਲੱਗ ਪੈਂਦੇ ਨੇ।
ਅਜੇ ਸਵਾਰ ਨਹੀਂ ਹੋਏ। ਇਕਨੀ ਬੱਧੇ ਭਾਰ, ਤੇ ਇਕਨਾ ਨੇ ਭਾਰ ਜਿਹੜੇ ਹਨ ਉਹ ਬੰਨ੍ਹ ਲਏ ਜਾਣ ਵਾਸਤੇ। ਇਕਨਾ ਤਾਕਤੀ, ਤੇ ਇਕਨਾ ਦੀ ਦੌੜ ਭੱਜ ਸ਼ੁਰੂ ਹੋ ਗਈ, ਜੰਗ ਨੂੰ ਚੜ੍ਹ ਪਏ ਹਨ। ਸੋ ਇਹ ਦ੍ਰਿਸ਼ਟਾਂਤ ਹੈ, ਇਹਦਾ ਦਾ ਦ੍ਰਿਸ਼ਟਾਂਤ ਹੈ ਕਿ ਫੁਰਮਾਨੀ ਹੈ ਕਾਰ ਖਸਮ ਪਠਾਇਆ। ਖਸਮ ਅਕਾਲ ਪੁਰਖ ਨੇ ਘੋੜੇ 'ਤੇ ਸਵਾਰ ਕਰਕੇ ਫਰਮਾਨ ਲਾਗੂ ਕਰਨ ਵਾਸਤੇ ਭੇਜਿਆ ਸਤਿਗੁਰੂ ਨਾਨਕ ਦੇਵ ਜੀ ਨੂੰ। ਔਰ ਇਸ ਪ੍ਰਕਾਰ ਤਬਲਬਾਜ਼ ਵਿਚਾਰ, ਇੰਜ ਕਹਿ ਲਓ ਕਿ ਖਸਮ ਅਕਾਲ ਪੁਰਖ ਨੇ ਸਤਿਗੁਰਾਂ ਨੂੰ ਭੇਜਿਆ ਅਤੇ ਤਬਲਬਾਜ਼ ਵਿਚਾਰ ਸ਼ਬਦ ਸੁਣਾਇਆ। ਜਿਹੜੇ ਗੁਰੂ ਨਾਨਕ ਸਾਹਿਬ ਦੇ ਅੱਗੇ ਪ੍ਰਚਾਰਕ ਨੇ, ਗੁਰਮੁਖ ਪਿਆਰੇ ਨੇ, ਨਗਾਰਚੀ ਹਨ। ਸੋ ਉਸ ਪ੍ਰਕਾਰ ਉਹਨਾਂ ਨੇ ਵਿਚਾਰ ਕੇ ਸ਼ਬਦ ਗੁਰੂ ਦਾ ਜਿਹੜਾ ਅੱਗੇ ਸੁਣਾਇਆ ਹੈ ਸਿੱਖ ਸੰਗਤਾਂ ਨੂੰ। ਇੱਕ ਹੋਏ ਸਵਾਰ, ਇੱਕ ਤਾਂ ਸਰਵਣ ਮੰਨਣ ਨਿਧਿਆਸਣ ਰੂਪੀ ਘੋੜਿਆਂ 'ਤੇ ਸਵਾਰ ਹੋ ਗਏ ਹਨ। ਇਹ ਦੇਹ ਜਿਹੜੀ ਸਮਝੋ ਘੋੜਾ ਹੈ, ਅਤੇ ਸਰਵਣ ਮੰਨਣ ਆਦਿ ਕਰਨਾ ਜਿਹੜਾ ਇਹ ਸਵਾਰ ਹੋਣਾ। ਇੱਕ ਨਾ ਸਾਖਤੀ। ਸੋ ਇਸ ਪ੍ਰਕਾਰ ਇੱਕ ਤਿਆਰੀ ਕਰਨ ਵਿੱਚ ਲੱਗ ਪਏ ਹਨ। ਤਿਆਰੀ ਭਾਵ ਕਿ ਵਿਰਾਗ ਅਤੇ ਵਿਵੇਕ ਜਿਹੜਾ ਉਹਨਾਂ ਨੇ ਧਾਰਨ ਕੀਤਾ, ਜਾਂ ਸਰਵਣ ਮੰਨਣ ਨਿਧਿਆਸਣ, ਵਿਰਾਗ ਵਿਵੇਕ ਖਟ ਸੰਪਤੀ ਆਦਿ ਕੇ ਇਸ ਕੰਮ ਵਿੱਚ ਲੱਗ ਪਏ ਨੇ, ਤਿਆਰੀ ਕੀਤੀ ਹੈ। ਇਕਨੀ ਬੱਧੇ ਭਾਰ, ਇਕਨਾਂ ਨੇ ਜਿਹੜੇ ਇੰਦਰੇ ਆਦਿਕ ਹਨ ਵਿਕਾਰਾਂ ਵੱਲੋਂ ਬੰਨ੍ਹ ਲਿਆ, ਇਹ ਭਾਰ ਬੰਨ੍ਹਿਆ, ਅਥਵਾ ਅੱਗੇ ਪ੍ਰਲੋਕ ਵਿੱਚ ਸਹਾਇਤਾ ਪ੍ਰਾਪਤ ਕਰਨ ਵਾਸਤੇ ਸ਼ੁਭ ਗੁਣਾ ਰੂਪੀ ਭਾਰ ਬੰਨ੍ਹੇ ਨੇ। ਇਕਨਾ ਤਾਕਤੀ, ਇਕਨਾਂ ਦੀ ਦੌੜ ਜਿਹੜੀ ਹੈ ਨਾ ਬੰਦਗੀ ਵਾਲੇ ਪਾਸੇ, ਨਿਧਿਆਸਣ ਕਮਾਈ ਕਰਨੀ ਜਿਹੜੀ ਹੈ, ਇਸ ਪਾਸੇ ਉਹਨਾਂ ਨੇ ਤਾਕਤੀ ਇਉਂ ਤਖਤ ਦੇ ਮਾਲਕ ਬਣਨ ਵਾਸਤੇ ਉਹ ਪਹੁੰਚ ਗਏ ਹਨ। ਤਾਕਤੀ ਤਖਤ ਦੇ ਮਾਲਕ ਬਣਨ ਵਾਸਤੇ ਉਹ ਪਹੁੰਚ ਗਏ ਟਿਕਾਣੇ, ਉਹ ਪਾਤਰ ਬਣ ਗਏ ਹਨ ਤਖਤ ਦੇ। ਸੋ ਇਸ ਪ੍ਰਕਾਰ ਇੰਝ ਸਮਝ ਲੈਣਾ, ਇਹ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਫਰਮਾ ਰਹੇ ਹਨ। ਸ਼ਲੋਕ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ। ਇਹ ਵੀ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਸਮਝਾਉਂਦੇ ਨੇ। ਜਦੋਂ ਫਸਲ ਖੇਤਾਂ ਦੇ ਵਿੱਚ ਫਸਲ ਪੱਕ ਜਾਂਦੀ ਹੈ, ਕਣਕ ਹੋਇਆ, ਝੋਨਾ ਹੋਇਆ, ਕੋਈ ਵਸਤੂ ਪੱਕ ਗਈ, ਤਾਂ ਫਿਰ ਉਸ ਨੂੰ ਕੱਟਿਆ ਜਾਂਦਾ ਹੈ। ਰਹੀ ਸੋ ਪੱਲਰ ਵਾੜ। ਪੱਲਰ ਪਰਾਲੀ ਅਤੇ ਵਾੜ ਜਿਹੜੀ ਖੇਤ ਦੇ ਦੁਆਲੇ ਲੱਗੀ ਹੈ, ਸੋ ਉਹ ਰਹਿ ਜਾਂਦੀ ਹੈ। ਸਣ ਕਿਸਾਰਾਂ ਚਿੱਥਿਆ, ਜਿਹੜੇ ਕਿਸਾਰ ਸਿੱਟਿਆਂ ਆਦਿਕਾਂ ਦੇ ਹੁੰਦੇ ਹਨ, ਕਸੀਰ ਵੀ ਜਿਹਨਾਂ ਨੂੰ ਕਹਿ ਦਿੰਦੇ ਆਪਾਂ, ਉਹ ਕੰਡਿਆਂ ਜਿਹੇ ਵਾਲੇ, ਉਹਨਾਂ ਸਮੇਤ ਚਿੱਥਿਆ ਗਿਆ, ਭਾਵ ਗਾਹਿਆ ਗਿਆ ਉਸ ਫਸਲ ਨੂੰ। ਕਣ ਲਿਆ ਤਨ ਝਾੜ, ਫਿਰ ਜਿਹੜਾ ਉਹ ਉਡਾਇਆ ਗਿਆ, ਉਸ ਗਾਹ ਨੂੰ ਉਡਾ ਕੇ ਵਿੱਚੋਂ ਕਣ ਜਿਹੜੇ ਦਾਣੇ ਹਨ ਉਹ ਕੱਢ ਲਏ ਜਾਂਦੇ ਹਨ, ਅਤੇ ਤਨ ਜਿਹੜਾ ਨਾੜ ਆ ਝਾੜ ਝਾੜ ਕੇ, ਭਾਵ ਉਹਨੂੰ ਗਾਹ ਕੇ ਅਤੇ ਫਿਰ ਉਡਾ ਕੇ ਵਿੱਚੋਂ ਦਾਣੇ ਕੱਢ ਲਏ ਗਏ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ। ਅਤੇ ਫਿਰ ਚੱਕੀ ਪੱਥਰ ਦੇ ਦੋ ਪੁੜ ਲੈ ਕੇ ਚੱਕੀ ਜੋੜ ਕੇ ਅਤੇ ਪੀਣ ਵਾਲੇ ਆ ਬਹਿੰਦੇ ਆ ਪੀਣ ਵਾਸਤੇ, ਦਾਣਿਆਂ 'ਚੋਂ ਆਟਾ ਬਣਾਉਣ ਵਾਸਤੇ। ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਹਜ਼ੂਰ ਕਹਿੰਦੇ ਅਜਬ ਤਮਾਸ਼ਾ ਵੇਖਿਆ। ਬਾਕੀ ਤੇ ਸਾਰੇ ਦਾਣੇ ਪਿਸ ਗਏ ਚੱਕੀ ਦੇ ਪੁੜਾਂ ਵਿੱਚ, ਪਰ ਜਿਹੜੇ ਦਰ ਜਿੱਥੇ ਕਿੱਲੀ ਹੈ, ਜਿਹੜੀ ਚੱਕੀ ਦੀ ਕਿੱਲੀ ਹੈ ਨਾ, ਉਹਦੇ ਨਾਲ ਜਿਹੜੇ ਲੱਗੇ ਨਾ ਦਰਵਾਜ਼ੇ ਦੇ, ਉਹ ਉਭਰੇ ਬਚ ਗਏ, ਉਹ ਪੀਸੇ ਨਹੀਂ। ਕਿੱਲੀ ਦੇ ਨਾਲ ਲੱਗੇ ਹੋਏ ਦਾਣੇ ਬਚ ਗਏ। ਸੋ ਇਸ ਪ੍ਰਕਾਰ ਜਾਂ ਪੱਕਾ ਤਾਂ ਕੱਟਿਆ। ਜਦੋਂ ਇਹ ਸਰੀਰ ਪੱਕ ਗਿਆ, ਪਕਰੋੜ ਹੋ ਗਿਆ, ਇਹਦੀ ਉਮਰ ਪੁੱਗ ਗਈ, ਤਾਂ ਫਿਰ ਇਸ ਨੂੰ ਕੱਟਿਆ ਗਿਆ। ਸੂਖਮ ਸਰੀਰ ਨਾਲੋਂ ਸਥੂਲ ਸਰੀਰ ਕੱਟਿਆ ਗਿਆ। ਰਹੀ ਸੋ ਪੱਲਰ ਵਾੜ। ਇਹ ਜਿਹੜੀ ਸੂਖਮ ਸਰੀਰ ਦੇ ਦੁਆਲੇ ਵਾੜ ਸੀ ਨਾ, ਇਹ ਸਥੂਲ ਸਰੀਰ ਦੀ, ਇਹ ਗੋਲਕਾਂ ਆਦਿਕ, ਇਹ ਰਹਿ ਗਈ। ਅਤੇ ਇਸ ਪ੍ਰਕਾਰ ਸਣ ਕੀ ਸਾਰਾ ਚਿੱਥਿਆ, ਇੰਦਰੀਆਂ ਸਮੇਤ ਹੀ ਇਸ ਸੂਖਮ ਸਰੀਰ ਨੂੰ ਫਿਰ ਅੱਗੇ ਸਜ਼ਾ ਮਿਲੀ, ਚਿੱਥਿਆ ਗਿਆ। ਕਣ ਲਿਆ ਤਨ ਝਾੜ। ਇਸ ਸੂਖਮ ਸਰੀਰ ਨੂੰ ਝਾੜ ਕੇ ਕਣ ਜਿਹੜੀ ਆਤਮਾ ਸੀ ਵਿੱਚੋਂ, ਰੂਹ ਸੀ, ਉਹ ਕੱਢੀ ਗਈ ਜਿਸ ਵੇਲੇ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ। ਸੋ ਇਸ ਪ੍ਰਕਾਰ ਜਿਹੜਾ ਜੰਮਣਾ ਮਰਨਾ ਹੈ, ਇਹ ਦੋ ਪੁੜ ਚੱਕੀ ਦੇ ਜੋੜ ਕੇ ਜਮਦੂਤ ਜਮਰਾਜ ਜਿਹੜਾ ਪੀਣ ਵਾਸਤੇ ਆ ਬੈਠਾ। ਜੋ ਦਰ ਰਹੇ ਸੋ ਉਭਰੇ। ਜਿਹੜੇ ਵਾਹਿਗੁਰੂ ਦੇ ਦਰ 'ਤੇ ਰਹੇ, ਭਾਵ ਸਿਮਰਨ ਭਜਨ ਕਰਨ ਵਿੱਚ ਲੱਗੇ ਰਹੇ, ਸੋ ਉਭਰੇ ਬਚ ਗਏ। ਨਾਨਕ ਅਜਬ ਡਿੱਠ। ਹਜ਼ੂਰ ਕਹਿੰਦੇ ਅਜਬ ਤਮਾਸ਼ਾ ਵੇਖਿਆ ਸੰਸਾਰ ਦਾ। ਇਸ ਪ੍ਰਕਾਰ ਕਣਕ ਆਦਿਕ ਫਸਲ ਦਾ ਦ੍ਰਿਸ਼ਟਾਂਤ ਦੇ ਕੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਜਿਵੇਂ ਕਿੱਲੀ ਨਾਲ ਲੱਗੇ ਦਾਣੇ ਬਚ ਗਏ, ਇਸੇ ਤਰ੍ਹਾਂ ਜਮਾਂ ਦੀ ਮਾਰ ਤੋਂ, ਜੰਮਣ ਮਰਨ ਤੋਂ ਉਹ ਹੀ ਬਚਣਗੇ
ਜਿਹੜੇ ਵਾਹਿਗੁਰੂ ਦੇ ਦਰ ਨਾਲ ਨਾਮ ਰੂਪੀ ਕਿੱਲੀ ਨਾਲ ਜਿਹੜੇ ਜੁੜ ਗਏ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਅਗਲਾ ਸ਼ਲੋਕ ਉਚਾਰਦੇ ਨੇ। ਹੁਣ ਹੋਰ ਦ੍ਰਿਸ਼ਟਾਂਤ ਹਜ਼ੂਰ ਦੇ ਰਹੇ ਨੇ। ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ। ਵੇਖ ਭਾਈ, ਜਿਹੜਾ ਮਿੱਠਾ ਗੰਨਾ ਹੈ ਉਹ ਖੇਤ ਵਿੱਚੋਂ ਕੱਟਿਆ ਗਿਆ ਅਤੇ ਕੱਟ ਕੇ ਅਤੇ ਫਿਰ ਕੁੱਟ ਕੇ ਉਹਦੀਆਂ ਗੰਢਾਂ ਆਦਿ ਝਾੜ ਕੇ ਛਿੱਲ ਕੇ ਅਤੇ ਬੰਨ੍ਹਣਾ 'ਚ ਪਾ ਕੇ ਬੰਨ੍ਹਿਆ ਗਿਆ ਉਸ ਨੂੰ, ਜਿਵੇਂ ਰੱਸੀਆਂ 'ਚ ਬੇੜਾਂ 'ਚ ਕਮਾਦ ਦੇ ਗੰਨੇ ਬੰਨ੍ਹੇ ਜਾਂਦੇ ਆ। ਫਿਰ ਕੀ ਕੀਤਾ, ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ। ਜਿਹੜੇ ਮੱਲ ਜ਼ਿਮੀਂਦਾਰ, ਮੱਲ ਦਾ ਅਰਥ ਹੈ ਪਹਿਲਵਾਨ, ਤਗੜੇ ਤਗੜੇ ਬੰਦੇ ਉਹ ਜ਼ਿਮੀਂਦਾਰ ਮਾਨੂੰ ਪਹਿਲਵਾਨ ਨੇ। ਅਤੇ ਖੁੰਡਾਂ ਪੁਰਾਣੇ ਸਮਿਆਂ 'ਚ ਜਿਹੜੀਆਂ ਵੇਲਣੇ ਦੀਆਂ ਗੋਗੜਾਂ ਹੁੰਦੀਆਂ ਸੀ ਉਹ ਲੱਕੜ ਦੀਆਂ ਹੁੰਦੀਆਂ ਸੀ, ਬਾਅਦ ਵਿੱਚ ਲੋਹੇ ਦੀਆਂ ਆਈਆਂ। ਸਾਡੇ ਸਮਿਆਂ 'ਚ ਲੋਹੇ ਦੀਆਂ ਗੋਗੜਾਂ ਸੀ। ਅਤੇ ਇਸ ਪ੍ਰਕਾਰ ਦੋ ਖੁੰਡਾਂ 'ਚ ਲੱਕੜ ਦੀਆਂ ਜਿਹੜੀਆਂ ਗੋਗੜਾਂ ਸੀ ਉਹਦਾ ਵਿੱਚ ਰੱਖ ਕੇ ਅੰਦਰ ਰੱਖ ਕੇ ਨਾ ਉਸ ਗੰਨੇ ਨੂੰ, ਅਤੇ ਉਹ ਜਿਹੜੇ ਮੱਲ ਭਾਵ ਜ਼ਿਮੀਂਦਾਰ ਹਨ ਨਾ ਉਹ ਸਜਾ ਦਿੰਦੇ ਆ। ਰਸ ਕਸ ਟੱਟਰ ਪਾਈ ਹੈ। ਫਿਰ ਇਸ ਤਰ੍ਹਾਂ ਕਸੀਸ ਦੇ ਕੇ ਜਿਹੜਾ ਰਸ ਕੱਢਿਆ ਗਿਆ ਨਾ ਗੰਨੇ ਦਾ, ਅਤੇ ਜਿਹਨੂੰ ਅਸੀਂ ਕੜਾਹਾ ਬੋਲਦੇ ਹਾਂ ਮਾਝੇ ਮਾਲ ਵਿੱਚ, ਧੌਲਪੁਰ ਦਾ ਜਿਹੜਾ ਇਲਾਕਾ ਆ ਰਾਜਸਥਾਨ 'ਚ, ਉੱਥੇ ਟੱਟਰ ਬੋਲਦੇ। ਉਹ ਜਿਹੜਾ ਕੜਾਹਾ ਹੈ ਸੋ ਚੰਗੀ ਤਰ੍ਹਾਂ ਪੁਣ ਕੇ ਰਸ ਨੂੰ ਕਸੀਸ ਦੇ ਕੇ ਵਿਲਣੇ ਵਿੱਚ ਦੀ ਕੱਢ ਕੇ ਰਸ, ਅਤੇ ਫਿਰ ਉਸ ਕੜਾਹੇ ਵਿੱਚ ਪਾਇਆ ਜਾਂਦਾ। ਤਪੈ ਤੈ ਵਿਲ ਲਾਏ। ਅੱਗ ਦੇ ਨਾਲ ਤਪਦਾ ਅਤੇ ਮਨ ਨੂੰ ਵਿਰਲਾਪ ਕਰਦਾ ਹੈ। ਉਹ ਜਿਹੜਾ ਰਸ ਹੈ ਨਾ ਉਹ ਖੌਲਦਾ ਹੋਇਆ ਵਿਰਲਾਪ ਕਰਦਾ। ਭੀ ਸੋ ਫੋਗ ਸੰਭਾਲੀ ਹੈ ਦਿਚੈ ਅੱਗ ਜਲਾਏ। ਫਿਰ ਵੇਖੋ ਉਸ ਗੰਨੇ ਦਾ ਜਿਹੜਾ ਸਰੀਰ ਸੀ ਜਿਹਦੇ 'ਚੋਂ ਰਸ ਤਾਂ ਕੱਢ ਲਿਆ ਗਿਆ ਅਤੇ ਹੁਣ ਰਹਿ ਗਿਆ ਸਰੀਰ ਫੋਗ, ਉਹ ਜਿਹੜਾ ਚੂਰਾ ਹੈ ਉਹਨੂੰ ਵੀ ਸੰਭਾਲਿਆ ਜਾਂਦਾ ਅਤੇ ਸੁਕਾ ਕੇ ਚੰਗੀ ਤਰ੍ਹਾਂ ਉਸੇ ਹੀ ਰਸ ਦੇ ਥੱਲੇ ਅੱਗ ਦੀ ਥਾਂ 'ਤੇ ਬਾਲਿਆ ਜਾਂਦਾ ਹੈ। ਰਸ ਉੱਪਰ ਖੌਲਦਾ ਕੜਾਹੇ 'ਚ ਪਿਆ ਹੋਇਆ ਅਤੇ ਗੰਨੇ ਦਾ ਸਰੀਰ ਚੂਰਾ ਬਣ ਕੇ ਥੱਲੇ ਅੱਗ ਦੇ ਵਿੱਚ ਮੱਚਦਾ ਪਿਆ। ਨਾਨਕ ਮਿੱਠਾ ਪਤਰੀਆ ਵੇਖੋ ਲੋਕਾਂ ਆਏ। ਹਜ਼ੂਰ ਕਹਿੰਦੇ ਨੇ ਇਸ ਮਿੱਠੇ ਕਰਕੇ ਪਤਰੀਆ ਖੁਆਰ ਹੋਈਦਾ। ਇਹ ਦੁਨੀਆ ਦੇ ਲੋਕੋ ਆ ਕੇ ਵੇਖ ਲਵੋ ਜਾਂ ਗੰਨੇ ਦੀ ਹਾਲਤ ਜਿਹਦੇ 'ਚ ਮਿਠਾਸ ਭਰੀ ਹੋਈ ਸੀ। ਇਸੇ ਤਰ੍ਹਾਂ ਜਿਹੜਾ ਵਿਸ਼ੇ ਸੁਖ ਮਿਠਾਸ ਦੇ ਵਿੱਚ ਰੰਗਿਆ ਹੋਇਆ ਨਾ ਜੀਵ, ਸੋ ਇਸ ਪ੍ਰਕਾਰ ਸਾਰੀ ਉਮਰ ਖਿਨਮੈ ਕੌੜੇ ਹੋਏਗੀ ਜਿਤੜੇ ਮਾਇਆ ਭੋਗ। ਭੋਗਾਂ ਨੂੰ ਮਿੱਠੇ ਜਾਣ ਕੇ ਭੋਗਿਆ ਸੀ ਨਾ, ਅਤੇ ਇਸ ਪ੍ਰਕਾਰ ਜਿਸ ਵੇਲੇ ਸਥੂਲ ਸਰੀਰ ਤੋਂ ਸੂਖਮ ਸਰੀਰ ਕੱਟਿਆ ਅਤੇ ਕੱਟ ਕੁੱਟ ਕੇ ਫਿਰ ਬੱਧਾ ਪਾ ਕੇ ਬੰਨ੍ਹ ਲਿਆ, ਯਮਾਂ ਨੇ ਅੱਗੇ ਲਾ ਕੇ ਤੋਰ ਲਿਆ, ਅਤੇ ਮਰਨ ਰੂਪੀ ਖੁੰਡਾਂ 'ਚ ਰੱਖ ਕੇ ਉਹ ਜਿਹੜੇ ਯਮਦੂਤ ਆ ਸਜਾ ਦਿੰਦੇ ਆ। ਅਤੇ ਇਸ ਪ੍ਰਕਾਰ ਜਿਹੜੇ ਰਸ ਕਸ ਭੋਗੇ ਹਨ, ਸੋ ਇਸ ਤਰ੍ਹਾਂ ਯਮਾਂ ਦੇ ਵਸ ਪਿਆ ਹੋਇਆ ਜਾਂ ਜੰਮਣ ਮਰਨ ਦੇ ਵਿੱਚ ਪੈ ਗਿਆ, ਕੜਾਹੇ 'ਚ ਪਾਇਆ ਹੋਇਆ, ਦੁੱਖਾਂ ਦੇ ਵਿੱਚ ਪਿਆ ਹੋਇਆ, ਦੁੱਖਾਂ ਰੂਪੀ ਟੱਟਰ ਵਿੱਚ ਪਿਆ ਹੋਇਆ, ਤਪਦਾ ਅਤੇ ਵਿਰਲਾਪ ਕਰਦਾ। ਸੋ ਇਸ ਪ੍ਰਕਾਰ ਜਿਹੜਾ ਇਹਦਾ ਫੋਗ ਹੈ, ਜਿਹੜੇ ਇੰਦਰੀ ਆਦਿਕ ਹਨ ਉਹ ਵੀ ਅੱਗ ਦੇ ਵਿੱਚ ਮਨ ਨੂੰ ਸੜਦੇ ਹਨ, ਭਾਵ ਦੁੱਖ ਭੋਗਦੇ ਹਨ। ਨਾਨਕ ਮਿੱਠਾ ਪਤਰੀ ਹੈ। ਇਹ ਮਿਠਾਸ ਜਿਹੜੀ ਵਿਸ਼ੇ ਸੁਖ ਮਿਠਾਸ ਹੈ, ਇਹਦਾ ਕਰਕੇ ਪਤਰੀਆ ਖੁਆਰ ਹੋਈਦਾ ਹੈ। ਦੁਨੀਆ ਦੇ ਲੋਕੋ ਆ ਕੇ ਵੇਖ ਲਓ ਗੰਨੇ ਦਾ ਹਾਲ, ਤੁਹਾਨੂੰ ਸਮਝਾਉਨੇ। ਇਸ ਗੰਨੇ ਵਰਗੀ ਹਾਲਤ ਆਪਣੀ ਵੀ ਹੋ ਸਕਦੀ ਹੈ। ਪੌੜੀ। ਫਿਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਪੌੜੀ ਵਿੱਚ ਉਪਦੇਸ਼ ਦੇ ਰਹੇ ਨੇ। ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ। ਇੱਕ ਜਿਹੜੇ ਦੁਨੀਆ ਦੇ ਲੋਕ ਹਨ ਕਈ, ਇਕਨਾਂ ਨੂੰ ਮਰਨਾ ਭੁੱਲ ਹੀ ਗਿਆ ਹੈ। ਮਰਨਾ ਮਨੋਂ ਵਿਸਾਰਿਆ ਸੁਖ ਦਾਤਾ ਦਾਤਾਰ। ਇੱਕ ਵਾਹਿਗੁਰੂ ਭੁੱਲ ਗਿਆ ਹੈ। ਜਿਵੇਂ ਬਚਨ ਹਨ, ਖਾਣਾ ਪੀਣਾ ਹੱਸਣਾ ਸੌਣਾ, ਇਹ ਗੱਲਾਂ ਤਾਂ ਚੇਤੇ ਹਨ। ਖਾਣਾ ਪੀਣਾ ਵੀ, ਹੱਸਣਾ ਵੀ, ਸੌਣਾ ਵੀ, ਅਤੇ ਵਿਸਰ ਗਿਆ ਹੈ ਮਰਨਾ। ਪਰ ਮਰਨਾ ਮੌਤ ਜੀ ਨੂੰ ਵਿਸਰ ਗਈ ਹੈ। ਖਸਮ ਵਿਸਾਰ, ਨਾਲ ਇਹਨੇ ਪਰਮਾਤਮਾ ਨੂੰ ਭੁਲਾਤਾ। ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਇਹੋ ਜਿਹਾ ਜੀਵਨ ਦੇ ਧ੍ਰਿਗਾਕਾਰ ਆ, ਰਹਿਣਾ ਤਾਂ ਹੈ ਨਹੀਂ। ਫਿਰ ਇਹ ਜੀਵਨ ਕਾਹਦਾ ਆਇਆ ਜਿੱਥੋਂ ਲਾਭ ਹੀ ਕੋਈ ਨਾ ਖੱਟਿਆ, ਵਿਅਰਥ ਹੀ ਗਵਾ ਲਿਆ। ਸੋ ਇਸ ਪ੍ਰਕਾਰ ਦੀ ਹਾਲਤ ਸਾਡੀ ਦੱਸ ਰਹੇ ਨੇ ਸਤਿਗੁਰੂ ਮਹਾਰਾਜ। ਸਾਡੀ ਬਹੁਤਿਆਂ ਦੀ ਹਾਲਤ ਇਹ ਹੀ ਹੈ। ਜਦੋਂ ਕੋਈ ਚੜ੍ਹਾਈ ਕਰਦਾ ਅਸੀਂ ਕਹਿੰਦੇ ਉਹ ਫਲਾਨਾ ਗੁਜ਼ਰ ਗਿਆ। ਥੋੜ੍ਹਾ ਜਿਹਾ ਖਿਆਲ ਆਪਣਾ ਆਉਂਦਾ ਫਿਰ ਵਿਸਰ ਜਾਂਦਾ। ਸੋ ਇਉਂ ਕੋਈ ਵਿਰਲੇ ਟਾਵੇਂ ਨੇ ਜਿਹੜਾ ਵੀ ਪੁਰਾਣੀ ਚੜ੍ਹਾਈ ਕਰਦਾ ਉਹ ਇੱਕ ਸੰਦੇਸ਼ਾ ਦੇ ਕੇ ਜਾਂਦਾ ਵੀ ਭਾਈ ਮੈਂ ਚੱਲਿਆ, ਤੁਸੀਂ ਵੀ ਆਉਣਾ ਹੈ। ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣ ਹਾਰ। ਸੋ ਇਸ ਪ੍ਰਕਾਰ ਜਿਹੜੇ ਹੋਰਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਸਾਡੇ ਸੱਜਣ ਜੀਰਾਨ ਸ਼ਮਸ਼ਾਨ ਭੂਮਿਕਾ 'ਚ ਜਾ ਕੇ ਸੌਂ ਗਏ ਆ, ਨਾਲ ਮਾਰੇ ਕਹਿੰਦੇ ਹੰਪੀ ਵੰਝਾਂ ਡੁੰਮਣੀ ਰੋਵਾਂ ਝੀਣੀ ਬਾਣ।
मैं भी जाना ही है। सो इस प्रकार चेते रखना चाहिए। फरीद जी ने कहा है कि फरीदा पंख परां होनी, एक तो पंछियां वत तेरा वासा संसार ते, जिवें पंछी रात नूं आलणे च उतरदे आ, सवेरे दिन चढ़िया उड़ जाते आ, ते एक प्राहुणिਆਂ वर्गा। प्राहुणे किसी के घर आउण, भावें मखमली छेज दित्ती जाए, 36 प्रकार के भोजन खाण नूं दित्ते जाण, पर उस आए हुए प्राहुणे का अपना चित्त जिहड़ा परिवार च ही रहिंदा। उहनूं पता भी बहुते दिन मैं इत्थे नहीं रह सकदा। एक दिन रहा, 2 दिन रहा, तीजे दिन ना, चौथे दिन 5 7 दिन कह ही देना चला जा अपने घर में भाई। तो प्राहुणचारी तो थोड़े चिर वास्ते ही है ना। पंख परा होने, दुनी सुहावा बाग, दुनिया शोभनीक बाग है। नौबत वजी सुबह स्यों, सुबह सवेर जदों दी हुई है, जदों दा तेरा जन्म होया, उदों दी नौबतां नगारे तेरे कन्नां 'च खड़क रहे हैं। ਚੱਲਣ का कर साज, वो नौबतां नगारे वज रहे भी फलाना अज गुजरिया, अज फलाना गुजरिया, अज फलाना चला गया। तू भी चले जाना, चले जाण लई कोई बंदोबस्त कर, कोई साजो समान तू भी बन ला। सो इस प्रकार हजूर कहते लोगों नूं मरदियां वेख के अपना मरना इन्हें विसार ही छड्डिया, चित्त च वसाया ही नहीं। एक ना मरण ना चित्त, आस घनेरिया, घनेरिया बहुतियां पदार्थां दी सुखां दी आस इसने चित्त च वसाई हुई। आयो बंदा दुनिया विच वत आस होनी बन, ये आसा ही है जिहड़ी लई फिरदी सानूं। वाशना जुग जुग मेर शरीर का वाशना बद्धा आवा जावे, भाई गुरदास जी कहते ने। आया सी बंदा आस लैके, आसा होण करके जम्मिया, ते वत फिर जदों जांदा आस ऊणी हृदय रूपी पल्ले च बन के जांदा, उस आस के अनुसार फिर अगला जन्म हो जाता। मर मर जम्मह नित किसै ना केरिया, जिहड़े मर मर के नित रोज़ ही जमदे आ, रोज़ रोज़ जमना मतलब घड़ी मुड़ी जमना। एक तो प्रतख रूप च भी मर मर के नित लोग जमदे ने। नित का मतलब छेती छेती, थोड़ा जीवन भोग लिया मर गए, फिर अगला जन्म शुरू हो गया, फिर भोग लिया फिर मर गए। इस प्रकार रोज़ ही सदा ही मर मर के जमदे ने। एक आसा दे विच भी कदे किसी तरह की बिरती, कदे किसी तरह की। सो ये इस पासे भी मनुख जिहड़ा लगा होया दिने रात जमदा मरदा ही है। मानो मर मर जमै नित किसे ना केरिया, इहो जिहे जीव जिहड़े आ किसे दे नहीं होना, किसे दे यार नहीं। केरिया के किसे ना केरे, किसे दे भी नहीं हन। आपनड़ा मन चित्त कहन चंगेरिया, अपने मन अंदर अपने चित्त दे अंदर अपने आप नूं आप ही चंगा कही जांदे आ। कोई भावें ना कहे, जे वडियाई नहीं कोई करदा फिर अपने आप नूं आप खुद ही चंगा कहण लग पैंदे। सारे ही घाट ना कि नहीं कहाया, कोई भी घट नहीं कहाउंदा। कोई नहीं कहता मैं किसी गलों घट हाँ जां बुरा हाँ, मैं ऊणा हाँ अधूरा हाँ, मैं गलतियां करदा, इंज ते कोई कहता ही नहीं। पर कबीर जी ने कहा, कबीर सब ते हम बुरे, हम तज भलो सब कोय, जिन ऐसा कर बूझिया मीत हमारा सो। साडा मित्र तो ही बन सकदा जिन्हें इहो जिहा भाव बुझ लिया हृदय अंदर। सो हम नहीं चंगे बुरा नहीं कोई, प्रणवत नानक तारे सोए। उन्होंने परमेश्वर तारदा जिहड़ा कहंदा असीं चंगे है ही नहीं, तो बुरा कोई दिसदा नहीं। जिवें आप भला सब जग भला, सब को भला भले दे लेखा है। आप बुरा सब जग बुरा, सब को बुरा बुरे दे लेखा है। आप भला सब जग भला, भला भला सबना कर देखा। भाई गुरदास जी जिहड़ा आप भला सारिਆਂ ਨੂੰ भले करके वेखदा, जिहड़ा आप बुरा है उन्होंने सारे बुरे ही दिसदे ने। बुरा ना कोई जो तिष्ठरा है, दुर्योधन कोई भला ना देखा, दुर्योधन नूं भला कोई नहीं लभदा, जो तिष्ठर वास्ते बुरा ही कोई नहीं। इस प्रकार अपने आप नूं चंगा जिहड़ा समझदा उन्होंने दूजे सब बुरे ही दिसदे ने, पर जो अपने आप नूं माड़ा समझदा उन्होंने सारे भले दिसदे ने। जो आप जो भला है, ये निमरता नहीं है साडे अंदर, असीं अपने आप नूं चंगा सलाही जाने कही जाने। जम राज है नित नित मनमुख हेरिया, जिहड़ा जम राज है ना धर्म राजा ते उहदे दूत नित नित रोज़ ही मनमुखां वाल ही वेखदे ने। जिहड़ा मनमुख बंदा रोज़ ही जमराज वालों वेख्या जांदा, भाव ताड़िया जांदा, निगाह रखी जांदी, अधीन कीता जांदा मनमुख नूं जमराज वालों। मनमुख लूण हाराम क्या ना जाणिया, जो आप हुदरा मनुख है, मन के पिछे लगन वाला मनुख है ना, मन नूं जिहने मुखी बनाया होया, वो वाहिगुरू दा लूण परमात्मा दे भाव पदार्थ बख्शे हुए, सुख बख्शे हुए भोग के हराम करदा। एहसान मंद नहीं हुंदा, एहसान फरामोश हुंदा। अकिरत कण है, परमात्मा वल्लों जिहड़ा अकिरत कण बन गया।
ਉਸ ਦੇ ਉਪਕਾਰਾਂ ਨੂੰ ਨਾ ਚੇਤੇ ਰੱਖਣਾ। ਲੂਣ ਖਾਏ ਕਰੈ ਹਰਾਮ ਖੋਰੀ, ਪੇਖਤ ਨੈਣ ਬਿਦਾਰਿਆ। ਸੋ ਇਸ ਪ੍ਰਕਾਰ ਲੂਣ ਸਾਹਿਬ ਦਾ ਖਾਏ ਕੈ ਰਣ ਅੰਦਰ ਲੜ ਮਰੈ ਸੋ ਜਾਪੈ, ਸੀਸ ਵੱਡੇ ਹਥਿਆਰ ਕਰ ਵਰਿਆਮਾ ਵਰਿਆਮ ਸੰਜਾਪੈ। ਜਿਹੜਾ ਵਾਹਿਗੁਰੂ ਨੂੰ ਸਿਮਰੇ, ਭਜਨ ਕਰੇ, ਸ਼ੁਕਰਾਨਾ ਕਰੇ, ਉਹ ਸੂਰਮਾ ਹੈ। ਤੇ ਮਨਮੁਖ ਲੂਣ ਹਰਾਮ ਹੈ, ਕਿਆ ਨਾ ਜਾਣ। ਕੀ ਪ੍ਰਮਾਤਮਾ ਨੇ ਸਾਡੇ ਲਈ ਕੀਤਾ, ਉਹਨੇ ਜਾਣਿਆ ਹੀ ਕੁਛ ਨਹੀਂ ਹੈ। ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ। ਜਿਨ੍ਹਾਂ ਨੂੰ ਵਾਹਿਗੁਰੂ ਵਿਸਰ ਗਿਆ ਉਹ ਅਕਿਰਤ ਘਣ ਹਨ। ਇਸੇ ਦੋਸ਼ ਕਰਕੇ ਜੂਨਾਂ 'ਚ ਪਾ ਕੇ ਭਰਮਾਏ ਜਾਂਦੇ ਨੇ। ਭਾਈ ਗੁਰਦਾਸ ਨੇ ਸਭ ਤੋਂ ਵੱਡਾ ਗੁਨਾਹਗਾਰ ਤੇ ਪਾਪੀ ਅਕਿਰਤ ਘਣ ਨੂੰ ਮੰਨਿਆ ਹੈ। 2 ਬਚਨ ਉਹਨਾਂ ਦੇ ਹਨ। ਭਾਈ ਸਾਹਿਬ ਕਹਿੰਦੇ ਨੇ ਭਈ ਮਦ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ। ਸ਼ਰਾਬ ਵਿੱਚ ਪਾ ਕੇ ਮਰੇ ਕੁੱਤੇ ਦਾ ਮਾਸ ਰਿੰਨ੍ਹਿਆ ਆਇਆ ਸੀ। ਮਦ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ। ਮਰੇ ਮਨੁੱਖ ਦੀ ਖੋਪਰੀ ਪਈ ਸੀ, ਉਹਦੇ 'ਚ ਪਾ ਤਾ, ਬਦਬੂ ਆਉਂਦੀ ਸੀ। ਔਰ ਰਤੂ ਭਰਿਆ ਕੱਪੜਾ ਕਰ ਕੱਜਣ ਤਾਸ। ਖੂਨ ਨਾਲ ਲੱਥ ਪੱਥ ਲਿਬੜਿਆ ਹੋਇਆ ਕੱਪੜਾ ਉੱਤੇ ਦੇ ਕੇ ਉਹ ਮਾਸ ਕੱਜਿਆ ਹੋਇਆ। ਸਾਰੀਆਂ ਪਲੀਤ ਚੀਜ਼ਾਂ ਸ਼ਰਾਬ ਵਿੱਚ ਪਾ ਕੇ ਰਿੰਨ੍ਹਿਆ ਹੋਇਆ, ਮਾਸ ਕੁੱਤੇ ਦਾ ਮਰੇ ਬੰਦੇ ਦੀ ਖੋਪਰੀ 'ਚ ਪਾਇਆ ਹੋਇਆ, ਖੂਨ ਨਾਲ ਲਿਬੜਿਆ ਕੱਪੜਾ, ਪਲੀਤ ਕੱਪੜਾ ਉੱਤੇ ਦਿੱਤਾ ਹੋਇਆ। ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ। ਇਸ ਸਿੱਖਿਆ ਨੂੰ ਕਿ ਅਸੀਂ ਇਹਨੂੰ ਭੋਗਾਂਗੇ, ਆਨੰਦ ਮਾਣਾਂਗੇ, ਭੋਜਨ ਖਾਵਾਂਗੇ। ਤੇ ਪਲੀਤ ਸਰੀਰ ਵਾਲੀ ਔਰਤ ਢੱਕ ਢੱਕ ਕੇ ਲਈ ਜਾਂਦੀ ਸੀ। ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ। ਕਿਸੇ ਨੇ ਸਮਝਿਆ ਬੜੀ ਕੀਮਤੀ ਚੀਜ਼ ਹੈ। ਕਿਸੇ ਨੇ ਬੋਲ ਕੇ ਪੁੱਛਿਆ, ਬੀਬੀ ਇਹ ਕੀ ਲੁਕਾ ਕੇ ਲਈ ਜਾਂਦੀ? ਉਹਨੇ ਦੱਸਿਆ ਸਾਰਾ ਕੁਝ ਵੀ ਇਹ ਮਰੇ ਬੰਦੇ ਦਾ ਮਰੇ ਕੁੱਤੇ ਦਾ ਮਾਸ ਮਰੇ ਬੰਦੇ ਦੀ ਖੋਪਰੀ 'ਚ ਪਾਇਆ ਹੋਇਆ, ਖੂਨ ਨਾਲ ਲਿਬੜੇ ਕੱਪੜੇ ਨਾਲ ਢੱਕਿਆ ਹੋਇਆ। ਮੇਰਾ ਸਰੀਰ ਵੀ ਪਲੀਤ, ਮੈਂ ਨੀਵੀਂ ਜਾਤ ਦੀ ਔਰਤ, ਮੈਂ ਲੁਕਾ ਲਈ ਜਾਂਦੀ ਹਾਂ। ਨਜ਼ਰ ਪਵੇ ਅਕਿਰਤ ਘਣ ਮਤ ਹੋਏ ਵਿਨਾਸ਼। ਕਿਸੇ ਅਕਿਰਤ ਘਣ ਦੀ ਨਜ਼ਰ ਪੈ ਕੇ ਕਿਤੇ ਇਹ ਬਰਬਾਦ ਨਾ ਹੋ ਜਾਏ, ਭਈ ਖਾਣ ਦੇ ਯੋਗ ਨਾ ਰਹੇ। ਜੇ ਕਿਸੇ ਅਕਿਰਤ ਘਣ ਦੀ ਪਾਪੀ ਦੀ ਨਜ਼ਰ ਪੈ ਗਈ ਤਾਂ ਅਕਿਰਤ ਘਣ ਨੂੰ ਏਡਾ ਪਲੀਤ ਮੰਨਿਆ ਭਾਈ ਗੁਰਦਾਸ। ਫਿਰ ਦੂਜਾ ਬਚਨ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਭਾਈ ਜੀ ਕਹਿੰਦੇ ਨੇ ਧਰਤੀ ਨੂੰ ਕਿਸ ਚੀਜ਼ ਦਾ ਭਾਰ ਵਿਆਪਦਾ ਹੈ, ਮਹਿਸੂਸ ਹੁੰਦਾ ਹੈ। ਵੱਡੇ ਵੱਡੇ ਪਰਬਤ ਪਹਾੜ ਜਿਹੜੇ ਅਸਮਾਨ ਨੂੰ ਚੋਟੀਆਂ ਖਿੰਦੀਆਂ ਪਈਆਂ, ਉਹਨਾਂ ਪਰਬਤਾਂ ਦਾ ਵੀ ਭਾਰ ਧਰਤੀ ਨਹੀਂ ਮਹਿਸੂਸ ਕਰਦੀ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵੰਦੇ। ਸਾਇਰਾਂ ਸਮੁੰਦਰਾਂ ਦਾ, ਨਦੀਆਂ ਵਾੜਿਆਂ ਦਾ ਜਿਹੜੇ ਵਹਿੰਦੇ ਪਏ ਨੇ ਪਾਣੀ ਦੇ ਸੋਮੇ, ਉਹਨਾਂ ਦਾ ਵੀ ਭਾਰ ਨਹੀਂ। ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫੁਲੰਦੇ। ਫਲਾਂ ਨਾਲ ਲੱਦੇ ਪੱਥੇ ਵੱਡੇ ਵੱਡੇ ਬਿਰਸ਼ ਬੂਟੇ, ਉਹਨਾਂ ਦਾ ਭਾਰ ਵੀ ਧਰਤੀ ਨੂੰ ਨਹੀਂ ਵਿਆਪਦਾ। ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ। ਅਨੇਕਾਂ ਜੀ ਜੰਤ ਧਰਤੀ ਤੇ ਤੁਰੇ ਫਿਰਦੇ ਨੇ, ਧਰਤੀ ਬੜੀ ਖੁਸ਼ੀ ਨਾਲ ਭਾਰ ਚੁੱਕੀ ਫਿਰਦੀ ਹੈ। ਫਿਰ ਜੀ ਕਿਸ ਚੀਜ਼ ਦਾ ਭਾਰ ਮਹਿਸੂਸ ਕਰਦੀ? ਭਾਈ ਜੀ ਕਹਿੰਦੇ ਨੇ ਭਾਰੇ ਭੋਏ ਅਕਿਰਤ ਘਣ ਮੰਦੀ ਹੋ ਮੰਦੇ। ਮੰਦਿਆਂ ਤੋਂ ਮੰਦੇ ਅਕਿਰਤ ਘਣ ਨੇ, ਉਹਨਾਂ ਦਾ ਭਾਰ ਧਰਤੀ ਮਹਿਸੂਸ ਕਰਦੀ ਹੈ ਵੀ ਹੇ ਵਾਹਿਗੁਰੂ ਇਹਨਾਂ ਨੂੰ ਲਾ ਦੇ ਮੇਰੇ ਤੋਂ, ਮੈਥੋਂ ਇਹਨਾਂ ਪਾਪੀਆਂ ਦਾ ਭਾਰ ਨਹੀਂ ਚੱਲਿਆ ਜਾਂਦਾ। ਇਸ ਕਰਕੇ ਜਿਹੜਾ ਵਾਹਿਗੁਰੂ ਨੇ ਸਾਡੇ ਤੇ ਬੇਅੰਤ ਉਪਕਾਰ ਕੀਤੇ ਨੇ, ਉਹ ਕਰਜ਼ਾ ਕਦੇ ਅਸੀਂ ਲਾ ਸਕਦੇ ਹਾਂ? ਨਹੀਂ ਅਸੀਂ ਜਾਣਿਆ, ਵਾਹਿਗੁਰੂ ਦੇ ਉਪਕਾਰਾਂ ਨੂੰ ਨਹੀਂ ਜਾਣਿਆ। ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ। ਇੱਕ ਥੋੜ੍ਹੀ ਜਿਹੀ ਅਰਜ਼ ਹੈ, ਜਿਹੜਾ ਹਰਿਮੰਦਰ ਸਾਹਿਬ ਦੂਜੀ ਛੱਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੱਥ ਲਿਖ ਸਰੂਪ ਪ੍ਰਕਾਸ਼ ਹੈ, ਉੱਥੋਂ ਪਤਾ ਲੱਗਾ ਵੀ ਉੱਥੇ ਕੀਆ ਪਾਠ ਲਿਖਿਆ ਹੈ। ਮਨਮੁਖ ਲੂਣ ਹਰਾਮ ਕੀਆ ਨਾ ਜਾਣਿਆ। ਕਿਆ ਦੀ ਥਾਂ ਕੀਆ, ਪਰ ਜਿੰਨੇ ਸਰੂਪ ਛਾਪੇ ਦੇ ਹਨ ਸਾਰਿਆਂ ਵਿੱਚ ਕਿਆ ਹੀ ਲਿਖਿਆ ਹੋਇਆ। ਇਹ ਹੋ ਸਕਦਾ ਵੀ ਛਪਾਈ ਵੇਲੇ ਗਲਤੀ ਲੱਗੀ ਹੋਵੇ, ਜਾਂ ਉਸ ਸਰੂਪ ਦੇ ਲਿਖਾਰੀ ਦੇ ਤਾਈਂ ਗਲਤੀ ਲੱਗੀ, ਉੱਥੇ ਕੀਆ ਲਿਖਿਆ ਹੈ। ਕਿਆ ਅਰਥ ਤਕਰੀਬਨ ਉਹੀ ਕੀਤਾ ਸਾਰਿਆਂ ਨੇ, ਭਈ ਮਨਮੁਖ ਜਿਹੜਾ ਲੂਣ ਹਰਾਮੀ ਆ, ਅਤੇ ਉਹਨੇ ਪ੍ਰਮਾਤਮਾ ਦੇ ਜਿਹੜੇ ਕੀਤੇ ਉਪਕਾਰ ਨੇ, ਜੋ ਕੁਛ ਵਾਹਿਗੁਰੂ ਨੇ ਕੀਤਾ ਉਸਨੂੰ ਜਾਣਿਆ ਨਹੀਂ। ਬੱਧੇ ਕਰਨ ਸਲਾਮ ਖਸਮ ਨਾ ਪਾਣਿਆ। ਜਦੋਂ ਕਿਤੇ ਉਹ ਮਨਮੁਖ ਜੀਵ ਵੱਧ ਜਾਂਦੇ, ਜਿਵੇਂ ਕਿਸੇ ਨੂੰ ਸਜ਼ਾ ਹੋ ਜਾਏ, ਕੈਦ ਕੋਠੜੀ 'ਚ ਪਾ ਦਿੱਤਾ ਜਾਏ, ਕੋਈ ਦੁੱਖ ਤਕਲੀਫ ਐਸਾ ਆ ਜਾਏ ਵੀ ਕਿਸੇ ਤਰ੍ਹਾਂ ਵੀ ਉਹ ਮਰਜ਼ ਹਟੇ ਨਾ, ਉਹ ਰੋਗ ਨਾ ਦੂਰ ਹੋਵੇ, ਅਤੇ ਉਦੋਂ ਬੱਧੇ ਰੁੱਧੇ ਫਿਰ ਸਲਾਮ ਕਰਨ। ਜਿਵੇਂ ਇੱਕ ਵਿਅਕਤੀ ਨੇ ਦੱਸਿਆ ਸੀ ਮੈਨੂੰ, ਸੱਜਣ ਨੇ, ਭਈ ਮੇਰਾ ਇੱਕ ਵਾਕਬਕਾਰ ਹੈ, ਅਤੇ ਉਹ ਕਹਿੰਦਾ ਸੀ ਪਰਮਾਤਮਾ ਹੈ ਹੀ ਨਹੀਂ, ਆਪਣੀ ਮਿਹਨਤ ਕਰਕੇ ਜੋ ਮਰਜ਼ੀ ਤੁਸੀਂ ਬਣ ਸਕਦੇ ਹੋ, ਰੱਬ ਦਿਮਾਗ ਆਪਣੇ ਕੋਲ ਹੈ, ਸੁਰਤ ਅਕਲ ਹੈ,
ਆਪ ਮਿਹਨਤ ਕਰਕੇ ਸਭ ਕੁਝ ਕਰ ਸਕਦੇ। ਇੱਕੋ ਇੱਕ ਉਹਦੀ ਬੇਟੀ ਸੀ, ਫਿਰ ਉਹ ਕਿਤੇ ਉੱਪਰੋਂ ਡਿੱਗ ਪਈ ਮਕਾਨ ਦੇ ਉੱਪਰੋਂ ਡਿੱਗ ਪਈ ਅਤੇ ਉਹ ਬੇਹੋਸ਼ ਹਸਪਤਾਲ ਵਿੱਚ ਪਈ ਸੀ, ਕੋਮਾ ਵਿੱਚ ਸੀ। ਉਦੋਂ ਉਹ ਵਿਅਕਤੀ ਬੜਾ ਦੁਖੀ ਸੀ। ਕਹਿੰਦੇ ਮੈਂ ਉਸ ਕੋਲ ਗਿਆ ਪਤਾ ਲੈਣ ਲਈ ਹੌਸਪੀਟਲ ਵਿੱਚ, ਅਤੇ ਆਪਣੇ ਆਪ ਉਹਦੇ ਮੂੰਹ ਤੋਂ ਨਿਕਲਿਆ ਜਦੋਂ ਹਾਲ ਚਾਲ ਪੁੱਛਿਆ ਬੇਟੀ ਦਾ, ਅਤੇ ਉਹਨੇ ਕਿਹਾ ਵੀ ਹੁਣ ਤਾਂ ਵੀ ਪਰਮਾਤਮਾ ਹੀ ਆ, ਜੇ ਬਚਾ ਦੇ ਤਾਂ ਹੋਰ ਡਾਕਟਰਾਂ ਵੱਲੋਂ ਤਾਂ ਬੇਵੱਸੀ ਹੱਥ ਖੜ੍ਹੇ ਨੇ। ਤਾਂ ਮੈਂ ਉਸ ਨੂੰ ਕਿਹਾ ਵੀ ਸੱਜਣਾ, ਹੁਣ ਤੈਨੂੰ ਪਰਮਾਤਮਾ ਚੇਤੇ ਆ ਗਿਆ, ਪਹਿਲਾਂ ਤਾਂ ਤੂੰ ਮੰਨਦਾ ਹੀ ਨਹੀਂ ਸੀ ਕਿ ਪਰਮਾਤਮਾ ਵੀ ਕਿਤੇ ਹੈ, ਉਹਦੇ ਹੱਥ 'ਚ ਵੀ ਕੋਈ ਡੋਰ ਹੈ, ਪਹਿਲਾਂ ਆਪਣੇ ਹੱਥ 'ਚ ਹੀ ਸਮਝੀ ਹੋਈ ਸੀ। ਸੋ ਇਸ ਪ੍ਰਕਾਰ ਕਈ ਵਾਰੀ ਫਿਰ ਬੱਧੇ ਹੋਏ ਲੋਕ ਸਲਾਮ ਕਰਦੇ ਨੇ ਬੱਧੇ ਰੁੱਧੇ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਪਰਮੇਸ਼ਰ ਬੜਾ ਦਿਆਲੂ ਕਿਰਪਾਲੂ ਹੈ। ਜਦੋਂ ਜੀਵ ਦੁਖੀ ਹੁੰਦੇ ਨੇ, ਬੱਧੇ ਵੀ ਹੋਣ, ਤਕਲੀਫ ਵਿੱਚ ਵੀ ਹੋਣ, ਉਦੋਂ ਵੀ ਜੇ ਪਰਮੇਸ਼ਰ ਨੂੰ ਆਰਾਧਨ ਸਹਾਇਤਾ ਚਾਹੁਣ ਤਾਂ ਪਰਮਾਤਮਾ ਸਹਾਇਤਾ ਕਰਦਾ। ਪਰ ਖਸਮ ਨੂੰ ਨਾ ਭਾਣਿਆ ਪਾਉਂਦੇ ਨਹੀਂ, ਖਸਮ ਨਾ ਭਾਣਿਆ, ਖਸਮ ਦੇ ਭਾਣੇ ਵਿੱਚ ਨਹੀਂ ਉਹ ਚੱਲਦੇ। ਭਾਣੇ 'ਚ ਰਜਾ 'ਚ ਉਹਦਾ ਭਗਤ ਹੀ ਚੱਲਦਾ, ਅਤੇ ਖਸਮ ਨੂੰ ਨਾ ਭਾਣਿਆ ਚੰਗੇ ਨਹੀਂ ਲੱਗਦੇ ਉਹ ਜਿਹੜੇ ਵਾਹਿਗੁਰੂ ਨੂੰ ਵਸਾਰ ਕੇ ਚੱਲਣ। ਦੁੱਖ ਦੇ ਵੇਲੇ ਦੁੱਖ ਲੱਗ ਗਿਆ ਤਾਂ ਰਾਮ ਪੁਕਾਰਾ ਹੈ, ਉਦੋਂ ਕਹਿਣ ਸਾਡਾ ਦੁੱਖ ਦੂਰ ਕਰ, ਅਤੇ ਅੱਗੋਂ ਪਿੱਛੋਂ ਵਾਹਿਗੁਰੂ ਨੂੰ ਭੁਲਾ ਹੀ ਦਈਏ ਅਸੀਂ। ਸਾਡੀ ਹਾਲਤ ਇਹੀ ਹੈ। ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ। ਜੇ ਸੱਚ ਸਰੂਪ ਪਰਮੇਸ਼ਰ ਦਾ ਮਿਲਾਪ ਹੋ ਜਾਏ, ਮੁੱਖ ਵਿੱਚ ਨਾਮ ਹੋਵੇ, ਸਾਹਿਬ ਭਾਵਸੀ, ਤਾਂ ਸਾਹਿਬ ਨੂੰ ਇਹ ਚੰਗਾ ਲੱਗਦਾ। ਕਿਉਂ ਜੀ? ਇੱਥੇ ਪ੍ਰਸ਼ਨ ਉੱਠਦਾ ਹੈ ਵੀ ਵਾਹਿਗੁਰੂ ਦਾ ਨਾਮ ਜਪੀਏ, ਉਹਦੀਆਂ ਵਡਿਆਈਆਂ ਕਰੀਏ, ਅਤੇ ਫਿਰ ਫਲਾਉਣੀ ਹੋ ਗਈ ਨਾ। ਪਰਮਾਤਮਾ ਫੁੱਲਦਾ ਆਪਣੀ ਵਡਿਆਈ ਸੁਣ ਕੇ? ਨਹੀਂ। ਵਾਹਿਗੁਰੂ ਦੇ ਸੱਚੇ ਨਾਮ ਦੀ ਇਹ ਤਸਵੀਰ ਹੈ ਕਿ ਜਿਸ ਦਾ ਇਹ ਨਾਮ ਹੈ ਨਾ, ਉਹਦੇ ਵਰਗਾ ਸਾਨੂੰ ਬਣਾਉਂਦਾ। ਪਰਮਾਤਮਾ ਵਿੱਚ ਹੰਕਾਰ ਬਿਲਕੁਲ ਹੀ ਨਹੀਂ। ਸਾਰੀ ਸ੍ਰਿਸ਼ਟੀ ਕੁਦਰਤ ਦਾ ਮਾਲਕ ਹੈ ਐਡਾ ਵੱਡਾ, ਅਤੇ ਉਹ ਹੰਕਾਰ ਨਹੀਂ ਕਰਦਾ। ਸਭ ਤੋਂ ਉੱਚਾ ਦੇ ਬਰਾਬਰ ਦਾ ਤਾਂ ਕੋਈ ਹੈ ਹੀ ਨਹੀਂ। ਨਾ ਉਹਦੇ ਅੰਦਰ ਹੰਕਾਰ ਹੈ, ਨਾ ਕੋਈ ਹੋਰ ਵਕਾਰ ਹੈ, ਨਾ ਕੋਈ ਮਾਇਆ ਦੀ ਅਧੀਨਗੀ ਹੈ, ਨਾ ਕੋਈ ਲੇਪ ਸ਼ੇਪ ਮੈਲ ਹੈ। ਸ਼ੁੱਧ ਸਰੂਪ ਹੈ ਵਾਹਿਗੁਰੂ, ਅਤੇ ਉਹਦੇ ਨਾਮ ਨੇ ਸਾਨੂੰ ਉਸ ਪਰਮਾਤਮਾ ਵਰਗੇ ਬਣਾ ਦੇਣਾ। ਜੈਸਾ ਸੇਵਾ ਤੈਸੋ ਹੋਏ। ਸੋ ਉੱਥੇ ਫਿਰ ਨਿਮਰਤਾ ਆ ਜਾਂਦੀ, ਹੰਕਾਰ ਮੁੱਕ ਜਾਂਦਾ। ਜਦੋਂ ਹੰਕਾਰ ਹੈ ਹਿਰਦੇ 'ਚ, ਨਾਮ ਤਾਂ ਨਹੀਂ ਹੁੰਦਾ ਹਿਰਦੇ 'ਚ। ਸੱਚ ਮਿਲੈ ਮੁਖ ਨਾਮ, ਮੁਖ ਦੇ ਵਿੱਚ ਸੱਚ ਸਰੂਪ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਜਾਏ। ਸਾਹਿਬ ਭਾਵਸੀ, ਸਾਹਿਬ ਪਰਮਾਤਮਾ ਨੂੰ ਉਹ ਭਾ ਜਾਣਗੇ ਜੀ। ਕਰਸਨ ਤਖਤ ਸਲਾਮ ਲਿਖਿਆ ਪਾਵਸੀ। ਉਹ ਵਾਹਿਗੁਰੂ ਜੋ ਤਖਤ ਦਾ ਮਾਲਕ ਹੈ, ਉਸ ਦੇ ਤਖਤ ਨੂੰ ਕਰਸਨ ਕਰਦੇ ਹਨ, ਕਰਨਗੇ ਸਲਾਮਾਂ ਨਮਸਕਾਰਾਂ। ਇਹ ਜਿਹੜੀ ਦਾਤ ਹੈ ਨਾ, ਇਹ ਪੂਰਬਲੇ ਨਿਸ਼ਕਾਮ ਕਰਮਾਂ ਦੇ ਫਲ ਵਜੋਂ ਮਸਤਕ 'ਤੇ ਲੇਖ ਲਿਖਿਆ ਹੋਇਆ। ਇਹਦੇ ਅਨੁਸਾਰ ਪਿੱਛੇ ਵੀ ਉਹ ਪਾਉਂਦੇ ਸੀ, ਇਸ ਦਾਤ ਨੂੰ ਹੁਣ ਵੀ ਪਾ ਰਹੇ ਨੇ, ਅੱਗੇ ਨੂੰ ਵੀ ਪਾਉਣਗੇ। ਅਤੇ ਦੂਜਾ ਅਰਥ ਇਹ ਹੈ, ਕਰਸਨ ਤਖਤ ਸਲਾਮ ਲਿਖਿਆ ਪਾਵਸੀ। ਦੁਨੀਆ ਦੇ ਤਮਾਮ ਲੋਕ, ਉਹਨਾਂ ਨੂੰ ਤਖਤ 'ਤੇ ਬੈਠਿਆਂ ਨੂੰ ਲੋਕ ਸਲਾਮਾਂ ਕਰਨਗੇ, ਅਤੇ ਕਿਉਂਕਿ ਉਹਨਾਂ ਨੇ ਪੂਰਬਲੀ ਕਮਾਈ ਕੀਤੀ ਹੋਈ ਹੈ, ਅਤੇ ਉਸ ਕਮਾਈ ਦਾ ਲੇਖ ਮਸਤਕ 'ਤੇ ਲਿਖਿਆ। ਜਿਵੇਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਸੀ ਦੁਰਗੇ ਬ੍ਰਾਹਮਣ ਨੇ, ਅਤੇ ਤੁਹਾਡੇ ਸਿਰ 'ਤੇ ਚੌਰ ਝੁੱਲਣੇ ਨੇ, ਛਤਰ ਹੋਣਗੇ, ਤਖਤ ਦੇ ਵਾਰਸ ਬਣਨਾ ਚਾਹੀਦਾ ਸੀ। ਤਾਂ ਮਹਾਰਾਜ ਕਹਿੰਦੇ ਦਸ਼ਣਾ ਦੱਸ ਕੀ ਲੈਣੀ ਹੈ ਤੂੰ ਬਾਈ, ਜੋ ਆਪਣਾ ਜੋਤਿਸ਼ ਵਿੱਦਿਆ ਦੱਸ ਰਿਹਾ। ਕਹਿਣ ਲੱਗਾ ਮੇਰੇ ਨਾਲ ਵਾਅਦਾ ਕਰੋ ਵੀ ਜਦੋਂ ਇਹ ਪਦਵੀ ਤੁਹਾਨੂੰ ਮਿਲੇ ਉਦੋਂ ਮੈਂ ਜੋ ਮੰਗਾਂ ਬਖਸ਼। ਤਾਂ ਗੁਰੂ ਅਮਰਦਾਸ ਨੇ ਬਚਨ ਕਰਤਾ ਸੀ। ਫਿਰ ਉਸਨੇ ਦੋਵਾਂ ਜਹਾਨਾਂ ਦੇ ਸੁੱਖ ਮੰਗੇ ਸੀ, ਨਾਮ ਧਨ ਵੀ ਅਤੇ ਦੁਨਿਆਵੀ ਧਨ ਵੀ। ਇੱਥੇ ਵੀ ਤੋੜ ਨਹੀਂ ਰਹਿਣੀ ਚਾਹੀਦੀ ਪਦਾਰਥਾਂ ਦੀ, ਅਤੇ ਮਹਾਰਾਜ ਨਾਮ ਵੀ ਚਾਹੀਦਾ, ਜਿਸ ਕਰਕੇ ਤੁਹਾਡੇ ਦਰ 'ਤੇ ਫਿਰ ਮੁੱਖ ਉਜਲਾ ਹੋਵੇ। ਸੋ ਇਸ ਪ੍ਰਕਾਰ ਜੋ ਪੂਰਬਲੇ ਚੰਗੇ ਨਿਸ਼ਕਾਮ ਕਰਮਾਂ ਦੇ ਫਲ ਵਜੋਂ ਲੇਖ ਲਿਖਿਆ ਹੋਇਆ, ਉਹਦੇ ਅਨੁਸਾਰ ਪਾਵੇਗਾ ਕੋਈ ਵੀ, ਅਤੇ ਉਹਨਾਂ ਨੂੰ ਤਖਤ 'ਤੇ ਬੈਠਿਆਂ ਨੂੰ ਸਾਰੇ ਲੋਕ ਸਲਾਮਾਂ ਕਰਨਗੇ, ਨਮਸਕਾਰਾਂ ਕਰਨਗੇ। ਮਹੱਲਾ ਪਹਿਲਾ। ਸਲੋਕ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਲੋਕ ਉਚਾਰਦੇ ਨੇ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ। ਤਾਰੂ ਦਾ ਅਰਥ ਹੈ ਡੂੰਘਾ ਪਾਣੀ, ਜਿਹਦੇ ਵਿੱਚੋਂ ਤਰ ਕੇ ਅੱਗੇ ਲੰਘਿਆ ਜਾ ਸਕੇ, ਹੋਰ ਕਿਸੇ ਤਰੀਕੇ ਨਾਲ ਨਾ ਲੰਘਿਆ ਜਾਏ। ਉਹ ਜਿਹੜਾ ਤਾਰੂ ਪਾਣੀ ਹੈ ਨਾ, ਉਹ ਮੱਛੀ ਨੂੰ ਕਿਆ ਕਰ ਸਕਦਾ। ਪੰਖੀ ਕਿਆ ਆਕਾਸ਼। ਸੋ ਇਸੇ ਪ੍ਰਕਾਰ ਜਿਹੜਾ ਆਕਾਸ਼ ਹੈ, ਬਹੁਤ ਖਲਾਅ ਦੇ ਵਿੱਚ, ਬਹੁਤ ਦੂਰ ਤੱਕ ਫੈਲਿਆ ਆਕਾਸ਼, ਉਹ ਪੰਛੀ ਨੂੰ ਕੀ ਕਰੇਗਾ। ਪੰਛੀ ਤਾਂ ਖੰਭਾਂ ਦੇ ਨਾਲ ਉਡਾਰੀਆਂ ਮਾਰਦਾ ਨਾ,
ਸੋ ਇਸੇ ਪ੍ਰਕਾਰ ਮੱਛੀ ਤਾਰੂ ਕਿਆ ਕਰੇ, ਪੰਛੀ ਕਿਆ ਆਕਾਸ। ਇੰਜ ਵੀ ਅਰਥ ਹੈ ਭਈ ਮੱਛੀ ਜਿਹੜੀ ਹੈ ਡੂੰਘੇ ਪਾਣੀ ਦਾ ਹੱਥ ਤਾਂ ਨਹੀਂ ਨਾ ਲੈ ਸਕਦੀ, ਤੇ ਪੰਛੀ ਜਿਹੜਾ ਉਹ ਆਕਾਸ਼ ਦਾ ਅੰਤ ਕਿਵੇਂ ਪਾ ਲਵੇਗਾ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਜਿਹੜਾ ਪੱਥਰ ਹੈ ਉਹਨੂੰ ਪਾਲਾ ਠੰਡ ਬਰਫ਼ ਆਦਿਕ ਸੀਤ ਜਿਹੜਾ ਹੈ ਉਹ ਕੀ ਕਰ ਸਕਦਾ, ਪੱਥਰ 'ਤੇ ਕੀ ਪ੍ਰਭਾਵ ਹੈ ਪਾਲੇ ਦਾ ਠੰਡ ਦਾ। ਖੁਸਰੇ ਕਿਆ ਘਰ ਵਾਸ, ਤੇ ਖੁਸਰੇ ਨੇ ਘਰ ਵਿੱਚ ਵਾਸਾ ਕੀ ਕਰਨਾ, ਖੁਸਰੇ ਦਾ ਘਰ ਕਿਵੇਂ ਵਸਣਾ, ਨਾ ਉਹਦਾ ਵਿਆਹ ਹੋਏਗਾ ਨਾ ਔਲਾਦ ਪੈਦਾ ਹੋਵੇਗੀ। ਸੋ ਇਸ ਪ੍ਰਕਾਰ ਕੁੱਤੇ ਚੰਦਨ ਲਾਈ ਹੈ ਭੀ ਸੋ ਕੁੱਤੀ ਧਾਤ। ਜੇ ਕੁੱਤੇ ਦੇ ਸਰੀਰ 'ਤੇ ਚੰਦਨ ਲਾ ਦਈਏ, ਚੰਦਨ ਦਾ ਟਿੱਕਾ ਲਾ ਦਈਏ, ਤਾਂ ਫਿਰ ਉਸ ਕੁੱਤੇ ਨੇ ਕੋਈ ਮਹਾਤਮਾ ਤਾਂ ਨਹੀਂ ਨਾ ਬਣ ਜਾਣਾ। ਚੰਦਨ ਲੱਗਾ ਹੋਇਆ ਹੋਵੇ ਕੁੱਤੇ ਦੇ ਸਰੀਰ 'ਤੇ, ਕੋਈ ਮਹਾਨ ਤਾਂ ਨਹੀਂ ਬਣ ਜਾਣਾ, ਫਿਰ ਵੀ ਉਹਦੀ ਕੁੱਤੀਆਂ ਵਾਲੀ ਧਾਤ ਅਸਲਾ ਦਾ ਜਿਹੜਾ ਕੁੱਤਿਆਂ ਵਾਲਾ ਰਹਿਣਾ, ਕੁੱਤੀ ਦਾ ਪੁੱਤ ਹੀ ਰਹਿਣਾ। ਸੋ ਇਸ ਪ੍ਰਕਾਰ ਬੋਲਾ ਜੇ ਸਮਝਾਈ ਹੈ, ਪੜ੍ਹੀ ਹੈ ਸਿਮਰਤ ਪਾਠ। ਜਿਹੜਾ ਕੰਨਾਂ ਤੋਂ ਬੋਲਾ ਡੋਰਾ ਆਦਮੀ ਹੈ, ਜੇ ਉਹਨੂੰ ਸਮਝਾਉਣ ਦਾ ਯਤਨ ਕਰੀਏ, ਸਿਮਰਤੀਆਂ ਆਦਿਕਾਂ ਦੇ ਪਾਠ ਵੀ ਪੜ੍ਹੀ ਜਾਈਏ ਉਹਦੇ ਲਾਗੇ, ਤੇ ਉਹਨੂੰ ਸੁਣਦਾ ਹੀ ਨਹੀਂ, ਉਹਨੂੰ ਕੀ ਪਤਾ ਕੀ ਤੁਸੀਂ ਕਰ ਰਹੇ ਹੋ। ਅੰਧਾ ਚਾਨਣ ਰੱਖੀ ਹੈ ਦੀਵੇ ਬਲਹਿ 50। ਜਿਹੜਾ ਅੰਨਾ ਵਿਅਕਤੀ ਹੈ ਉਹਨੂੰ ਜੇ ਚਾਨਣ ਵਿੱਚ ਵੀ ਰੱਖੀਏ, ਉਹਨੂੰ ਨਹੀਂ ਪਤਾ ਵੀ ਚਾਨਣ ਕੀ ਹੁੰਦਾ, ਅੱਖਾਂ ਤੋਂ ਅੰਨਾ ਹੈ। ਭਾਵੇਂ 50 ਦੀਵੇ ਬਲਦੇ ਹੋਏ ਹੋਣ, ਤੇ ਉਹਨੂੰ ਉੱਥੇ ਲੈ ਜਾਈਏ ਕਮਰੇ 'ਚ, ਤੇ ਉਹ ਦੀਵਿਆਂ 'ਤੇ ਪੈਰ ਰੱਖ ਰੱਖ ਕੇ ਅੱਗੇ ਲੰਘ ਜਾਏਗਾ, ਕਿਉਂਕਿ ਉਹਨੂੰ ਚਾਨਣ ਨਾਲ ਉਹਦਾ ਸੰਬੰਧ ਨਹੀਂ ਬਣਦਾ। ਇਸ ਪ੍ਰਕਾਰ ਚੌਣੇ ਸੋਇਨਾ ਪਾਈ ਹੈ ਚੁਣ ਚੁਣ ਖਾਵੇ ਘਾਸ। ਜਿਹੜਾ ਮੱਝਾਂ ਗਊਆਂ ਦਾ ਵੱਗ ਹੁੰਦਾ, ਚੌਣਾ ਹੁੰਦਾ, ਜੇ ਉਹਨਾਂ ਦੇ ਅੱਗੇ ਸੋਨਾ ਰੱਖ ਦਈਏ, ਤੇ ਹੁਣ ਉਹਨਾਂ ਨੂੰ ਸੋਨੇ ਦੀ ਪਰਖ ਥੋੜ੍ਹੀ ਹੈ ਜਾਂ ਸੋਨੇ ਦੀ ਕਦਰ ਥੋੜ੍ਹੀ ਆ, ਉਹ ਚੁਣ ਚੁਣ ਕੇ ਘਾਹ ਹੀ ਖਾਂਦੀਆਂ ਹਨ। ਜਿਹੜਾ ਵੱਗ ਹੈ ਚੌਣਾ ਹੈ ਉਹ ਚੁਣ ਚੁਣ ਕੇ ਘਾਹ ਹੀ ਖਾਏਗਾ, ਕਿਉਂਕਿ ਉਹਨਾਂ ਨੂੰ ਘਾਹ ਦੀ ਕਦਰ, ਉਹਨਾਂ ਦੀ ਖੁਰਾਕ ਘਾਹ ਹੈ। ਲੋਹਾ ਮਾਰਨ ਪਾਈ ਹੈ ਢਹਿ ਨਾ ਹੋਏ ਕਪਾਸ। ਜਿਹੜਾ ਲੋਹਾ ਹੈ ਇਹਨੂੰ ਪਿਘਲਾਉਣ ਵਾਸਤੇ ਜਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ, ਮਾਰਨ ਮਸਾਲੇ ਜਿਨ੍ਹਾਂ ਨਾਲ ਪਾ ਕੇ ਲੋਹਾ ਪਿਘਲਾਇਆ ਜਾਂਦਾ, ਉਹ ਪਿਘਲ ਤਾਂ ਜਾਂਦਾ ਹੈ, ਪਰ ਪਿਘਲ ਕੇ ਕਪਾਹ ਤਾਂ ਨਹੀਂ ਬਣ ਜਾਂਦਾ ਨਾ, ਕਪਾਹ ਨਹੀਂ ਬਣ ਜਾਏਗਾ। ਤਾਂ ਮਹਾਰਾਜ ਇੱਥੇ ਸਮਝਾ ਰਹੇ ਨੇ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਮੂਰਖ ਹੈ ਨਾ, ਬਿਲਕੁਲ ਮੂਰਖ, ਉਹਦੇ ਇਹ ਗੁਣ ਭਾਵ ਲੱਛਣ ਹਨ। ਉਹ ਜੋ ਕੁਝ ਬੋਲੇਗਾ ਸਦਾ ਵਿਨਾਸ਼, ਨੁਕਸਾਨ ਕਰਨ ਵਾਲਾ ਹੀ ਬੋਲੇਗਾ। ਸੋ ਇਸ ਪ੍ਰਕਾਰ ਆਸਾ ਦੀ ਵਾਰ 'ਚ ਵੀ ਵਚਨ ਆਏ ਨੇ ਵੀ ਜਿਹੜਾ ਮੂਰਖ ਬੰਦਾ ਹੈ, ਬੇਸਮਝ ਹੈ, ਅਣਜਾਣਾ ਹੈ, ਹੋਏ ਇਆਣਾ ਕਰੇ ਕੰਮ ਆਣ ਨਾ ਸਕਿਆ ਰਾਸ। ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਜੇ ਇੱਕ ਅੱਧੀ ਚੰਗੀ ਗੱਲ ਕਰਦੇ ਦੂਜੀ ਫਿਰ ਖਰਾਬ ਕਰ ਦਿੰਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਮੂਰਖਾਂ ਦੇ ਲੱਛਣ ਨੇ। ਭਾਵੇਂ ਅਨੇਕਾਂ ਯਤਨ ਕਰੋ ਉਹਨਾਂ ਨੂੰ ਸਿੱਧੇ ਰਾਹ ਪਾਉਣ ਦੀ, ਉਹ ਸਿੱਧੇ ਰਾਹ ਨਹੀਂ ਪੈਂਦੇ। ਜਬ ਬੋਲੇ ਤਬ ਫੀਕੇ। ਉਹ ਜਦੋਂ ਬੋਲਦਾ ਮੂਰਖ, ਉਹ ਸਦਾ ਨਾਸ ਕਰਨ ਵਾਲੇ ਬਚਨ ਬੋਲਦਾ, ਦਿਲ ਢਾਉਣ ਵਾਲੇ ਬਚਨ ਬੋਲਦਾ ਹੈ, ਜਿਹਦੇ ਬਚਨਾਂ ਨਾਲ ਸਦਾ ਵਿਨਾਸ਼, ਨਾਸ ਹੀ ਹੁੰਦਾ, ਨੁਕਸਾਨ ਹੀ ਹੁੰਦਾ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਸ਼ਲੋਕ ਉਚਾਰਦੇ ਨੇ, ਕਹਿ ਹਾਂ ਕੰਚਨ ਟੁੱਟੈ ਸਾਰ। ਧਾਤਾਂ ਦਾ ਜ਼ਿਕਰ ਕਰ ਰਿਹਾ। ਕਹੇ ਦੀ ਜਿਹੜੀ ਧਾਤ ਦਾ ਭਾਂਡਾ ਬਣਿਆ, ਕੰਚਨ ਸੋਨਾ ਹੈ ਤੇ ਸਾਰ ਲੋਹਾ ਹੈ। ਇਹ ਜਦੋਂ ਟੁੱਟ ਜਾਂਦੇ ਹਨ ਭਾਂਡੇ, ਤੇ ਅਗਨੀ ਗੰਢ ਪਾਏ ਲੋਹਾਰ। ਅੱਗ ਬਾਲ ਕੇ ਸੁਨਿਆਰਾ, ਠਠਿਆਰ ਤੇ ਲੋਹਾਰ। ਇਹਨਾਂ ਧਾਤਾਂ ਦੇ ਵਿੱਚ ਲੋਹਾਰ ਆਦਿਕ ਲਿਖਿਆ, ਕੇਵਲ ਇੱਕ ਲੋਹਾਰ ਹੈ, ਪਰ ਲੋਹੇ ਨੂੰ ਗਾਂਢਾ ਲਾਉਂਦਾ ਲੋਹਾਰ ਅੱਗ ਬਾਲ ਕੇ। ਜਿਹੜਾ ਕੰਚਨ ਹੈ ਉਹਨੂੰ ਸੁਨਿਆਰਾ ਗਾਂਢਾ ਲਾਉਂਦਾ, ਜਿਹੜਾ ਕਹਿਹਾ ਹੈ ਉਹਨੂੰ ਠਠਿਆਰ, ਕਹੇ ਦੇ ਭਾਂਡੇ ਨੂੰ ਟਾਂਕਾ ਲਾ ਦਿੰਦਾ। ਗੋਰੀ ਸੇਤੀ ਟੁੱਟੈ ਪਧਾਰ। ਦੋ ਤਰ੍ਹਾਂ ਨਾਲ ਸੰਬੰਧ ਟੁੱਟਦਾ ਮਰਦ ਤੇ ਔਰਤ ਦਾ, ਪਤੀ ਪਤਨੀ ਦਾ। ਇੱਕ ਤਾਂ ਸਰੀਰ ਨਾ ਰਹੇ, ਪਤੀ ਨਾ ਰਹੇ, ਤੇ ਪਤਨੀ ਵਿਧਵਾ ਹੋ ਗਈ, ਪਤਨੀ ਚੜ੍ਹਾਈ ਕਰ ਜਾਏ ਤੇ ਪਤੀ ਰੰਡਾ ਹੋ ਗਿਆ। ਸੋ ਇਸ ਪ੍ਰਕਾਰ। ਪਰ ਦੂਸਰਾ ਹੈ ਜਿਉਂਦਿਆਂ ਸੰਬੰਧ ਟੁੱਟ ਜਾਂਦੇ ਨੇ। ਹੁਣ ਤਾਂ ਬਹੁਤ ਵੱਡੀ ਪੱਧਰ 'ਤੇ ਸੰਬੰਧ ਟੁੱਟ ਰਹੇ ਨੇ, ਪਰ ਹਜ਼ੂਰ ਕਹਿੰਦੇ ਨੇ ਗੋਰੀ ਸੇਤੀ ਟੁੱਟੈ ਪਧਾਰ। ਗੋਰੀ ਇਸਤਰੀ ਦੇ ਨਾਲੋਂ, ਜਿਹੜਾ ਵਹੁਟੀ ਦੇ ਨਾਲੋਂ ਪਧਾਰ ਪਤੀ ਦਾ ਸੰਬੰਧ ਟੁੱਟਦਾ ਹੈ। ਪੁੱਤੀ ਗੰਢ ਪਵੈ ਸੰਸਾਰ। ਜੇ ਪੁੱਤ ਜੰਮ ਪੈਣ ਤੇ ਫਿਰ ਸੰਸਾਰ ਵਿੱਚ ਉਹ ਗੰਢ ਜਿਹੜੀ ਹੈ ਨਾ ਪਤੀ ਪਤਨੀ ਦੀ ਪੈ ਜਾਂਦੀ ਹੈ, ਫਿਰ ਸੰਬੰਧ ਤੁਰਿਆ ਰਹਿੰਦਾ। ਬੱਚਿਆਂ ਕਰਕੇ ਇੱਕ ਦੂਜੇ ਨੂੰ ਛੱਡਣਾ ਪਸੰਦ ਨਹੀਂ ਕਰਦੇ, ਕਿਉਂਕਿ ਦੋਵੇਂ ਚਾਹੀਦੇ ਨੇ ਬੱਚਿਆਂ ਨੂੰ, ਤਾਂ ਦੋਵਾਂ ਨੂੰ ਬੱਚੇ ਚਾਹੀਦੇ ਨੇ। ਇਹ ਤੇ ਯਾਦ।
ਰਾਜਾ ਮੰਗੈ ਦਿੱਤਾ ਗੰਢ ਪਾਏ। ਜਿਹੜਾ ਰਾਜਾ ਹੈ ਉਹ ਪ੍ਰਜਾ ਦੇ ਕੋਲੋਂ ਕਰ ਮੰਗਦਾ ਹੈ, ਮਾਮਲਾ ਮੰਗਦਾ ਹੈ। ਜੇ ਪ੍ਰਜਾ ਦੇ ਲੋਕ ਦੇਣ ਤਾਂ ਰਾਜੇ ਦੀ ਤੇ ਪ੍ਰਜਾ ਦੀ ਗੰਢ ਪ੍ਰੀਤ ਭਾਵ ਬਣਿਆ ਰਹਿੰਦਾ। ਉਹ ਰੱਖਿਆ ਕਰਦਾ ਦੇਸ਼ ਦੀ, ਉਹਦੀ ਜ਼ਿੰਮੇਵਾਰੀ ਹੈ ਔਰ ਰਾਜ ਪ੍ਰਬੰਧ ਚਲਾਉਂਦਾ ਹੈ। ਅਤੇ ਇਸ ਤਰ੍ਹਾਂ ਪ੍ਰਜਾ ਨਾਲ ਉਹਦੀ ਗੰਢ ਪਈ ਰਹਿੰਦੀ ਹੈ। ਅਤੇ ਜੇ ਨਹੀਂ ਪ੍ਰਜਾ ਦਿੰਦੀ ਤਾਂ ਗੰਢ ਨਹੀਂ ਰਹਿੰਦੀ। ਦਿੱਤਾ ਦੇਣ ਨਾਲ ਗੰਢ ਪੈ ਜਾਂਦੀ ਹੈ ਰਾਜੇ ਦੀ ਅਤੇ ਪ੍ਰਜਾ ਦੀ। ਭੁੱਖਿਆਂ ਗੰਢ ਪਵੈ ਜਾਂ ਖਾਏ। ਜਿਹੜੇ ਢਿੱਡੋਂ ਭੁੱਖੇ ਜੀਵ ਨੇ ਉਹਨਾਂ ਦੀ ਗੰਢ ਸਰੀਰ ਨੂੰ ਚੱਲਦਾ ਰੱਖਣ ਵਾਸਤੇ ਤਾਂ ਹੀ ਪੈਂਦੀ ਹੈ ਸੰਸਾਰ ਵਿੱਚ। ਜੇ ਉਹ ਖਾਣ ਤਾਂ ਭੋਜਨ ਖਾਣ ਨਾਲ ਗੰਢ ਪੈਂਦੀ ਹੈ। ਕਾਲਾ ਗੰਢ ਨਦੀਆਂ ਮੀਂਹ ਝੋਲ। ਸੋ ਇਸ ਪ੍ਰਕਾਰ ਜਿਹੜਾ ਦੁਕਾਲ ਹੈ, ਇੱਕ ਸੁਕਾਲ ਹੈ। ਜਦੋਂ ਧਨ ਧਾਮ ਖੇਤੀਆਂ ਬਹੁਤ ਹੋਣ, ਇੱਕ ਪੁਰਾਣੇ ਸਮਿਆਂ 'ਚ ਮੀਂਹ ਨਾ ਪੈਣ ਕਰਕੇ ਖੇਤੀਆਂ ਨਹੀਂ ਸੀ ਹੁੰਦੀਆਂ, ਉਹਨੂੰ ਕਹਿੰਦੇ ਸੀ ਆਮ ਤੌਰ 'ਤੇ ਕਾਲ, ਪਰ ਅਸਲ ਵਿੱਚ ਦੁਕਾਲ ਉਹਦਾ ਨਾਂ। ਉਹ ਜਿਹੜਾ ਦੁਕਾਲ ਪੈ ਗਿਆ, ਔੜ ਲੱਗੀ ਹੋਈ ਹੈ। ਅਤੇ ਗੰਢ ਨਦੀਆਂ ਮੀਂਹ ਝੋਲ। ਉਸ ਕਾਲ ਦੁਕਾਲ ਨੂੰ ਭੈੜੇ ਸਮੇਂ ਨੂੰ ਗੰਢ ਰੋਕ ਪੈਂਦੀ ਸੀ ਜਾਂ ਪੈਂਦੀ ਹੈ। ਨਦੀਆਂ ਮੀਂਹ ਝੋਲ, ਬਹੁਤ ਜ਼ਿਆਦਾ ਮੀਂਹ ਪਵੇ ਅਤੇ ਨਦੀਆਂ ਦੇ ਵਿੱਚ ਪਾਣੀ ਦੇ ਉਛਾਲੇ ਆ ਜਾਣ ਅਤੇ ਉਸ ਪਾਣੀ ਨਾਲ ਫਿਰ ਖੇਤੀਆਂ ਨੂੰ ਪਾਣੀ ਪਹੁੰਚਦਾ ਨਾ ਨਦੀਆਂ ਦੁਆਰਾ। ਗੰਢ ਪ੍ਰੀਤੀ ਮਿੱਠੇ ਬੋਲ। ਜਿਹੜੀ ਪ੍ਰੀਤ ਦੀ ਗੰਢ ਹੈ ਨਾ, ਉਹ ਤਾਂ ਹੀ ਅੱਗੇ ਚੱਲਦੀ ਹੈ ਦੁਨੀਆ 'ਚ ਮਿੱਠੇ ਬੋਲ ਬੋਲੀਏ। ਮਿੱਠਾ ਬੋਲਣ ਦੇ ਨਾਲ ਪ੍ਰੀਤ ਦੀ ਗੰਢ ਪੈਂਦੀ ਹੈ। ਬੇਦਾ ਗੰਢ ਬੋਲੇ ਸੱਚ ਕੋਏ। ਦੈਵੀ ਗਿਆਨ ਦੇ ਨਾਲ ਗੰਢ ਪ੍ਰੀਤ ਤਾਂ ਪੈਂਦੀ ਹੈ ਜੇ ਕੋਈ ਸੱਚ ਬੋਲੇ ਤਾਂ। ਭਾਵ ਉਹਨਾਂ ਜੋ ਲਿਖੀ ਹੋਈ ਸਿੱਖਿਆ ਹੈ ਉਸ ਸੱਚ ਨੂੰ ਕੋਈ ਧਾਰਨ ਕਰੇ ਅਤੇ ਸੱਚ ਹੀ ਬੋਲੇ ਤਾਂ ਦੈਵੀ ਗਿਆਨ ਨਾਲ ਗੰਢ ਪ੍ਰੀਤ ਬਣੀ ਰਹਿੰਦੀ ਹੈ। ਉਸੇ ਦੀ ਹੈ ਜਿਹਨੇ ਕਮਾਉਣਾ ਹੈ, ਅਤੇ ਵਿਖਾਵਾ ਤਾਂ ਵੱਖਰੀ ਗੱਲ ਹੈ ਨਾ। ਦੈਵੀ ਗਿਆਨ ਦੇ ਨਾਲ ਗੰਢ ਪੈਂਦੀ ਹੈ ਸੱਚ ਬੋਲਣ ਵਾਲੇ ਦੀ। ਮੋਇਆ ਗੰਢ ਨੇਕੀ ਸੱਤ ਹੋਏ। ਜਿਹੜੇ ਜੀਵ ਇਸ ਸੰਸਾਰ ਤੋਂ ਮਰ ਜਾਂਦੇ ਨੇ ਸਰੀਰਕ ਤੌਰ 'ਤੇ, ਉਹਨਾਂ ਦੀ ਵੀ ਸੰਸਾਰ ਨਾਲ ਗੰਢ ਪਈ ਰਹਿ ਸਕਦੀ ਹੈ ਜੇ ਜਿਉਂਦਿਆਂ ਉਹਨਾਂ ਨੇ ਨੇਕੀ ਭਲਾਈ ਕੀਤੀ ਹੋਵੇ ਅਤੇ ਸੱਤ ਦਾਨ ਆਦਿ ਕੀਤਾ ਹੋਵੇ, ਭਲੇ ਕਰਮ ਕੀਤੇ ਹੋਣ, ਤਾਂ ਫਿਰ ਉਹਨਾਂ ਦੀ ਸੰਸਾਰ ਨਾਲ ਗੰਢ ਪਈ ਰਹਿੰਦੀ। ਲੋਕ ਯਾਦ ਕਰਦੇ ਨੇ। ਏਤ ਗੰਢ ਵਰਤੈ ਸੰਸਾਰ। ਏਤ ਗੰਢ। ਸੋ ਇਸ ਪ੍ਰਕਾਰ ਇਹੋ ਜਿਹੀ ਗੰਢ ਪ੍ਰੀਤ ਦਾ ਸੰਸਾਰ ਵਿੱਚ ਵਰਤਾਰਾ ਇੰਝ ਵਰਤ ਰਿਹਾ। ਮੂਰਖ ਗੰਢ ਪਵੈ ਮੋਹਿ ਮਾਰ। ਮੂਰਖ ਦੀ ਮੂਰਖਤਾਈ ਨੂੰ ਰੋਕ ਤਾਂ ਪੈਂਦੀ ਹੈ ਜੇ ਉਹਦੇ ਮੂੰਹ 'ਤੇ ਮਾਰ ਵੱਜੇ ਤਾਂ। ਸੋ ਮੂਰਖ ਉਸ ਤਰ੍ਹਾਂ ਨਹੀਂ ਸੁਧਰਦਾ। ਹੋਰਨਾਂ ਗੱਲਾਂ ਬਾਤਾਂ ਨਾਲ, ਵਿਚਾਰਾਂ ਦਲੀਲਾਂ ਨਾਲ ਮੂਰਖ ਸਿੱਧੇ ਰਾਹ ਨਹੀਂ ਪੈਂਦਾ ਜਾਂ ਹਟਦਾ ਨਹੀਂ ਆਪਣੀ ਮੂਰਖਤਾਈ ਤੋਂ ਜਦੋਂ ਤੱਕ ਮੂੰਹ 'ਤੇ ਮਾਰ ਨਹੀਂ ਪੈਂਦੀ। ਨਾਨਕ ਆਖੈ ਇਹੋ ਵਿਚਾਰ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਅਸੀਂ ਇਹ ਵਿਚਾਰ ਆਖਦੇ ਹਾਂ, ਸਿਫਤੀ ਗੰਢ ਪਵੈ ਦਰਬਾਰ। ਜਿਹੜਾ ਵਾਹਿਗੁਰੂ ਦਾ ਦਰਬਾਰ ਆ ਨਾ, ਉੱਥੇ ਗੰਢ ਪ੍ਰੀਤ ਜਿਹੜੀ ਆ ਤਾਂ ਪੈਂਦੀ ਆ ਜੇ ਉਹ ਵਾਹਿਗੁਰੂ ਦੀਆਂ ਸਿਫਤਾਂ 'ਚ ਰੰਗੇ ਜਾਈਏ ਤਾਂ। ਸਿਫਤਾਂ ਦਾ ਮਾਲਕ ਹੈ ਵਾਹਿਗੁਰੂ, ਤਾਂ ਉਸ ਦੀਆਂ ਸਿਫਤਾਂ ਨਾਲ ਵਿੱਚ ਰੰਗੇ ਗਏ ਅਤੇ ਅਸੀਂ ਉਹਦਾ ਰੂਪ ਬਣ ਜਾਵਾਂਗੇ। ਸਾਡੇ 'ਚ ਵੀ ਉਹਦੇ ਵਾਲੇ ਗੁਣ ਆ ਜਾਣਗੇ, ਵਿਕਾਰ ਮਿਟ ਜਾਣਗੇ, ਮੈਲਾਂ ਮਿਟ ਜਾਣਗੀਆਂ, ਨਿਮਰਤਾ ਆ ਜਾਏਗੀ, ਅਤੇ ਇਸ ਤਰ੍ਹਾਂ ਦੇ ਜੀਵ ਵਾਹਿਗੁਰੂ ਨੂੰ ਪਸੰਦ ਆਉਣਗੇ, ਉਹਦੇ ਦਰਬਾਰ ਵਿੱਚ ਸੁਰਖਰੂ ਹੋ ਕੇ ਜਾਣਗੇ। ਪੌੜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪੌੜੀ ਰਾਹੀਂ ਉਪਦੇਸ਼ ਦੇ ਰਹੇ ਨੇ। ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ। ਆਪ ਹੀ ਸਾਰੀ ਕੁਦਰਤ ਨੂੰ ਸਾਜਿਆ, ਪਰਮਾਤਮਾ ਨੇ ਰਚਿਆ ਹੈ। ਆਪੇ ਸਾਰੇ ਜੀਆਂ ਦੀ ਚੰਗੇ ਬੁਰੇ ਦੀ ਵਿਚਾਰ ਕਰ ਰਿਹਾ ਹੈ, ਦਾਤਾਂ ਦੇਣ ਦੀ ਵਿਚਾਰ ਕਰ ਰਿਹਾ, ਕਿਹੜਾ ਕਿਸ ਦਾਤ ਦਾ ਪਾਤਰ ਹੈ। ਸਭਨਾਂ ਦੀ ਸੰਭਾਲ ਕਰਨ ਦੀ ਵਿਚਾਰ ਪਰਮੇਸ਼ਰ ਆਪ ਕਰਦਾ। ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਇੱਕ ਪਰਮਾਤਮਾ ਦੇ ਜੀਵ ਖੋਟੇ ਬਣ ਗਏ ਹਨ, ਇੱਕ ਖਰੇ ਹਨ, ਸ਼ੁੱਧ ਹਨ। ਆਪ ਹੀ ਵਾਹਿਗੁਰੂ ਪਰਖਣ ਵਾਲਾ, ਉਹਨੂੰ ਪਤਾ ਕਿਹੜਾ ਖੋਟਾ ਅਤੇ ਕਿਹੜਾ ਖਰਾ। ਅਸੀਂ ਕਈ ਵਾਰੀ ਖਰਿਆਂ ਨੂੰ ਖੋਟੇ ਸਮਝ ਲੈਂਦੇ ਹਾਂ, ਕਈ ਵਾਰੀ ਖੋਟਿਆਂ ਨੂੰ ਖਰੇ ਸਮਝ ਲੈਂਦੇ। ਖਰੇ ਖਜ਼ਾਨਾ ਪਾਈਐ। ਖਰੇ ਜਿਹੜੇ ਜੀਵ ਹਨ ਨਾ, ਸ਼ੁੱਧ ਹਨ, ਜਿਹੜੇ ਭਲੇ ਹਨ, ਨੇਕ ਕਰਮੀ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਖਜ਼ਾਨੇ 'ਚ ਪਾਉਂਦਾ। ਜਿਵੇਂ ਜਿਹੜੇ ਮੋਹਰ ਵਾਲੇ ਰੁਪਈਏ ਹਨ, ਸਾਫ ਸੁਥਰੇ ਰੁਪਈਏ ਵਰਤੋਂ 'ਚ ਆਉਣ ਵਾਲੇ, ਉਹਨਾਂ ਨੂੰ ਖਜ਼ਾਨੇ 'ਚ ਪਾਈਦਾ। ਖੋਟੇ ਸੱਟੀਏ ਬਾਹਰ ਵਾਰ। ਤਾਂ ਜਿਹੜੇ ਖੋਟੇ ਹਨ ਬਾਹਰ ਸੁੱਟ ਦਿੱਤੇ ਜਾਂਦੇ ਆ। ਭਾਵ ਪਰਮੇਸ਼ਰ ਉਹਨਾਂ ਨੂੰ ਪਸੰਦ ਨਹੀਂ ਕਰਦਾ, ਦੂਰ ਸੁੱਟ ਦਿੰਦਾ, ਜੰਮਣ ਮਰਨ ਰੂਪੀ ਬਾਹਰ ਵਾਰ ਸੁੱਟ ਦਿੰਦਾ ਹੈ। ਖੋਟੇ ਸੱਚੀ ਦਰਗਾਹ ਸੁੱਟੀ ਹੈ। ਜਿਹੜੇ ਖੋਟੇ ਹਨ ਸੱਚੀ ਦਰਗਾਹ ਵਿੱਚੋਂ ਬਾਹਰ ਸੁੱਟ ਦਿੱਤੇ ਜਾਂਦੇ ਆ। ਕਿਸ ਆਗਿਆ ਕਰੇ ਪੁਕਾਰ। ਭਾਵ ਪ੍ਰਵਾਨ ਨਹੀਂ ਕਰਦਾ ਵਾਹਿਗੁਰੂ, ਅਤੇ ਹੁਣ ਉਸ ਪਰਮਾਤਮਾ ਤੋਂ ਬਗੈਰ ਉਹ ਕਿਸ ਦੇ ਅੱਗੇ ਪੁਕਾਰ ਕਰਨ। ਫਿਰ ਸਤਿਗੁਰ ਪਿੱਛੇ ਭੱਜ ਪਵੈ ਇਹਾ ਕਰਨੀ ਸਾਰ।
ਮਹਾਰਾਜ ਕਹਿੰਦੇ ਜੇ ਉਹ ਸਤਿਗੁਰੂ ਦੇ ਪਿੱਛੇ ਭੱਜ ਕੇ ਪੈਣ ਚਰਨਾਂ 'ਚ ਡਿੱਗ ਪੈਣ ਤਾਂ ਇਹੋ ਹੀ ਜਿਹੜੀ ਕਰਨੀ ਹੈ ਨਾ, ਇਹ ਸਾਰ ਸ੍ਰੇਸ਼ਟ ਹੈ। ਉਹਨਾਂ ਦੇ ਬਚਾਅ ਦਾ ਤਰੀਕਾ ਹੋਰ ਕੋਈ ਕਾਰਗਰ ਨਹੀਂ। ਜੇ ਸਤਿਗੁਰੂ ਦੇ ਵਾਹਿਗੁਰੂ ਦੇ ਦਰਬਾਰ 'ਚੋਂ ਦਰਕਾਰੇ ਗਏ ਹਨ, ਖੋਟੇ ਬਣ ਗਏ ਹਨ, ਪਰਮਾਤਮਾ ਨੇ ਉਹਨਾਂ ਨੂੰ ਕੱਢ ਦਿੱਤਾ, ਬਾਹਰ ਭਜਾ ਦਿੱਤਾ, ਜੰਮਣ ਮਰਨ ਦੇ ਚੱਕਰ 'ਚ ਪਾ ਦਿੱਤਾ। ਅਗਰ ਜੇ ਸਤਿਗੁਰੂ ਦੇ ਚਰਨਾਂ 'ਚ ਆ ਜਾਣ, ਸਤਿਗੁਰੂ ਦੇ ਪਿੱਛੇ ਭੱਜ ਪਵੇ, ਸਤਿਗੁਰੂ ਦੇ ਚਰਨਾਂ ਵਿੱਚ ਭੱਜ ਕੇ ਪੈ ਜਾਣ, ਤਾਂ ਸਤਿਗੁਰੂ ਜੀ ਇਹ ਕਰਨੀ ਉਹਨਾਂ ਦੀ ਸਾਰ ਸ੍ਰੇਸ਼ਟ ਹੋਵੇਗੀ। ਫਿਰ ਕੀ ਹੋਵੇਗਾ? ਸਤਿਗੁਰ ਖੋਟਿਆਂ ਖਰੇ ਕਰੇ। ਖੋਟਿਆਂ ਤੋਂ ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਖਰੇ ਬਣਾ ਦਿੰਦੇ ਆ। ਸ਼ਬਦ ਸਵਾਰਨਹਾਰ। ਤੇ ਕਿਸ ਤਰ੍ਹਾਂ ਖਰੇ ਬਣਾਉਂਦੇ ਆ? ਆਪਣੇ ਸ਼ਬਦ ਦਾ ਜਾਪ ਕਰਾ ਕੇ, ਸ਼ਬਦ ਦੇ ਨਾਲ ਜੋੜ ਕੇ, ਉਪਦੇਸ਼ ਦੇ ਨਾਲ। ਸੋ ਸੱਚੇ ਪਾਤਸ਼ਾਹ ਸਵਾਰਨ ਵਾਲੇ ਹਨ। ਸੱਚੀ ਦਰਗਹਿ ਮੰਨੀਐਨ ਗੁਰ ਕੈ ਪ੍ਰੇਮ ਪਿਆਰ। ਗੁਰੂ ਮਹਾਰਾਜ ਦੇ ਚਰਨਾਂ ਨਾਲ ਪ੍ਰੇਮ ਹੋਣ ਕਰਕੇ ਫਿਰ ਵਾਹਿਗੁਰੂ ਨਾਲ ਸਤਿਗੁਰੂ ਜੀ ਪਿਆਰ ਬਣਾ ਦਿੰਦੇ ਆ ਤੇ ਸੱਚੀ ਦਰਗਾਹ ਦੇ ਅੰਦਰੋਂ ਮੰਨੇ ਜਾਂਦੇ ਹਨ, ਪ੍ਰਵਾਨ ਕੀਤੇ ਜਾਂਦੇ ਨੇ। ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਹਜੂਰ ਕਹਿੰਦੇ ਨੇ ਭਾਈ, ਜਿਨ੍ਹਾਂ ਨੂੰ ਕਰਤਾਰ ਪ੍ਰਮਾਤਮਾ ਅਕਾਲ ਪੁਰਖ ਨੇ ਆਪ ਬਖਸ਼ ਦਿੱਤਾ, ਸਾਰੇ ਗੁਨਾਹ ਮੁਆਫ ਕਰ ਦਿੱਤੇ ਆ, ਜਿਹੜੇ ਆਪ ਵਾਹਿਗੁਰੂ ਪ੍ਰਮਾਤਮਾ ਕਰਤਾਰ ਨੇ ਬਖਸ਼ ਦਿੱਤੇ ਹਨ, ਉਹਨਾਂ ਦੀ ਜਿਹੜੀ ਬੁਰਾਈ ਦੀ ਗਿਣਤੀ ਹੈ, ਉਹਨਾਂ ਦੇ ਮਾੜੇ ਕਰਮਾਂ ਦੀ ਜਿਹੜੀ ਗਿਣਤੀ ਹੈ, ਕੋਈ ਕੀ ਕਰੇਗਾ? ਕਿਸ ਦੇ ਗਿਣਤੀ ਕੀਤਿਆਂ ਕੀ ਹੋਵੇਗਾ ਵੀ ਇਹਨੇ ਆਹ ਫਲਾਣਾ ਫਲਾਣਾ ਕਰਮ ਫਲਾਣੇ ਵੇਲੇ ਕੀਤਾ ਸੀ, ਸੋ ਇਹਨਾਂ ਨੂੰ ਕਿਉਂ ਬਖਸ਼ ਦਿੱਤਾ? ਉਹ ਕਿਸੇ ਦੀ ਕੋਈ ਨਹੀਂ ਚੱਲੇਗੀ। ਜਿਹੜੇ ਵਾਹਿਗੁਰੂ ਦੀ ਸ਼ਰਨ ਪੈ ਗਏ, ਸਤਿਗੁਰਾਂ ਦੀ ਸ਼ਰਣੀ ਭੱਜ ਕੇ ਪੈ ਗਏ ਤੇ ਸ਼ਬਦ ਦੁਆਰਾ ਮਨ ਸਾਫ਼ ਹੋ ਗਿਆ, ਮੈਲ ਲੱਥ ਗਈ ਤੇ ਵਾਹਿਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਚੜ੍ਹ ਗਏ ਪ੍ਰੇਮ ਕਰਕੇ, ਉਹਨਾਂ ਦੀ ਗਿਣਤੀ ਮਿਣਤੀ ਹੋਰ ਸੰਸਾਰ ਦਾ ਵਿਅਕਤੀ ਕਰਕੇ ਕੋਈ ਕੀ ਲੈ ਲਵੇਗਾ? ਕੀ ਕਰੇਗਾ ਗਿਣਤੀ ਕੋ ਉਹਨਾਂ ਦੀ, ਜਿਨ੍ਹਾਂ ਨੂੰ ਕਰਤਾਰ ਪਰਮੇਸ਼ਰ ਨੇ ਬਖਸ਼ ਦਿੱਤਾ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਨਿਰਾਸਤਾ ਵਿੱਚੋਂ ਕੱਢਿਆ ਵੀ ਜੇ ਅਸੀਂ ਆਪ ਕਮਾਉਣਾ, ਵਿਛੜੀ ਦੋਸ਼ ਨਾ ਕਾਹੂ ਦੇਣਾ। ਆਪ ਆਪਣੇ ਕਰਮਾਂ ਕਰਕੇ ਵਿਛੜੇ ਹੋਏ ਹਾਂ ਤੇ ਹੁਣ ਵੀ ਜੇ ਕੰਨਾਂ 'ਚ ਉਪਦੇਸ਼ ਮਿਲ ਗਿਆ, ਸੂਝੀ ਆ ਗਈ, ਤਾਂ ਸਤਿਗੁਰਾਂ ਦੀ ਸ਼ਰਣੀ ਪੈ ਜਾਈਏ ਭੱਜ ਕੇ। ਤੇ ਸਤਿਗੁਰੂ ਜੋ ਉਪਦੇਸ਼ ਦਿੰਦੇ ਨੇ ਪਵਿੱਤਰ ਬਾਣੀ ਰਾਹੀਂ, ਉਸ ਉਪਦੇਸ਼ ਰਾਹੀਂ ਆਪਣਾ ਆਪ ਸਵਾਰਨ ਦਾ ਯਤਨ ਕਰੀਏ ਤੇ ਫਿਰ ਸੱਚੇ ਪਾਤਸ਼ਾਹ ਦੇ ਪ੍ਰੇਮ ਦੇ ਸਦਕੇ ਅਸੀਂ ਵੀ ਬਖਸ਼ੇ ਜਾਵਾਂਗੇ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।